everyone, welcome to Victor's Knowledge. This is Sheenu Sharma. So ਅੱਜ ਮੈਂ ਤੁਹਾਡੇ ਲਈ ਇੱਕ ਇਹੋ ਸੈਸ਼ਨ ਲੈ ਕੇ ਆਈ ਹਾਂ ਜਿਹੜਾ ਹਰ ਪੰਜਾਬ ਪੁਲਿਸ ਐਸਪੀਰੈਂਟ ਦੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ। ਸੋ ਇਹਦੇ ਵਿੱਚ ਮੈਂ ਕੀ ਕੀਤਾ ਹੈ, ਜਿੰਨੇ ਵੀ ਕੰਪਿਊਟਰ ਦੇ ਟੌਪਿਕਸ ਨੇ 12 ਟੌਪਿਕ ਸਬ ਇੰਸਪੈਕਟਰ ਦੇ ਤੇ ਉਸ ਤੋਂ ਬਾਅਦ ਮੈਂ ਜਿਹੜੇ ਦੋ ਐਕਸਟਰਾ ਟੌਪਿਕ ਨੇ ਹੈਡ ਕਾਂਸਟੇਬਲ ਵਾਲੇ ਉਹ ਵੀ ਵਿੱਚ ਹੀ ਐਡ ਕੀਤੇ ਨੇ ਤੇ ਸਾਰੇ 14 ਟੌਪਿਕਸ ਉੱਤੇ ਮੈਂ ਤੁਹਾਡੇ ਨਾਲ ਬੇਸਿਕ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਉਹ ਸ਼ੇਅਰ ਕਰੂੰਗੀ ਸੋ ਦੈਟ ਚਾਹੇ ਤੁਸੀਂ ਅਲੱਗ-ਅਲੱਗ ਸੋਰਸਿਸ ਤੋਂ ਕੰਪਿਊਟਰ ਦੀ ਤਿਆਰੀ ਕੀਤੀ ਹੈ ਪਰ ਤੁਹਾਡੀ ਇੱਕ ਵਾਰੀ ਪ੍ਰੋਪਰ ਪੇਪਰ ਦਾ ਜਿਹੜਾ ਲੈਵਲ ਹੈ ਉਹਨੂੰ ਦੇਖਦੇ ਹੋਏ ਰਿਵੀਜ਼ਨ ਹੋ ਸਕੇ ਕਿਉਂਕਿ ਹੁਣ ਬਹੁਤ ਘੱਟ ਦਿਨ ਬਚੇ ਨੇ ऑलरेडी ਜਿਹੜਾ ਕੰਪਲੀਟ ਥਿਊਰੀ ਹੈ ਉਹਦੇ ਨੋਟਸ ਅਵੇਲੇਬਲ ਨੇ ਐਮਸੀਕਿਊ ਫਾਰਮ ਦੇ ਸਾਰੇ ਵੀਡੀਓ ਲੈਕਚਰ ਅਵੇਲੇਬਲ ਨੇ ਪੇਡ ਫਾਰਮ ਦੇ ਵਿੱਚ ਜਿਹੜੇ ਮੈਂ ਕੋਰਸ ਵਿੱਚ ਕਰਵਾਏ ਸੀ ਸੋ ਜੇ ਕੋਈ ਸਟੂਡੈਂਟ ਉਹ ਚੀਜ਼ਾਂ ਲੈਣੀਆਂ ਚਾਹੁੰਦਾ ਤੁਸੀਂ ਲੈ ਸਕਦੇ ਹੋ ਕਿਸੇ ਵੀ ਅਲੱਗ ਤੋਂ ਸਬਜੈਕਟ ਦੇ ਨੋਟਸ ਜਾਂ ਵੀਡੀਓ ਲੈਕਚਰ ਵੀ ਤੁਸੀਂ ਲੈ ਸਕਦੇ ਹੋ ਮੌਕ ਟੈਸਟ ਲੈ ਸਕਦੇ ਹੋ ਪਰ ਇਹ ਰਿਵੀਜ਼ਨ ਕਰਵਾਉਣੀ ਤੁਹਾਡੇ ਲਈ ਬਹੁਤ ਜ਼ਰੂਰੀ ਸੀ ਇਸੇ ਲਈ ਇਹਨੂੰ ਮੈਂ YouTube ਉੱਤੇ ਲੈ ਕੇ ਆਈ ਹਾਂ ਕਿਉਂਕਿ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਪੇਡ ਕੋਰਸ ਅਫੋਰਡ ਨਹੀਂ ਕਰ ਸਕਦੇ ਤੇ ਕੰਪਿਊਟਰ ਇੱਕ ਇਹੋ ਜਿਹਾ ਟੌਪਿਕ ਹੈ ਪਿਛਲੇ ਸਾਲ ਵੀ ਜਦੋਂ ਪੰਜਾਬ ਪੇਪਰ ਦੇ ਪੰਜਾਬ ਪੁਲਿਸ ਦੇ ਅਲੱਗ-ਅਲੱਗ ਪੇਪਰ ਹੋਏ ਸੀ ਤਾਂ ਉੱਥੇ ਇਹਦੇ ਵਿੱਚ ਸਟੂਡੈਂਟਸ ਨੂੰ ਕਾਫੀ ਡਿਫਿਕਲਟੀ ਆਈ ਸੀ ਸੋ ਜਦੋਂ ਮੈਂ ਪਿਛਲੇ ਸਾਲ YouTube ਦਾ ਚੈਨਲ ਜਸਟ ਸਟਾਰਟ ਕੀਤਾ ਸੀ ਕਿਉਂਕਿ ਚੈਨਲ ਸਟਾਰਟ ਕੀਤੇ ਨੂੰ ਮੈਨੂੰ ਸਿਰਫ ਅਜੇ 1 ਸਾਲ ਹੀ ਹੋਇਆ ਹੈ ਸੋ ਪਿਛਲੇ ਸਾਲ ਮੈਂ ਪੰਜਾਬ ਪੁਲਿਸ ਪੇਪਰ ਤੋਂ ਪਹਿਲਾਂ ਹੀ ਸਟਾਰਟ ਕੀਤਾ ਸੀ ਜੁਲਾਈ ਵਿੱਚ YouTube ਦਾ ਚੈਨਲ ਸੋ ਉਦੋਂ ਵੀ ਮੈਨੂੰ ਤੁਹਾਡੀ ਕਾਫੀ ਜ਼ਿਆਦਾ ਸਪੋਰਟ ਮਿਲੀ ਸੀ ਤੇ ਕਾਫੀ ਪੇਪਰ ਦੇ ਵਿੱਚ ਹੈਲਪਫੁਲ ਵੀ ਰਿਹਾ ਸੀ ਜਿਹੜੇ ਮੈਂ ਬੇਸਿਕ ਥਿਊਰੀ ਦੇ ਲੈਕਚਰ ਲਏ ਸੀ ਸੋ ਹੁਣ ਜਿਹੜਾ ਅੱਜ ਦਾ ਇਹ ਲੈਕਚਰ ਹੈ ਇਹਦੇ ਵਿੱਚ ਮੈਂ ਤੁਹਾਡੇ ਨਾਲ ਥੋੜੀ ਐਡਵਾਂਸ ਲੈਵਲ ਦੀ ਰਿਵੀਜ਼ਨ ਲੈ ਕੇ ਆਈ ਹਾਂ ਤੇ ਇਸ ਲੈਕਚਰ ਨੂੰ ਬਿਨਾਂ ਦੇਖੇ ਤੁਸੀਂ ਪੇਪਰ ਨਹੀਂ ਦੇਣਾ ਕਿਉਂਕਿ ਇਹ ਮੈਂ ਬਹੁਤ ਹੀ ਧਿਆਨ ਦੇ ਨਾਲ ਡੀਪ ਰਿਸਰਚ ਕਰਨ ਤੋਂ ਬਾਅਦ ਲੈਕਚਰ ਤਿਆਰ ਕੀਤਾ ਹੈ ਸੋ ਨਾਓ ਲੈਟਸ ਗੈਟ ਸਟਾਰਟਡ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਕੋਈ ਸਬਜੈਕਟ ਪੜ੍ਹਨਾ ਹੈ ਉਹਦੀ ਰਿਵੀਜ਼ਨ ਕਰਨੀ ਹੈ ਤੁਹਾਡੇ ਦਿਮਾਗ ਵਿੱਚ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਟੌਪਿਕ ਕਿਹੜੇ ਤੁਸੀਂ ਪੇਪਰ ਦੇ ਵਿੱਚ ਕਰਨ ਜਾ ਰਹੇ ਹੋ ਸੋ ਉਹ ਟੌਪਿਕਸ ਜਦੋਂ ਤੱਕ ਤੁਹਾਨੂੰ ਸਮਝ ਵਿੱਚ ਨਹੀਂ ਉਦੋਂ ਤੱਕ ਤੁਸੀਂ ਇੱਕ ਸਹੀ ਅਪਰੋਚ ਦੇ ਨਾਲ ਤਿਆਰੀ ਨਹੀਂ ਕਰ ਸਕਦੇ ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਡੇਟਾ ਇਨਕ੍ਰਿਪਸ਼ਨ ਵਿੱਚ ਅਸੀਂ ਕਿਹੜੇ-ਕਿਹੜੇ ਟੌਪਿਕ ਕਵਰ ਕਰਨੇ ਨੇ ਸਾਈਬਰ ਸਿਕਿਉਰਿਟੀ ਵਿੱਚ ਕੀ ਅਸੀਂ ਆਈਟੀ ਲਾਜ਼ ਵੀ ਪੜ੍ਹਨੇ ਨੇ ਕੀ ਛੱਡਣਾ ਹੈ ਕੀ ਕਰਨਾ ਹੈ ਜਦੋਂ ਤੱਕ ਤੁਹਾਨੂੰ ਟੌਪਿਕ ਦੀ ਸਮਝ ਨਹੀਂ ਤੁਸੀਂ ਸਹੀ ਅਪਰੋਚ ਨਾਲ ਤਿਆਰੀ ਨਹੀਂ ਕਰ ਸਕਦੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੇ 14 ਟੌਪਿਕਸ ਨੇ ਇਹਨਾਂ ਦੇ ਇੰਗਲਿਸ਼ ਤੇ ਪੰਜਾਬੀ ਵਿੱਚ ਵੀ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਆਉਂਦੀ ਆ ਕਿ ਸਾਨੂੰ ਥੋੜਾ ਨਾਲ ਪੰਜਾਬੀ ਵਿੱਚ ਵੀ ਦੱਸ ਦਿਆ ਕਰੋ ਸੋ ਪੰਜਾਬੀ ਵਿੱਚ ਵੀ ਮੈਂ ਟੌਪਿਕਸ ਤੁਹਾਡੇ ਲਈ ਨਾਲ ਲਿਖੇ ਹੋਏ ਨੇ ਸੋ ਦੈਟ ਤੁਹਾਡੇ ਲਈ ਆਸਾਨ ਹੋ ਜਾਵੇ ਟੌਪਿਕ ਨੂੰ ਸਮਝਣਾ ਆਸਾਨ ਹੋ ਜਾਵੇ ਵਨ ਬਾਏ ਵਨ ਆਪਾਂ ਦੇਖਦੇ ਹਾਂ ਫੰਡਾਮੈਂਟਲ ਆਫ ਕੰਪਿਊਟਰ ਇਹਦੇ ਵਿੱਚ ਕੰਪਿਊਟਰ ਦੀਆਂ ਜਿਹੜੀਆਂ ਬੁਨਿਆਦੀ ਬੇਸਿਕ ਗੱਲਾਂ ਨੇ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਕੰਪਿਊਟਰ ਦਾ ਮੀਨਿੰਗ ਕੀ ਹੈ ਫੁੱਲ ਫਾਰਮ ਕੀ ਹੈ ਇਹਦੇ ਫਾਦਰ ਕਿਹਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਇਹਦੀ ਹਿਸਟਰੀ ਫਿਰ ਇਹਦੀਆਂ ਅਲੱਗ-ਅਲੱਗ ਜਨਰੇਸ਼ਨ ਐਪਲੀਕੇਸ਼ਨ ਆਪਰੇਸ਼ਨ ਕਿੱਥੇ ਕੰਮ ਕਰਨਾ ਕਿਵੇਂ ਇਨਪੁਟ ਆਪਾਂ ਕੰਪਿਊਟਰ ਦੇ ਵਿੱਚ ਪਾ ਕੇ ਆਊਟਪੁੱਟ ਕੱਢਦੇ ਹਾਂ ਉਹਦਾ ਕੰਮ ਕਿਵੇਂ ਚੱਲਦਾ ਸੋ ਜਿਹੜੀਆਂ ਬੇਸਿਕ ਜਿਹੀਆਂ ਗੱਲਾਂ ਨੇ ਉਸ ਤੋਂ ਬਾਅਦ ਆਪਰੇਟਿੰਗ ਸਿਸਟਮ ਹੁਣ ਕੰਪਿਊਟਰ ਦੇ ਅੰਦਰ ਜਿਹੜਾ ਸਾਰਾ ਸਿਸਟਮ ਹੈ ਸੌਫਟਵੇਅਰ ਵਾਲਾ ਉਹ ਕਿਵੇਂ ਕੰਮ ਕਰਦਾ ਆਪਰੇਟਿੰਗ ਸਿਸਟਮ ਦੀਆਂ ਬੁਨਿਆਦੀ ਗੱਲਾਂ ਕੰਪਿਊਟਰ ਹਾਰਡਵੇਅਰ ਹੁਣ ਕੰਪਿਊਟਰ ਦੇ ਦੋ ਇੰਪੋਰਟੈਂਟ ਪਾਰਟਸ ਹੁੰਦੇ ਨੇ ਸੌਫਟਵੇਅਰ ਜਿਹੜੇ ਅੰਦਰਲਾ ਸਾਰਾ ਸਿਸਟਮ ਦੇਖਦੇ ਨੇ ਉਹਦੇ ਨਾਲ ਰਿਲੇਟਡ ਆਪਾਂ ਆਪਰੇਟਿੰਗ ਸਿਸਟਮ ਪੜ੍ਹ ਲੈਂਦੇ ਆ ਫਿਰ ਕੰਪਿਊਟਰ ਹਾਰਡਵੇਅਰ ਜਿਹੜੀਆਂ ਬਾਹਰੋਂ ਚੀਜ਼ਾਂ ਆਪਾਂ ਦੇਖਦੇ ਆ ਡਿਵਾਈਸਿਸ ਕੰਪਿਊਟਰ ਦੇ ਨਾਲ ਕਨੈਕਟ ਹੁੰਦੇ ਨੇ ਪ੍ਰਿੰਟਰ ਹੋ ਗਿਆ ਕੀਬੋਰਡ ਹੋ ਗਿਆ ਮਾਊਸ ਕਿਸ ਟਾਈਪ ਦੇ ਹੁੰਦੇ ਨੇ ਪ੍ਰਿੰਟਰ ਦੇ ਵਿੱਚ ਵੀ 3D ਪ੍ਰਿੰਟਿੰਗ ਦਾ ਕਨਸੈਪਟ ਤੁਸੀਂ ਨਹੀਂ ਛੱਡਣਾ ਕਿਉਂਕਿ ਲਾਸਟ ਈਅਰ ਪੇਪਰ 'ਚ ਕਾਫੀ ਸਾਰੇ ਐਡ ਔਨ ਵਾਲੇ ਐਡੀਸ਼ਨਲ ਐਡਵਾਂਸ ਲੈਵਲ ਦੇ ਟੌਪਿਕ ਆ ਗਏ ਸੀ ਸੋ ਹਾਰਡਵੇਅਰ ਦਾ ਸਿਰਫ ਇਹ ਮਤਲਬ ਨਹੀਂ ਤੁਸੀਂ ਉੱਪਰੋਂ ਮੋਟਾ ਦੇਖ ਲਿਆ ਕਿ ਹਾਂ ਕੀਬੋਰਡ ਹੁੰਦਾ ਹੈ ਮਾਊਸ ਹੁੰਦਾ ਹੈ ਸੋ ਇਹਦੇ ਵਿੱਚ ਜਿਹੜੀਆਂ ਬਰੀਕੀ ਵਾਲੀਆਂ ਗੱਲਾਂ ਨੇ ਡਿਸਕ ਹੋ ਗਈਆਂ ਦੈਨ ਅਲੱਗ-ਅਲੱਗ ਮੈਮਰੀਜ਼ ਦਾ ਕਨਸੈਪਟ ਹੈ ਰਜਿਸਟਰ ਮੈਮਰੀ ਕਿਹੜੀ ਹੁੰਦੀ ਹੈ ਕੈਸ਼ ਮੈਮਰੀ ਫਲੈਸ਼ ਮੈਮਰੀ ਪ੍ਰਾਇਮਰੀ ਸੈਕੰਡਰੀ ਇਹ ਸਾਰੀਆਂ ਚੀਜ਼ਾਂ ਤੁਸੀਂ ਡੀਟੇਲ 'ਚ ਦੇਖ ਕੇ ਜਾਣੀਆਂ ਨੇ ਚੌਥਾ ਟੌਪਿਕ ਹੈ ਡੇਟਾ ਇਨਕ੍ਰਿਪਸ਼ਨ ਦਾ ਆਪਣਾ ਸੇਫ ਕਿਵੇਂ ਰੱਖਣਾ ਤੁਸੀਂ ਸਿਕਿਉਰ ਕਿਵੇਂ ਰੱਖਣਾ ਡੇਟਾ ਕੋਈ ਤੀਜੀ ਪਾਰਟੀ ਤੁਹਾਡਾ ਡੇਟਾ ਪੜ੍ਹ ਨਾ ਸਕੇ ਉਹਨੂੰ ਬਦਲ ਨਾ ਸਕੇ ਚੋਰੀ ਨਾ ਕਰ ਸਕੇ ਸੋ ਡੇਟਾ ਇਨਕ੍ਰਿਪਸ਼ਨ ਦੀਆਂ ਮੂਲ ਗੱਲਾਂ ਉਸ ਤੋਂ ਬਾਅਦ ਸਾਈਬਰ ਸਿਕਿਉਰਿਟੀ ਦੀਆਂ ਮੇਨ ਗੱਲਾਂ ਦੈਨ ਮੋਬਾਈਲ ਫੋਨਸ ਦੀਆਂ ਜਿਹੜੀਆਂ ਬੇਸਿਕ ਕਨਸੈਪਟ ਨਾਲ ਲੈ ਕੇ ਧਾਰਨਾਤਮਕ ਗਿਆਨ ਹੈ ਉਹ ਤੁਸੀਂ ਦੇਖ ਕੇ ਜਾਣਾ ਮੋਬਾਈਲ ਫੋਨ ਦੇ ਵਿੱਚ ਵੀ ਸਿਮ ਦਾ ਕਨਸੈਪਟ ਹੋ ਗਿਆ ਕਿਵੇਂ ਕਮਿਊਨੀਕੇਸ਼ਨ ਹੁੰਦੀ ਹੈ ਰੇਡੀਓ ਫ੍ਰੀਕੁਐਂਸੀ ਵਾਲੀਆਂ ਚੀਜ਼ਾਂ ਸੋ ਇਹ ਸਾਰੀਆਂ ਤੁਸੀਂ ਦੇਖ ਕੇ ਜਾਣੀਆਂ ਨੇ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ ਇੰਟਰਨੈਟ ਦੀ ਮਦਦ ਦੇ ਨਾਲ ਆਪਾਂ ਫੋਨ ਦੇ ਉੱਤੇ ਕਿਵੇਂ ਗੱਲ ਕਰ ਸਕਦੇ ਆ ਵਾਰਤਾਲਾਪ ਇੱਕ ਜਗ੍ਹਾ ਤੋਂ ਬੈਠੇ ਦੂਜੀ ਜਗ੍ਹਾ ਆਪਣੀ ਕਿਵੇਂ ਗੱਲ ਹੁੰਦੀ ਹੈ ਇਹਦੇ ਵਿੱਚ ਬ੍ਰੌਡਬੈਂਡ ਦਾ ਕੀ ਕਨਸੈਪਟ ਹੈ ਮੋਡਮ ਦਾ ਰਾਊਟਰ ਦਾ
ਪ੍ਰੋਟੋਕਾਲਸ ਦਾ, TCP IP ਪ੍ਰੋਟੋਕਾਲ, ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਕੇ ਜਾਣੀਆਂ ਨੇ। ਈਵਨ ਜਿਹੜੀ ਅਲੱਗ ਤੋਂ ਕੁਝ ਸਪੈਸੀਫਿਕ ਸਿਸਕੋ ਕਿਹਦੇ ਚ ਵਰਤਿਆ ਜਾਂਦਾ ਹੈ, ਸਕਾਈਪ ਪ੍ਰੋਟੋਕਾਲ ਕੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਦੇਖਣੀਆਂ ਨੇ। ਦੈਨ ਇੰਟਰਨੈਟ ਤੇ ਵਰਲਡ ਵਾਈਡ ਵੈਬ, ਇਹਦੇ ਨਾਲ ਤੁਸੀਂ ਈਮੇਲ ਦਾ ਕੰਸੈਪਟ ਨਹੀਂ ਭੁੱਲਣਾ, ਇਹ ਵੀ ਇਹਦੇ ਨਾਲ ਹੀ ਰਿਲੇਟਡ ਟੌਪਿਕ ਹੈ। ਵੈਬ ਸਰਚ ਇੰਜਨ, ਇਹਨਾਂ ਸਾਰਿਆਂ ਦੇ ਅਲੱਗ-ਅਲੱਗ ਜਿਹੜੇ ਪਲੇਟਫਾਰਮ ਨੇ ਉਹ ਦੇਖਣੇ ਨੇ, ਗੂਗਲ ਜਿਵੇਂ ਹੋ ਗਿਆ, ਯਾਹੂ ਹੋ ਗਿਆ, ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਜਿਵੇਂ WhatsApp ਵਗੈਰਾ ਹੋ ਗਿਆ, ਸੋਸ਼ਲ ਮੀਡੀਆ ਪਲੇਟਫਾਰਮ। ਤੇ ਜਿਹੜੇ ਇਹ ਟੌਪਿਕ ਨੇ ਨਾ 3-4, ਇਹਨਾਂ ਦੀਆਂ ਜਿਹੜੀਆਂ ਲੇਟੈਸਟ ਜਿਵੇਂ 2021 ਚ ਕੋਈ ਨਵਾਂ ਫੀਚਰ ਐਡ ਕੀਤਾ ਹੈ, 2022 ਚ ਐਡ ਕੀਤਾ ਹੈ, ਉਹ ਤੁਸੀਂ ਪੇਪਰ ਲਈ ਬਿਲਕੁਲ ਮਿਸ ਨਹੀਂ ਕਰਨੀਆਂ। MS ਆਫਿਸ, ਇਹਦੇ ਵਿੱਚ ਮੈਂ 2019 ਵਾਲਾ ਆਲਰੇਡੀ ਤੁਹਾਨੂੰ ਕਰਵਾਇਆ ਹੋਇਆ ਹੈ, ਸਾਰੇ ਉਹਦੇ ਟੈਲੀਗ੍ਰਾਮ ਚੈਨਲ ਦੇ ਵਿੱਚ ਵੀ PDFs ਪਈਆਂ ਨੇ। 2021 ਦੇ ਵਿੱਚ ਕੁਝ ਨਵੇਂ ਐਡ ਆਨ ਆਏ ਨੇ, ਜਿਹੜਾ ਬਿਲਕੁਲ ਲੇਟੈਸਟ ਵਾਲਾ ਫੀਚਰ ਹੈ, ਉਹਦੇ ਵਿੱਚ ਕੁਝ ਇੱਕ ਦੋ ਫਾਰਮੂਲਾਜ਼ ਵੀ ਆਏ ਨੇ ਐਕਸਲ ਦੇ। 2021 ਵਾਲੇ ਤੁਸੀਂ ਜਿਹੜੇ ਇੰਪੋਰਟੈਂਟ ਫੀਚਰ ਨੇ ਉਹ ਪੇਪਰ ਲਈ ਜ਼ਰੂਰ ਦੇਖ ਕੇ ਜਾਣੇ ਆ। ਉਸ ਤੋਂ ਬਾਅਦ ਫੋਟੋ ਵੀਡੀਓ ਸ਼ੇਅਰਿੰਗ ਦਾ ਕੀ ਕੰਸੈਪਟ ਹੈ, ਕਿਹੜੇ-ਕਿਹੜੇ ਪਲੇਟਫਾਰਮ ਨੇ, ਜਿਵੇਂ ਵੀਡੀਓ ਆਪਾਂ YouTube ਦੇ ਜ਼ਰੀਏ ਸ਼ੇਅਰ ਕਰਦੇ ਹਾਂ। ਸੋ ਇਹ ਤਾਂ ਬਹੁਤ ਹੀ ਕਾਮਨ ਜਿਹਾ ਟੌਪਿਕ ਹੈ, ਇਹਦੇ ਵਿੱਚ ਕੁਝ ਵੀ ਜ਼ਿਆਦਾ ਟੈਕਨੀਕਲ ਨਹੀਂ ਹੈ। ਤੇ ਲਾਸਟ ਵਿੱਚ ਹੈ ਫਾਈਲ ਮੈਨੇਜਮੈਂਟ। ਜਿਹੜੇ ਦੋ ਲਾਸਟ ਵਾਲੇ ਟੌਪਿਕ ਨੇ ਇਹ ਸਬ ਇੰਸਪੈਕਟਰ ਦੇ ਸਿਲੇਬਸ ਵਿੱਚ ਨਹੀਂ ਹੈ, ਸਿਰਫ ਪਹਿਲੇ 12 ਟੌਪਿਕਸ ਨੇ। ਫਾਈਲ ਮੈਨੇਜਮੈਂਟ ਦੇ ਵਿੱਚ ਆਪਾਂ ਨੇ ਜਿਵੇਂ ਕੰਪਿਊਟਰ ਵਿੱਚ ਆਪਾਂ ਫੋਲਡਰ ਬਣਾਉਂਦੇ ਆ, ਫਾਈਲ ਬਣਾਉਂਦੇ ਆ, ਫਿਰ ਇੱਕ ਅਲੱਗ-ਅਲੱਗ ਤਰ੍ਹਾਂ ਦੀਆਂ ਕੰਸੈਪਟ ਹੁੰਦਾ ਜਿਹਨੂੰ ਆਪਾਂ ਡਾਇਰੈਕਟਰੀ ਕਹਿ ਦਿੰਦੇ ਆ। ਇੱਕ ਮੇਨ ਫਾਈਲ ਹੋ ਗਈ ਡਾਇਰੈਕਟਰੀ, ਉਸ ਤੋਂ ਬਾਅਦ ਉਹ ਕਾਫੀ ਹੋਰ ਤਰੀਕੇ ਨਾਲ ਉਹਦੇ ਵਿੱਚ ਆਪਾਂ ਸਬ ਕੈਟੇਗਰੀਜ਼, ਹੋਰ ਛੋਟੀਆਂ-ਛੋਟੀਆਂ ਇੱਕ ਮੇਨ ਫਾਈਲ ਦੇ ਵਿੱਚ ਆਪਾਂ ਇੱਕ ਫੋਲਡਰ ਦੇ ਵਿੱਚ ਹੋਰ ਫੋਲਡਰ ਬਣਾ ਦਿੰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਸਬ ਡਾਇਰੈਕਟਰੀਜ਼। ਸੋ ਇਸ ਟਾਈਪ ਦੇ ਨਾਲ ਇਹ 14 ਮੇਨ ਟੌਪਿਕਸ ਨੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਟੌਪਿਕਸ ਦੇ ਵਿੱਚ ਆਪਾਂ ਨੇ ਪੜ੍ਹਨਾ ਕੀ ਹੈ। ਸੋ ਸਭ ਤੋਂ ਪਹਿਲਾਂ ਤਾਂ ਇੱਕ ਕੰਪਿਊਟਰ ਸਬਜੈਕਟ ਦੀ ਤਿਆਰੀ ਕਰਨ ਤੋਂ ਵੀ ਪਹਿਲਾਂ ਤੁਹਾਨੂੰ ਕੰਪਿਊਟਰ ਵਰਡ ਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ। ਕੰਪਿਊਟਰ ਹੈ ਕੀ? ਸੋ ਕੰਪਿਊਟਰ ਜੇ ਆਪਾਂ ਆਮ ਭਾਸ਼ਾ 'ਚ ਗੱਲ ਕਰੀਏ, ਜਿਹੜਾ ਵਰਡ ਕੰਪਿਊਟਰ ਹੈ ਇਹਦਾ ਮਤਲਬ ਹੁੰਦਾ ਹੈ ਕੰਪਿਊਟ ਕਰਨਾ। ਕੰਪਿਊਟ ਹੁੰਦਾ ਹੈ ਕੈਲਕੂਲੇਟ। ਮੈਥਮੈਟੀਕਲ ਆਪਰੇਸ਼ਨ, ਗਣਿਤ ਦੀਆਂ ਜਿਹੜੀਆਂ ਕੈਲਕੂਲੇਸ਼ਨ ਨੇ ਉਹਨਾਂ ਨੂੰ ਸੌਖਾ ਕਰਨ ਦੇ ਲਈ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਅਬੈਕਸ ਨਾਮ ਦੀ ਚੀਜ਼ ਸੀ, ਉਹਦੀ ਕਾਢ ਕੱਢੀ ਸੀ। ਸੋ ਉਹ ਹੌਲੀ-ਹੌਲੀ ਜਿਵੇਂ-ਜਿਵੇਂ ਡਿਵੈਲਪ ਹੁੰਦੀ ਗਈ, ਸੋ ਆਧੁਨਿਕ ਜਿਹੜਾ ਆਪਣਾ ਅੱਜ ਦਾ ਸਮਾਂ ਹੈ ਇਹਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਨੂੰ ਨਾਲ ਜੋੜ ਕੇ ਜਿਹੜੀ ਇੱਕ ਮਸ਼ੀਨ ਤਿਆਰ ਕਰਤੀ ਜਿਹਨੇ ਇਨਸਾਨਾਂ ਦਾ ਕੰਮ ਬਹੁਤ ਸੌਖਾ ਕਰਤਾ, ਉਸ ਮਸ਼ੀਨ ਨੂੰ ਹੁਣ ਨਾਮ ਦਿੱਤਾ ਹੈ ਕੰਪਿਊਟਰ ਦਾ। ਸੋ ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ ਪੰਜਾਬੀ ਦੇ ਵਿੱਚ ਸਿੰਪਲੀ। ਕੰਪਿਊਟਰ ਇੱਕ ਮਸ਼ੀਨ ਹੈ ਜੋ ਕੁਝ ਸਹੀ ਨਿਰਦੇਸ਼ਾਂ ਦੇ ਅਨੁਸਾਰ ਕਾਰਜ ਨੂੰ ਸੰਪਾਦਿਤ ਕਰਦੀ ਹੈ। ਹੋਰ ਜ਼ਿਆਦਾ ਕਹੋ ਤਾਂ ਕੰਪਿਊਟਰ ਇੱਕ ਇਲੈਕਟ੍ਰੋਨਿਕ ਉਪਕਰਨ ਹੈ ਜੋ ਕਿ ਇਨਪੁਟ ਆਊਟਪੁੱਟ ਕੀ ਹੈ ਇਹ ਆਪਾਂ ਅੱਗੇ ਚੀਜ਼ਾਂ ਕਲੀਅਰ ਕਰਾਂਗੇ। ਇਹਨਾਂ ਦੀ ਮਦਦ ਨਾਲ ਜਾਣਕਾਰੀ ਨੂੰ ਸਵੀਕਾਰ ਕਰਕੇ ਪ੍ਰੋਸੈਸ ਕਰਦਾ ਹੈ ਤੇ ਆਊਟਪੁੱਟ ਉਪਕਰਨਾਂ ਦੀ ਮਦਦ ਦੇ ਨਾਲ ਸੂਚਨਾ ਇਨਫੋਰਮੇਸ਼ਨ ਦੇ ਰੂਪ ਵਿੱਚ ਪ੍ਰਦਾਨ ਕਰਦਾ ਹੈ। ਸੋ ਕੰਪਿਊਟਰ ਕੀ ਕਰਦਾ ਹੈ, ਇਹੀ ਆਪਣਾ ਪਹਿਲਾ ਟੌਪਿਕ ਹੈ ਫੰਡਾਮੈਂਟਲਸ ਆਫ ਕੰਪਿਊਟਰ ਦਾ। ਇਹ ਹੈਲਪ ਕਰਦਾ ਹੈ ਇੱਕ ਯੂਜ਼ਰ ਨੂੰ ਜੋ ਕੰਪਿਊਟਰ ਨੂੰ ਚਲਾ ਰਿਹਾ, ਉਹਦੇ ਤੋਂ ਕੰਮ ਲੈਣਾ ਚਾਹੁੰਦਾ, ਕੋਈ ਜਾਣਕਾਰੀ ਸਟੋਰ ਕਰ ਸਕਦੇ ਹੋ, ਤੁਸੀਂ ਇਨਫੋਰਮੇਸ਼ਨ ਬਾਹਰ ਕੱਢ ਸਕਦੇ ਹੋ, ਕੋਈ ਕੈਲਕੂਲੇਸ਼ਨ ਕਰ ਸਕਦੇ ਹੋ, ਪ੍ਰੈਜੈਂਟੇਸ਼ਨ ਤਿਆਰ ਕਰ ਸਕਦੇ ਹੋ, ਆਪਣਾ ਕਿਸੇ ਵੀ ਤਰੀਕੇ ਦਾ ਕੰਮ ਕੰਪਿਊਟਰ ਤੋਂ ਲੈ ਸਕਦੇ ਹੋ। ਕੰਪਿਊਟਰ ਕੀ ਕਰਦਾ, ਜਿਹੜੀ ਕੰਪਿਊਟਰ ਦੇ ਅੰਦਰਲੀ ਭਾਸ਼ਾ ਹੈ ਜਿਹਨੂੰ ਬਾਈਨਰੀ ਲੈਂਗੁਏਜ ਕਿਹਾ ਜਾਂਦਾ ਹੈ, ਕੰਪਿਊਟਰ ਦੀ ਉਹ ਬਾਈਨਰੀ ਲੈਂਗੁਏਜ ਯੂਜ਼ਰ ਦੀ ਇਨਸਟਰਕਸ਼ਨ ਨੂੰ, ਕਮਾਂਡ ਨੂੰ ਸਮਝਦੀ ਹੈ, ਪ੍ਰੋਸੈਸਿੰਗ ਅੰਦਰ ਹੁੰਦੀ ਹੈ, ਫਿਰ ਜੋ ਆਪਾਂ ਯੂਜ਼ਰ ਨੂੰ ਆਪਣੇ ਇਨਪੁਟ, ਜੋ ਆਪਾਂ ਜਾਣਕਾਰੀ ਦਿੱਤੀ ਹੈ ਅੰਦਰ ਪਾਈ ਹੈ, ਉਹਦੇ ਆਧਾਰ ਉੱਤੇ ਆਪਾਂ ਨੂੰ ਰਿਜ਼ਲਟ ਮਿਲਦਾ ਹੈ, ਬਾਹਰ ਮਿਲਦਾ ਹੈ, ਉਹਦਾ ਨਾਮ ਹੁੰਦਾ ਹੈ ਆਊਟਪੁੱਟ, ਜੋ ਰਿਜ਼ਲਟ ਕੰਪਿਊਟਰ ਆਪਾਂ ਨੂੰ ਪ੍ਰੋਸੈਸ ਕਰਕੇ ਦਿੰਦਾ ਹੈ। ਫਾਦਰ ਆਫ ਕੰਪਿਊਟਿੰਗ ਕਿਹਾ ਜਾਂਦਾ ਹੈ ਚਾਰਲਸ ਬੈਬੇਜ ਨੂੰ। ਕੰਪਿਊਟਰ ਦੀ ਫੁੱਲ ਫਾਰਮ ਵੀ ਪੇਪਰ ਲਈ ਇੰਪੋਰਟੈਂਟ ਹੈ। C ਦਾ ਮਤਲਬ ਹੈ ਕਾਮਨ, O operating machine properly used for technological and educational research। ਸੋ ਟੈਕਨੋਲੋਜੀ ਤੇ ਪੜ੍ਹਾਈ ਲਿਖਾਈ ਵਾਲੀ ਕੰਮਾਂ ਦੇ ਲਈ ਜਿਹੜੀ ਇੱਕ ਮਸ਼ੀਨ ਤਿਆਰ ਕੀਤੀ ਹੈ ਉਹਦਾ ਨਾਮ ਹੈ ਕੰਪਿਊਟਰ। ਸੋ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਕੰਪਿਊਟਰ ਦੀ ਹਿਸਟਰੀ ਦੀ, ਕਿੱਥੋਂ ਸਟਾਰਟ ਹੋਇਆ। ਸਭ ਤੋਂ ਪਹਿਲਾਂ ਇੱਕ ਚਾਈਨੀਜ਼ ਇਨਵੈਂਸ਼ਨ ਸੀ ਜਿਹਦਾ ਨਾਮ ਸੀ ਅਬੈਕਸ। ਸੋ ਇਹ ਤੁਸੀਂ ਦੇਖ ਸਕਦੇ ਹੋ ਅਬੈਕਸ, ਇਹ ਅਬੈਕਸ ਹੈ। ਮੇਨ ਕੈਲਕੂਲੇਸ਼ਨ ਕਰਨ ਦੇ ਲਈ ਇੱਕ ਬੀਡਸ ਦੀ ਫਾਰਮ ਦੇ ਵਿੱਚ ਇੱਕ ਤਿਆਰ ਕੀਤਾ ਸੀ ਵੁਡਨ ਰੈਕ, ਇਹਨੂੰ ਆਪਾਂ ਕਹਿ ਸਕਦੇ ਹਾਂ। ਸੋ ਇਹ ਚਾਈਨਾ, ਰਸ਼ੀਆ, ਜਾਪਾਨ, ਉੱਥੇ ਮੇਨਲੀ ਯੂਜ਼ ਕੀਤਾ ਜਾਂਦਾ ਸੀ ਕੈਲਕੂਲੇਟ ਕਰਨ ਦੇ ਲਈ।
ਸੋ ਇੱਕ ਕੈਲਕੂਲੇਟਿੰਗ ਟੂਲ ਦੇ ਤੌਰ ਤੇ ਕੰਪਿਊਟਰ ਦੀ ਜਿਹੜੀ ਸ਼ੁਰੂਆਤ ਹੋਈ ਸੀ, ਡਿਵੈਲਪਮੈਂਟ ਹੋਈ ਸੀ, ਕਿਉਂਕਿ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਕਿ ਕੰਪਿਊਟਰ ਵਰਡ ਦਾ ਵੈਸੇ ਮੀਨਿੰਗ ਹੈ ਕੰਪਿਊਟ ਕਰਨਾ, ਮਤਲਬ ਕਿ ਕੈਲਕੂਲੇਟ ਕਰਨਾ। ਸੋ ਅਬੈਕਸ ਤੋਂ ਬਾਅਦ ਆਇਆ ਸੀ ਨੇਪੀਅਰਸ ਬੋਨ। ਜਿਹੜਾ ਮੈਂ ਤੁਹਾਨੂੰ ਇਹ ਸਲਾਈਡ ਵਿੱਚ ਦੱਸਿਆ ਹੈ, ਇਹ ਸਿਰਫ ਜਿਹੜੇ ਕੁਝ ਇੰਪੋਰਟੈਂਟ ਪੇਪਰ ਲਈ ਤੁਸੀਂ ਵੈਸੇ ਨਾਮ ਯਾਦ ਰੱਖਣੇ ਆ ਉਹ ਨੇ। ਬਾਕੀ ਕੰਪਿਊਟਰ ਜਦੋਂ ਆਪਾਂ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਅਬੈਕਸ ਤੋਂ ਬਾਅਦ ਨਾਮ ਆਉਂਦਾ ਨੇਪੀਅਰ ਬੋਨ। ਉਸ ਤੋਂ ਬਾਅਦ ਆਉਂਦਾ ਪੈਸਕਲਿਨ। ਸੋ ਇਹ ਨਾਮ ਤੁਸੀਂ ਰਿਵਾਈਜ਼ ਕਰਦੇ ਰਹਿਣੇ ਨੇ। ਪੈਸਕਲਿਨ ਤੋਂ ਬਾਅਦ ਆਉਂਦਾ ਹੈ ਲੈਬਨਿਟਜ਼ ਵੀਲ, ਫਿਰ ਆਉਂਦਾ ਡਿਫਰੈਂਸ ਇੰਜਨ। ਡਿਫਰੈਂਸ ਇੰਜਨ ਤੋਂ ਬਾਅਦ ਹੈ ਐਨਾਲਿਟਿਕਲ ਇੰਜਨ। ਉਸ ਤੋਂ ਬਾਅਦ ਟੈਬੂਲੇਟਿੰਗ ਮਸ਼ੀਨ, ਡਿਫਰੈਂਸ਼ੀਅਲ ਐਨਾਲਾਈਜ਼ਰ, ਮਾਰਕ 1। ਮਾਰਕ 1 ਪੇਪਰ ਲਈ ਬਹੁਤ ਇੰਪੋਰਟੈਂਟ ਨਾਮ ਹੈ। ਸੋ ਮਾਰਕ 1 ਹੈ ਜਿਹੜਾ, ਇਹਦੇ ਨਾਲ ਇੱਕ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ ਹੈ, IBM ਤੇ ਹਾਰਵਰਡ ਇਹਨਾਂ ਦੀ ਪਾਰਟਨਰਸ਼ਿਪ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਬਾਕੀ ਤੁਹਾਨੂੰ ਮੈਂ ਇੱਕ ਵਾਰੀ ਦੱਸ ਦਿੰਨੀ ਆ। 1823 ਬੈਬੇਜ ਮਸ਼ੀਨ, ਦੈਨ IBM 1911, 1946 ਦੇ ਨੇ ENIAC, UNIVAC। ਇਹ ਨਾਮ ਬਹੁਤ ਬਾਰ-ਬਾਰ ਪੇਪਰ ਪੁੱਛੇ ਜਾਂਦੇ ਨੇ ਕਿ ਫਰਸਟ ਜਨਰੇਸ਼ਨ ਦੇ ਕਿਹੜੇ ਕੰਪਿਊਟਰ ਸੀ, ਫਰਸਟ ਜਨਰੇਸ਼ਨ ਤੋਂ ਇਹ ਪਹਿਲਾਂ ਵਾਲੇ ਸੀ। ਸੋ ਇਸ ਟਾਈਪ ਨਾਲ ਜਿਹੜੀ ਕਲਾਸੀਫਿਕੇਸ਼ਨ ਹੈ ਇਹ ਵੀ ਤੁਸੀਂ ਯਾਦ ਰੱਖਣੀ ਹੈ। So before moving with the topic further, I would like to share something important with you. So as you guys already know कि अलग-अलग subjects ਦੇ even पूरे complete notes ਦਾ package available है, ਜਿਹਦੇ ਵਿੱਚ ਤੁਹਾਨੂੰ part A जो paper 1 ਹੋਣਾ है 3 subject ਤੇ paper 2 ਦੋਨਾਂ ਦੇ ਹਰ ਇੱਕ subject ਦੇ notes ਮਿਲ ਰਹੇ ਨੇ ਬਿਲਕੁਲ syllabus ਦੇ according। ਬਾਕੀ ਜੇ ਕੋਈ student ਆਲਰੇਡੀ ਪੂਰੀ ਤਿਆਰੀ ਕਰ ਚੁੱਕਿਆ, ਤੁਸੀਂ ਆਪਣੀ ਤਿਆਰੀ ਦੀ ਲੈਵਲ ਦੇਖਣਾ ਚਾਹੁੰਦੇ ਹੋ, ਉਹਨੂੰ ਹੋਰ ਸਟਰੋਂਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੌਕ ਟੈਸਟ ਖਰੀਦ ਸਕਦੇ ਹੋ। ਸੋ ਟੋਟਲ 8 ਮੌਕ ਟੈਸਟ ਨੇ, 4 ਪੇਪਰ 1 ਦੇ, 4 ਪੇਪਰ 2 ਦੇ। ਆਨਸਰ ਕੀ ਨਾਲ ਹੈ। ਸੋ ਇਹਨਾਂ ਦਾ ਪ੍ਰਾਈਸ ਹੈ ₹399। ਵਨ ਮੋਰ ਇੰਪੋਰਟੈਂਟ ਥਿੰਗ, ਕਈ ਵਾਰੀ ਕਿਸੇ ਸਟੂਡੈਂਟ ਨੂੰ ਕਿਸੇ ਇੱਕ ਅੱਧੇ ਪਾਰਟਿਕੂਲਰ ਸਬਜੈਕਟ ਵਿੱਚ ਡਿਫਿਕਲਟੀ ਆਉਂਦੀ ਆ। ਸੋ ਤੁਸੀਂ ਜੇ ਕਿਸੇ ਪਾਰਟਿਕੂਲਰ ਸਬਜੈਕਟ ਦੀ, ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਕੰਸਾਈਜ਼ ਤਰੀਕੇ ਦੇ ਨਾਲ ਵੀਡੀਓ ਕੋਰਸ ਦੇ ਵਿੱਚ ਜਿਹੜੇ ਲੈਕਚਰਸ ਸੀ ਉਹ ਲਏ ਸੀ, ਮੈਂ ਆਲਰੇਡੀ ਤੁਹਾਨੂੰ ਦੱਸਿਆ ਸੀ ਟਾਈਮ ਪੀਰੀਅਡ ਕਿੰਨਾ ਹੈ। ਸੋ ਜਿਵੇਂ ਤੁਸੀਂ ਸਾਇੰਸ ਦੇ ਵਿੱਚ ਤੁਹਾਨੂੰ ਡਿਫਿਕਲਟੀ ਆ ਰਹੀ ਹੈ, ਤੁਸੀਂ ਸਾਇੰਸ ਐਂਡ ਟੈਕਨੋਲੋਜੀ ਦੇ ਲੈਕਚਰ ਬਾਏ ਕਰ ਸਕਦੇ ਹੋ। ਸੋ ਉਹਦੇ 6 ਲੈਕਚਰ ਦੇ ਵਿੱਚ ਆਲਮੋਸਟ ਮੈਂ ਹਰ ਇੱਕ ਚੀਜ਼ ਕਵਰ ਕੀਤੀ ਹੋਈ ਹੈ। ਇਨਵਾਇਰਨਮੈਂਟ ਦੇ ਲੈ ਸਕਦੇ ਹੋ, ਜੀਓਗ੍ਰਾਫੀ ਦੇ ਲੈ ਸਕਦੇ ਹੋ। ਸੋ ਤੁਸੀਂ ਪਾਰਟਿਕੂਲਰਲੀ ਕਿਸੇ ਵੀ ਇੱਕ ਸਬਜੈਕਟ ਦੇ ਵੀ ਲੈ ਸਕਦੇ ਹੋ। ਜਾਂ ਫਿਰ ਜਿਵੇਂ ਕੋਈ ਸਟੂਡੈਂਟ ਕੁਆਂਟ ਤੋਂ ਡਰਦਾ ਹੈ, ਤੁਹਾਨੂੰ ਕੁਆਂਟ ਡਿਫਿਕਲਟ ਲੱਗਦਾ ਹੈ, ਤਾਂ ਕੁਆਂਟ ਦੇ ਜਿਵੇਂ ਮੈਂ ਟੋਟਲ 4 ਲੈਕਚਰਸ ਲਏ ਹੋਏ ਨੇ, ਉਹਦੇ ਵਿੱਚ ਜਿੰਨੇ ਵੀ ਸਿਲੇਬਸ ਦੇ ਵਿੱਚ ਟੌਪਿਕ ਆਉਣੇ ਨੇ ਸਾਰਿਆਂ ਦੇ ਫਾਰਮੂਲੇ डिस्कस करन तो बाद मैं थोड़े 5-5 6-6 क्वेश्चन सॉल्व करवाए होने जो बार-बार पेपर च रिपीट हुंदे ने। सो ओहदे विच जिहड़े मॉडरेट टू डिफिकल्ट लेवल दे क्वेश्चंस ने जिन्हां दे विच मेजरली स्टूडेंट नूं प्रॉब्लम आउंदी आ, उस टाइप दे क्वेश्चन मैं सॉल्व करवाए होए ने। सो ओहदे नाल की है कि ਉਹ 4 ਲੈਕਚਰਸ ਦੇ ਵਿੱਚ ਹੀ ਤੁਹਾਡੀ ਇੰਨੀ ਤਿਆਰੀ ਹੋ ਜੂ ਕਿ ਤੁਸੀਂ ਪੇਪਰ ਦੇ ਵਿੱਚ ਇੱਕ ਸਫੀਸ਼ੀਐਂਟ ਲੈਵਲ ਦੇ ਕੌਨਫੀਡੈਂਸ ਦੇ ਨਾਲ ਕੁਆਂਟ ਨੂੰ ਅਟੈਂਪਟ ਕਰ ਸਕੋ। ਤੁਹਾਡਾ ਇਹ ਨਹੀਂ ਰਹੂਗਾ ਕਿ ਤੁਸੀਂ ਬਿਲਕੁਲ ਹੀ ਕੁਆਂਟ ਨੂੰ ਬਿਨਾਂ ਟੱਚ ਕੀਤੇ ਪੇਪਰ ਦੇਣ ਜਾ ਰਹੇ ਹੋ। ਸੋ ਉਹਦੇ ਲਈ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, ਜਾਂ ਜੇ ਤੁਹਾਡੀ ਕੋਈ ਵੀ ਹੋਰ ਕੁਐਰੀ ਹੈ, ਤੁਸੀਂ ਨੋਟਸ ਲੈਣੇ ਨੇ, ਕੋਰਸ ਬਾਏ ਕਰਨਾ ਹੈ, ਜਾਂ ਫਿਰ ਈਵਨ ਤੁਸੀਂ ਕੋਈ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਐਕਸਾਈਜ਼ ਦੀ ਜਾਂ ਕਿਸੇ PPSC ਸੀਨੀਅਰ ਅਸਿਸਟੈਂਟ ਦੀ, ਤਾਂ ਸਾਰੇ ਐਗਜ਼ਾਮਸ ਦੇ ਲਈ ਮੌਕ ਟੈਸਟ ਕੋਰਸਿਸ ਅਵੇਲੇਬਲ ਨੇ। You can send me email on legalvictor02896@gmail.com। ਹੁਣ ਪਿੱਛੇ ਮੈਂ ਤੁਹਾਨੂੰ ਦੱਸ ਕੇ ਹਟੀਆਂ ਜਨਰੇਸ਼ਨ। ਤੁਸੀਂ ਸੋਚ ਰਹੇ ਹੋਵੋਗੇ ਕਿ ਜਨਰੇਸ਼ਨ ਵਰਡ ਦਾ ਕੀ ਮਤਲਬ ਹੈ। ਆਪਾਂ ਹਿਸਟਰੀ ਪੜ੍ਹ ਰਹੇ ਹਾਂ ਤਾਂ ਆਪਾਂ ਲਗਾਤਾਰ ਪੜ੍ਹਦੇ ਜਾਂਦੇ ਹਾਂ, ਪਰ ਜਦੋਂ ਵੀ ਆਪਾਂ ਕੰਪਿਊਟਰ ਦੀ ਹਿਸਟਰੀ ਪੜ੍ਹਦੇ ਹਾਂ ਤਾਂ ਆਪਾਂ ਇੱਕ ਲੈਵਲ ਤੱਕ ਬਿਫੋਰ ਫਸਟ ਜਨਰੇਸ਼ਨ ਕੰਪਿਊਟਰਸ ਨੂੰ ਡਿਵਾਈਡ ਕਰਦੇ ਹਾਂ। ਉਸ ਤੋਂ ਬਾਅਦ ਆਪਾਂ 1946 ਵਾਲਾ ਜਿਹੜਾ ਸਮਾਂ ਹੈ, ਉਸ ਤੋਂ ਬਾਅਦ ਜਿਹੜੇ ਕੰਪਿਊਟਰ ਆਏ, ਇਹਨਾਂ ਨੂੰ ਆਪਾਂ ਜਨਰੇਸ਼ਨਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਜਨਰੇਸ਼ਨ ਇਹਨਾਂ ਦੀ ਡਿਵੈਲਪਮੈਂਟ ਦੇ ਆਧਾਰ ਤੇ ਹੈ, ਡਿਵੈਲਪਮੈਂਟ ਵੀ ਟੈਕਨੋਲੋਜੀ ਦੀ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਪਹਿਲਾਂ ਵਾਲੇ ਜਿਹੜੇ ਕੰਪਿਊਟਰ ਸੀ ਉਹ ਜ਼ਿਆਦਾ ਹੈਂਡੀ ਨਹੀਂ ਸੀ, ਬਹੁਤ ਵੱਡੇ ਸੀ, ਤੇ ਉੱਥੇ ਟੈਕਨੋਲੋਜੀ ਦੀ ਕਮੀ ਸੀ ਕਿਤੇ ਨਾ ਕਿਤੇ। ਹੁਣ ਜਿਹੜੇ 1946 ਤੋਂ ਬਾਅਦ ਵਾਲੇ ਕੰਪਿਊਟਰ ਆ ਗਏ, ਇਹਨਾਂ ਦਾ ਮੇਨ ਪਰਪਸ ਸੀ ਕਿ ਜੋ ਕਰੰਟ ਡਿਮਾਂਡ ਹੈ, ਆਪਣਾ ਚੇਂਜਿੰਗ ਇਨਵਾਇਰਨਮੈਂਟ ਹੈ, ਮਾਡਰਨ ਜਿਹੜਾ ਐਰਾ ਆ ਗਿਆ, ਉਹਦੇ ਅਨੁਸਾਰ ਕੰਮ ਦੇਣਾ। ਸੋ ਇਹਦੇ ਲਈ ਆਪਾਂ
1946 ਤੋਂ ਜਿਹੜੇ 1959 ਤੱਕ ਦੇ ਕੰਪਿਊਟਰ ਨੇ ਜਿਨ੍ਹਾਂ ਵਿੱਚ ਵੈਕਿਊਮ ਟਿਊਬਸ ਵਾਲੀ ਟੈਕਨੋਲੋਜੀ ਵਰਤੀ ਜਾਂਦੀ ਸੀ। ਟੈਕਨੋਲੋਜੀ ਪੇਪਰ ਲਈ ਬਹੁਤ ਇੰਪੋਰਟੈਂਟ ਹੈ। ਸੋ ਇਹ ਪਹਿਲੇ ਜਨਰੇਸ਼ਨ ਦੇ ਨੇ। ਦੂਜੀ ਜਨਰੇਸ਼ਨ ਦੇ ਨੇ 59 ਤੋਂ ਲੈ ਕੇ 65 ਤੱਕ ਦੇ ਟ੍ਰਾਂਜ਼ਿਸਟਰ ਬੇਸਡ ਨੇ। ਤੀਜੀ ਦੇ ਵਿੱਚ ਇੰਟੀਗ੍ਰੇਟਡ ਸਰਕਟ ਯੂਜ਼ ਕਰ ਲਿਆ ਸੀ। ਚੌਥੀ ਵਿੱਚ ਮਾਈਕਰੋ ਪ੍ਰੋਸੈਸਰ ਦੀ ਵਰਤੋਂ ਹੋਣੀ ਸਟਾਰਟ ਹੋ ਗਈ ਸੀ। ਤੇ ਜਿਹੜੇ ਪੰਜਵੇਂ ਨੇ ਆਪਣੇ ਅੱਜ ਦੇ ਜ਼ਮਾਨੇ ਦੇ ਨੇ, ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨਾਲ ULSI ਇਹ ਚੀਜ਼ਾਂ ਦੀ ਵਰਤੋਂ ਸਟਾਰਟ ਕਰਤੀ ਸੀ। ਸੋ ULI ਮਾਈਕਰੋ ਪ੍ਰੋਸੈਸਰ ਦੀ। ਸੋ ਇਹ ਜਿਹੜਾ ਡਿਫਰੈਂਸ ਹੈ ਇਹ ਤੁਸੀਂ ਯਾਦ ਰੱਖਣਾ ਹੈ। ਤੇ ਮੈਂ ਰਿਪੀਟ ਕਰ ਰਹੀ ਹਾਂ, ਮੇਨ ਪੇਪਰ ਲਈ ਤੁਹਾਨੂੰ ਸਿੱਧਾ ਸਿੱਧਾ ਕੁਐਸਚਨ ਆਊਗਾ ਕਿ ਕਿਹੜੀ ਜਨਰੇਸ਼ਨ ਜਾਂ ਫਿਰ ਕਿਹੜੇ ਪੀਰੀਅਡ ਦੇ ਕੰਪਿਊਟਰ ਸੀ ਜਿਨ੍ਹਾਂ ਦੇ ਵਿੱਚ ਇੰਟੀਗ੍ਰੇਟਡ ਸਰਕਟ ਦੀ ਵਰਤੋਂ ਹੋਣੀ ਸਟਾਰਟ ਹੋ ਗਈ ਸੀ। ਉਸ ਤੋਂ ਬਾਅਦ ਆਉਂਦੀ ਹੈ ਕਲਾਸੀਫਿਕੇਸ਼ਨ। ਹੁਣ ਜਿਹੜੇ ਕੰਪਿਊਟਰ ਨੇ ਇਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਦੇ ਆਧਾਰ ਉੱਤੇ ਵੰਡਿਆ ਗਿਆ। ਜੇ ਆਪਾਂ ਟਾਈਪ ਦੀ ਗੱਲ ਕਰੀਏ ਤਾਂ ਤਿੰਨ ਤਰੀਕੇ ਦੇ ਨੇ। ਐਨਾਲੌਗ, ਹੱਥੀ ਚਲਾਉਣ ਵਾਲੇ, ਹੱਥੀ ਕੰਮ ਕਰਨ ਵਾਲੇ। ਡਿਜੀਟਲ, ਇੱਕ ਹੁੰਦੇ ਨੇ ਹਾਈਬ੍ਰਿਡ ਜਿਹੜੇ ਇਹਨਾਂ ਦੋਨਾਂ ਦਾ ਮਿਕਸਚਰ ਨੇ। ਸਾਈਜ਼ ਦੇ ਅਕੋਰਡਿੰਗ ਮਾਈਕਰੋ ਸਭ ਤੋਂ ਛੋਟੇ, ਮਿਨੀ, ਮੇਨ ਫਰੇਮ, ਸੁਪਰ ਕੰਪਿਊਟਰ। ਸੁਪਰ ਕੰਪਿਊਟਰ ਜੋ ਕਰੰਟ ਅਫੇਅਰ ਬੇਸਡ ਨੇ। ਇਹ ਚੀਜ਼ਾਂ ਤੁਸੀਂ ਨਾਲ ਨਾਲ ਨੋਟ ਕਰਦੇ ਰਹਿਣਾ ਕਿ ਤੁਸੀਂ ਮੇਨ ਕੀ ਪੜ੍ਹ ਕੇ ਜਾਣਾ। ਉਹ ਪੇਪਰ ਲਈ ਤੁਹਾਨੂੰ ਨਾਮ ਜ਼ਰੂਰ ਪਤਾ ਹੋਣੇ ਚਾਹੀਦੇ ਨੇ। ਪਰਪਸ ਦੇ ਆਧਾਰ ਤੇ ਦੋ ਤਰੀਕੇ ਦੇ ਨੇ। ਇੱਕ ਤਾਂ ਜਨਰਲ, ਇੱਕ ਹੁੰਦੇ ਜਿਵੇਂ ਕੋਈ ਸਪੈਸ਼ਲ ਪਰਪਸ ਲਈ ਹੁੰਦੇ ਨੇ, ਜਿਵੇਂ ਨਾਸਾ, ਇਸਰੋ, ਇਹ ਜਿਹੜੇ ਸਾਇੰਟਿਫਿਕ ਪਰਪਸ ਦੇ ਲਈ ਯੂਜ਼ ਕੀਤੇ ਜਾਂਦੇ ਨੇ, ਉਹਨਾਂ ਦਾ ਸੈਟਅਪ ਅਲੱਗ ਹੁੰਦਾ। ਸੋ ਹੁਣ ਆਪਾਂ ਸੁਪਰ ਕੰਪਿਊਟਰ ਨੂੰ ਲੈ ਕੇ ਤਿੰਨ ਚਾਰ ਇੰਪੋਰਟੈਂਟ ਫੈਕਟ ਵੀ ਰਿਵਾਈਜ਼ ਕਰ ਲੈਂਦੇ ਆ। ਪਹਿਲਾ ਸਕਸੈਸਫੁਲ ਸੁਪਰ ਕੰਪਿਊਟਰ ਸੀ CDC 6600। ਫਾਸਟੈਸਟ ਸੁਪਰ ਕੰਪਿਊਟਰ ਹੈ ਪੂਰੀ ਦੁਨੀਆ ਦਾ ਸਨਵੇ ਟਾਇਓਲਾਈਟ ਆਫ ਚਾਈਨਾ। ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਵੈਰੀ ਵੈਰੀ ਇੰਪੋਰਟੈਂਟ ਫॉर एग्जाम ਪਰਮ 8000। ਭਾਰਤ ਦਾ ਫਾਸਟੈਸਟ ਸ਼ਸਤਰਾ T, ਇਹਨੂੰ ਮੈਨੂਫੈਕਚਰ ਕੀਤਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਨੇ। ਤੇ ਜਿਹੜਾ ਪਹਿਲਾ ਸੀ ਭਾਰਤ ਦਾ ਉਹਨੂੰ ਡਿਵੈਲਪ ਕੀਤਾ ਸੀ CDEC ਪੁਣੇ ਨੇ 1998 ਚ। ਸੋ ਨੈਕਸਟ ਆਪਾਂ ਦੇਖਾਂਗੇ ਕਿ ਮੇਨ ਕੰਮ ਕੀ ਹੈ ਕੰਪਿਊਟਰ ਦੇ ਅੰਦਰ, ਮੇਨ ਆਪਰੇਸ਼ਨਸ ਕੀ ਹੁੰਦੇ ਨੇ। ਸੋ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ 5 ਮੇਨ ਆਪਰੇਸ਼ਨਸ ਨੇ। ਸਭ ਤੋਂ ਪਹਿਲਾਂ ਜਿਹੜਾ ਕੰਪਿਊਟਰ ਹੈ, ਜੋ ਵੀ ਆਪਾਂ ਡੇਟਾ ਐਂਟਰ ਕਰਦੇ ਹਾਂ, ਸੋ ਉਹਨੂੰ ਲੈਂਦਾ ਇੰਸਟਰਕਸ਼ਨਸ ਨੂੰ ਲੈਂਦਾ, ਜਿਹਨੂੰ ਆਪਾਂ ਕਹਿੰਦੇ ਆ ਇਨਪੁਟ, ਟੇਕ ਇਨਪੁਟ। ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਨੂੰ, ਉਸ ਡੇਟਾ ਨੂੰ ਉਹ ਆਪਣੇ ਅੰਦਰ ਦੇ ਪ੍ਰੋਸੈਸਰ ਦੇ ਅਨੁਸਾਰ ਇੰਟਰਪ੍ਰੇਟ ਕਰਦਾ, ਉਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਦਾ, ਉਹਨੂੰ ਉਸ ਤੋਂ ਬਾਅਦ ਆਉਟਪੁੱਟ ਦੇ ਜ਼ਰੀਏ ਆਪਣੇ ਕੋਲ ਬਾਹਰ ਕੱਢਦਾ। ਸੋ ਇਹ ਆਉਟਪੁੱਟ ਹੈ ਜਿਹੜਾ ਇਹ ਆਪਾਂ ਨੂੰ ਅਲੱਗ-ਅਲੱਗ ਵਿਜ਼ੂਅਲ ਡਿਸਪਲੇ ਸਕਰੀਨ ਦੇ ਉੱਤੇ ਦਿਖ ਜਾਂਦਾ। ਜਿਹੜਾ ਆਪਾਂ ਰਿਜ਼ਲਟ ਦਿਖਦਾ, ਜਿਵੇਂ ਆਪਾਂ ਕੋਈ ਵੀ ਵੈਬਸਾਈਟ ਸਰਚ ਕਰਦੇ ਆ, ਕੋਈ ਇਨਫੋਰਮੇਸ਼ਨ ਸਰਚ ਕਰਦੇ ਆ, ਉਹਦੀ ਆਪਾਂ ਨੂੰ ਰਿਜ਼ਲਟ ਆਉਟਪੁੱਟ ਕਿੱਥੇ ਦਿਖਦਾ? ਸਕਰੀਨ ਤੇ। ਕਈ ਵਾਰੀ ਆਪਾਂ ਆਉਟਪੁੱਟ ਨੂੰ ਬਾਹਰ ਕੱਢਣਾ ਚਾਹੁੰਦੇ ਆ, ਸੋ ਉਹਦੇ ਲਈ ਆਪਾਂ ਪ੍ਰਿੰਟ ਕੱਢ ਲੈਂਦੇ ਆ। ਇੱਕ ਹੋਰ ਇੰਪੋਰਟੈਂਟ ਚੀਜ਼, ਸਟੋਰੇਜ ਤੇ ਕੰਟਰੋਲਿੰਗ। ਕੰਪਿਊਟਰ ਕੀ ਕਰਦਾ ਹੈ, ਇਹ ਡੇਟਾ ਨੂੰ, ਇੰਸਟਰਕਸ਼ਨਸ ਨੂੰ, ਜਿਹਨੂੰ ਆਪਾਂ ਚਾਹੁੰਦੇ ਹਾਂ ਕਿ ਕੰਪਿਊਟਰ ਦੇ ਅੰਦਰ ਸਟੋਰਡ ਰਹਿਣ। ਸੋ ਕੁਝ ਇਹੋ ਜਿਹੀਆਂ ਮੈਮਰੀਜ਼ ਹੁੰਦੀਆਂ ਨੇ ਕੰਪਿਊਟਰ ਦੇ ਅੰਦਰ, ਇਹੋ ਜਿਹੇ ਸੌਫਟਵੇਅਰ ਨੇ, ਇਹੋ ਜਿਹਾ ਪ੍ਰੋਸੈਸਰ ਹੈ ਜਿਹੜਾ ਆਪਣੇ ਕੋਲ ਜਾਣਕਾਰੀ ਨੂੰ ਸਟੋਰ ਕਰਕੇ ਰੱਖ ਲੈਂਦਾ। ਚਾਹੇ ਆਪਾਂ ਪਰਮਾਨੈਂਟ ਸਟੋਰ ਕਰਵਾਉਣਾ ਚਾਹੁੰਦੇ ਹਾਂ, ਜੇ ਟੈਂਪਰੇਰੀ ਕਰਵਾਉਣਾ ਚਾਹੁੰਦੇ ਹਾਂ ਤਾਂ ਟੈਂਪਰੇਰੀ ਜਗ੍ਹਾ ਤੇ ਚਲੇ ਜਾਂਦੀ ਹੈ। ਤੇ ਨਾਲ ਹੀ ਜਿਹੜਾ ਕੰਪਿਊਟਰ ਹੈ, ਜਿਵੇਂ ਜਿਵੇਂ ਆਪਾਂ ਚਾਹੁੰਦੇ ਹਾਂ ਉਸ ਤਰੀਕੇ ਦੇ ਨਾਲ ਕੰਟਰੋਲ ਕਰਕੇ ਆਪਣੀ ਇਨਫੋਰਮੇਸ਼ਨ ਨੂੰ ਬਾਹਰ ਕੱਢਦਾ ਹੈ। ਇਹ ਨਹੀਂ ਕਿ ਮੈਂ ਮੰਨ ਲਓ ਕੋਈ ਸਵੇਰੇ ਕੰਪਿਊਟਰ ਤੋਂ ਕੋਈ ਚੀਜ਼ ਕੱਢਣੀ ਸੀ, ਉਹ ਮੈਨੂੰ ਰਾਤ ਨੂੰ ਮਿਲ ਰਹੀ ਹੈ, ਪਰਸੋਂ ਵਾਲੀ ਮੈਨੂੰ ਅੱਜ ਮਿਲ ਰਹੀ ਹੈ। ਜਿਸ ਟਾਈਮ ਯੂਜ਼ਰ ਜੋ ਇਨਪੁਟ ਦਿੰਦਾ, ਕੰਪਿਊਟਰ ਦਾ ਕੰਟਰੋਲਿੰਗ ਸਿਸਟਮ ਹੈ ਜਿਹੜਾ ਉਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਨੂੰ ਲੈ ਕੇ ਟਾਈਮਲੀ ਆਪਾਂ ਨੂੰ ਸਹੀ ਆਉਟਪੁੱਟ ਕੱਢ ਕੇ ਦਿੰਦਾ ਹੈ। ਇਹ ਹੈ ਸਿੰਪਲ ਜਿਹਾ ਕੰਪਿਊਟਰ ਦਾ ਕੰਮ, ਕੰਪਿਊਟਰ ਦੇ 5 ਆਪਰੇਸ਼ਨ। ਕੰਪਿਊਟਰ ਦੇ ਦੋ ਪਾਰਟਸ ਨੇ, ਹਾਰਡਵੇਅਰ ਤੇ ਸੌਫਟਵੇਅਰ। ਜਿਹੜਾ ਹਾਰਡਵੇਅਰ ਹੈ ਉਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਸੋ ਬੇਸਿਕ ਹਾਰਡਵੇਅਰ ਦੇ ਵਿੱਚ ਕੀ ਆਉਂਦਾ, ਇਹ ਸਾਰੇ ਐਗਜ਼ਾਮਪਲਸ ਨੇ। ਮਦਰਬੋਰਡ ਹੋ ਗਿਆ, ਮਾਈਕਰੋ ਪ੍ਰੋਸੈਸਰ, ਦੈਨ ਕੰਪਿਊਟਰ ਮੈਮਰੀ ਹੈ ਜਿਹੜੀ, ਇਹ ਸਾਰੀਆਂ ਚੀਜ਼ਾਂ ਨੇ ਉਹਦੀਆਂ ਅੰਦਰ ਵਾਲੀਆਂ ਚੀਜ਼ਾਂ, ਜਿਹੜੀਆਂ ਕੁਝ ਹਾਰਡਵੇਅਰਸ ਦੇ ਅੰਦਰ ਕੰਮ ਕਰਦੀਆਂ ਨੇ। CD ਡਰਾਈਵ ਹੋ ਗਏ, ਹਾਰਡ ਡਿਸਕ ਡਰਾਈਵ ਹੋ ਗਿਆ, ਫਲੋਪੀ, ਵੀਡੀਓ ਕਾਰਡ, ਮੋਨੀਟਰ, ਮੋਡਮ, ਦੈਨ ਕੀਬੋਰਡ ਹੋ ਗਿਆ। ਕੁਝ ਹੋਰ ਕੰਪਿਊਟਰ ਦੀ ਐਕਸੈਸਰੀਜ਼ ਹੁੰਦੀਆਂ ਨੇ ਜਿਹੜੇ ਆਪਾਂ ਬਾਹਰ ਤੋਂ ਜੋੜਦੇ ਆ, ਪ੍ਰਿੰਟਰ ਹੋ ਗਿਆ, ਸਕੈਨਰ ਹੋ ਗਿਆ, UPS, ਸਪੀਕਰ। ਸੋ ਇਹ ਸਾਰੀਆਂ ਚੀਜ਼ਾਂ ਕੀ ਨੇ, ਇਹ ਕੰਪਿਊਟਰ ਦੇ ਹਾਰਡਵੇਅਰਸ ਨੇ। ਇਹ ਸਾਰੀਆਂ ਤੁਸੀਂ ਉਹਦੇ ਫੋਟੋ ਵਿੱਚ ਦੇਖ ਸਕਦੇ ਹੋ। ਔਰ ਇੱਕ ਇੰਪੋਰਟੈਂਟ ਚੀਜ਼ ਤੁਸੀਂ ਸਮਝਣੀ ਹੈ, ਜਿਹੜਾ ਮਦਰਬੋਰਡ ਹੈ,
ਮਦਰਬੋਰਡ ਇੱਕ ਸਿੰਗਲ ਪਲੇਟਫਾਰਮ ਹੈ ਜਿਹੜਾ ਕੰਪਿਊਟਰ ਦੇ ਬਾਕੀ ਪਾਰਟਸ ਨੂੰ ਆਪਣੇ ਨਾਲ ਜੋੜਦਾ ਹੈ। CPU ਹੋ ਗਿਆ, ਮੈਮਰੀ, ਹਾਰਡ ਡਰਾਈਵ ਹੋ ਗਈ, ਕੋਈ ਆਪਟੀਕਲ ਡਰਾਈਵ ਹੋ ਗਈ, ਦੈਨ ਕੋਈ ਵੀ ਹੋਰ ਵੀਡੀਓ ਕਾਰਡ ਹੈ, ਸਾਊਂਡ ਕਾਰਡ ਹੈ, ਕੋਈ ਹੋਰ ਪੋਰਟਸ ਨੇ, ਕੇਬਲਸ ਦੇ ਜ਼ਰੀਏ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਜੋੜਦਾ। ਸੋ ਇਹਦੇ ਉੱਤੇ ਵੀ ਬਹੁਤ ਵਾਰੀ ਕੁਐਸਚਨ ਆਉਂਦੇ ਨੇ। ਹੁਣ ਆ ਗਈ ਗੱਲ ਸੌਫਟਵੇਅਰ ਦੀ। ਸੌਫਟਵੇਅਰ ਕੰਪਿਊਟਰ ਦਾ ਉਹ ਹਿੱਸਾ ਹੈ ਜਿਹਨੂੰ ਆਪਾਂ ਦੇਖ ਨਹੀਂ ਸਕਦੇ, ਸਿਰਫ ਆਪਣੇ ਕੋਲ ਉਹ ਕੰਪਿਊਟਰ ਦੇ ਅੰਦਰਲੇ ਜੋ ਕੰਮ ਨੇ ਉਹ ਕੰਮ ਕਰਕੇ ਦਿੰਦੇ ਆ। ਸੌਫਟਵੇਅਰ ਦੋ ਤਰ੍ਹਾਂ ਦੇ ਨੇ, ਇਹ ਇੰਪੋਰਟੈਂਟ ਫਰਕ ਯਾਦ ਰੱਖਣਾ ਹੈ। ਇੱਕ ਹੁੰਦੇ ਨੇ ਸਿਸਟਮ, ਇੱਕ ਨੇ ਐਪਲੀਕੇਸ਼ਨ। ਜਿਹੜੇ ਸਿਸਟਮ ਸੌਫਟਵੇਅਰ ਨੇ ਕੰਪਿਊਟਰ ਦੇ ਅੰਦਰਲੇ ਸਿਸਟਮ ਨੂੰ ਚਲਾਉਂਦੇ ਨੇ। ਜਿਵੇਂ ਵੀ ਆਪਾਂ ਪਾਵਰ ਔਨ ਕੀਤੀ ਕੰਪਿਊਟਰ ਦੀ, ਜਦੋਂ ਕੰਪਿਊਟਰ ਸਟਾਰਟ ਹੋ ਗਿਆ ਉਹਦੇ ਸਿਸਟਮ ਸੌਫਟਵੇਅਰ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ। ਸਿਸਟਮ ਸੌਫਟਵੇਅਰ ਡਿਸਾਈਡ ਕਰਦਾ ਹੈ ਕਿ ਬਾਕੀ ਜਿਹੜੇ ਹਾਰਡਵੇਅਰਸ ਨੇ ਉਹ ਕਿਵੇਂ ਕੰਮ ਕਰਨਗੇ। ਸੋ ਹਰ ਜਿਹੜਾ ਸਿਸਟਮ ਸੌਫਟਵੇਅਰ ਹੈ ਉਹਦੇ ਅੰਦਰ ਅਲੱਗ-ਅਲੱਗ ਤਰੀਕੇ ਦੇ ਹੁੰਦੇ ਨੇ ਚੀਜ਼ਾਂ, ਜਿਵੇਂ ਆਪਰੇਟਿੰਗ ਸਿਸਟਮ ਹੋ ਗਿਆ, ਇਹ ਸਿਸਟਮ ਸੌਫਟਵੇਅਰ ਦਾ ਹਿੱਸਾ ਹੈ। यूटिलिटी प्रोग्राम हो गए, कोई डिवाइस ड्राइवर हो गया, लैंग्वेज ट्रांसलेटर हो गए, ये सारी चीज़ां सिस्टम सॉफ्टवेयर दे अंदर आउंदियां ने। बाकी कुछ एडिशनल चीज़ां भी ने, जिवें असैंबलर, वो असैंबली लैंग्वेज नू मशीन लैंग्वेज बदलदा, कंपाइलर हो गया, एक हाई लैवल लैंग्वेज नू लो लैवल लैंग्वेज दे विच कन्वर्ट करदा है, इंटरप्रेटर हो गया, ये भी हाई लैवल लैंग्वेज नू लो लैवल लैंग्वेज दे विच इंटरप्रेट करके ट्रांसलेट करके आपां नू रिजल्ट दिंदा है। सो ये सारियां चीज़ां ने जो कंप्यूटर दे सिस्टम दे अंदर चलण वाले सॉफ्टवेयर ने। फिर आ जांदे ने एप्लीकेशन सॉफ्टवेयर, ये ਉਹ ऐप ने जिवें आपां सिंपल भाषा च मोबाइल विच भी आपां इंस्टॉल करदे आ, ऐप बोल दिंदे आपां जिन्हां नू, जो आपां यूजर अपनी मर्जी दे अकॉर्डिंग किसी कंप्यूटर डिवाइस दे विच इंस्टॉल करदे आ। सो ਜਦੋਂ ਆਪਾਂ ਨੇ ਕੋਈ ਪਾਰਟਿਕੂਲਰ ਆਪਣਾ ਕੰਮ ਲੈਣਾ ਹੋਵੇ, ਜਿਵੇਂ ਕੋਈ ਐਡੋਬੀ ਫੋਟੋਸ਼ਾਪ ਹੋ ਗਿਆ, ਮਾਈਕਰੋਸਾਫਟ ਆਫਿਸ ਹੋ ਗਿਆ, ਜਾਂ ਕੋਈ ਵੀ ਹੋਰ ਸੌਫਟਵੇਅਰ ਹੈ, ਕੋਈ ਤੁਸੀਂ WhatsApp ਇੰਸਟਾਲ ਕਰ ਰਹੇ ਹੋ, ਸੋ ਇਹ ਸਾਰੇ ਨੇ ਐਪਲੀਕੇਸ਼ਨ ਸੌਫਟਵੇਅਰ। ਸੋ ਇਹ ਪਹਿਲਾਂ ਤਾਂ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਉਸ ਤੋਂ ਬਾਅਦ ਹੁਣ ਆਪਾਂ ਥੋੜੀ ਜਿਹੀ ਮੈਂ ਤੁਹਾਨੂੰ ਇਹਨਾਂ ਚੋਂ ਇੰਪੋਰਟੈਂਟ ਚੀਜ਼ਾਂ ਦੇ ਕੁਝ ਫੀਚਰ ਦੱਸ ਦਿੰਦੀ ਹਾਂ ਜਿਨ੍ਹਾਂ ਉੱਤੇ ਪੇਪਰ 'ਚ ਕੁਐਸਚਨ ਆਉਂਦੇ ਨੇ। ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਕੰਪਿਊਟਰ ਮੈਮਰੀ ਬਾਰੇ। ਕੰਪਿਊਟਰ ਮੈਮਰੀ, ਜਿਹੜੀ ਕੰਪਿਊਟਰ ਮੈਮਰੀ ਹੈ ਇਹ ਇੰਟਰਨਲ ਸਟੋਰੇਜ ਮੀਡੀਆ ਹੈ ਕੰਪਿਊਟਰ ਦਾ, ਜਿਹਦੇ ਵਿੱਚ ਅਲੱਗ-ਅਲੱਗ ਤਰੀਕੇ ਦੀ ਜਾਣਕਾਰੀ ਸਟੋਰ ਹੁੰਦੀ ਹੈ। ਦੋ ਤਰੀਕੇ ਦੀ ਮੈਮਰੀ ਆਪਾਂ ਮੇਨਲੀ ਪੜ੍ਹਦੇ ਹਾਂ। ਵੈਸੇ ਜਿਹੜੀ ਮੈਮਰੀ ਹੈ ਉਹ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡਡ ਹੈ, ਇਹ ਤੁਸੀਂ ਦੇਖ ਸਕਦੇ ਹੋ, ਪਰ ਆਪਾਂ ਮੇਨਲੀ ਦੋ ਤਰੀਕੇ ਦੀ ਮੈਮਰੀ ਪੜ੍ਹਦੇ ਹਾਂ। ਇੱਕ ਹੁੰਦੀ ਹੈ ਪ੍ਰਾਇਮਰੀ ਮੈਮਰੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੇਨ ਮੈਮਰੀ। ਸੋ ਪ੍ਰਾਇਮਰੀ ਨੂੰ ਹੀ ਮੇਨ ਕਿਹਾ ਜਾਂਦਾ ਹੈ। ਇੱਕ ਹੁੰਦੀ ਹੈ ਸੈਕੰਡਰੀ। ਜਿਹੜੇ ਰੈਮ ਤੇ ਰੋਮ ਨੇ ਦੋਨੋਂ ਪ੍ਰਾਇਮਰੀ ਮੇਨ ਮੈਮਰੀ ਦਾ ਹਿੱਸਾ ਨੇ। ਰੈਮ ਰੋਮ ਮੇਨ ਮੈਮਰੀ ਦਾ ਹਿੱਸਾ ਨੇ, ਪ੍ਰਾਇਮਰੀ ਮੈਮਰੀ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਪ੍ਰਾਇਮਰੀ ਮੈਮਰੀ ਦੇ ਵਿੱਚ ਜਿਹੜੀ ਰੈਮ ਹੈ ਤੇ ਰੋਮ ਹੈ, ਇਹਦਾ ਇੱਕ ਬੇਸਿਕ ਡਿਫਰੈਂਸ ਤੁਸੀਂ ਯਾਦ ਰੱਖੋ, ਜੋ ਪੇਪਰ 'ਚ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਬਣ ਕੇ ਵੀ ਆ ਸਕਦਾ ਹੈ। ਰੈਮ ਹੈ ਜਿਹੜੀ, ਇਹ ਹੁੰਦੀ ਹੈ ਵੋਲੇਟਾਈਲ ਮੈਮਰੀ, ਰੋਮ ਹੈ ਨॉन ਵੋਲੇਟਾਈਲ। ਵੋਲੇਟਾਈਲ ਨॉन ਵੋਲੇਟਾਈਲ ਇਹ ਦੋ ਇਹੋ ਜਿਹੇ ਵਰਡਸ ਨੇ ਜਿਨ੍ਹਾਂ ਦਾ ਬੇਸਿਕ ਮੀਨਿੰਗ ਜੇ ਤੁਹਾਨੂੰ ਪਤਾ ਹੈ ਤਾਂ ਤੁਹਾਡੇ ਕਾਫੀ ਸਾਰੇ ਸਟੇਟਮੈਂਟ ਬੇਸਡ ਕੁਐਸਚਨ ਸੌਖੇ ਹੋ ਜਾਣਗੇ ਸੋਲਵ ਕਰਨੇ। ਵੋਲੇਟਾਈਲ ਦਾ ਮਤਲਬ ਹੈ ਟੈਂਪਰੇਰੀ, ਆਰਜੀ ਤੌਰ ਤੇ ਕੁਝ ਸਮੇਂ ਦੇ ਲਈ ਆਪਣੇ ਕੋਲ ਜਾਣਕਾਰੀ ਡੇਟਾ ਸਟੋਰ ਕਰਨ ਵਾਲੀ ਮੈਮਰੀ। ਸੋ ਉਹ ਹੋਗੀ ਰੈਮ, ਜਿਹਨੂੰ ਆਪਾਂ ਕਹਿੰਦੇ ਆ ਰੈਂਡਮ ਐਕਸੈਸ ਮੈਮਰੀ। ਰੋਮ ਹੋਗੀ ਜਿਹੜੀ ਦੂਜੇ ਪਾਸੇ, ਉਹ ਜਿਹੜੀ ਹੈ ਰੀਡ ਓਨਲੀ ਮੈਮਰੀ, ਉਹ ਹੈ ਨॉन ਵੋਲੇਟਾਈਲ, ਮਤਲਬ ਉਹ ਉੜਦੀ ਨਹੀਂ, ਕਿਤੇ ਨਹੀਂ ਜਾਂਦੀ, ਚਾਹੇ ਤੁਸੀਂ ਕੰਪਿਊਟਰ ਸਵਿਚ ਆਫ ਕਰ ਦਿਓ ਉਹ ਉੱਥੇ ਦੀ ਉੱਥੇ ਹੀ ਰਹੂਗੀ। ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਹੁਣ ਜੇ ਆਪਾਂ ਵੈਸੇ ਗੱਲ ਕਰੀਏ ਤਾਂ ਦੋ ਤਰੀਕੇ ਦੀ ਜਿਹੜੀ ਇੰਟਰਨਲ, ਜਿਵੇਂ ਮੈਂ ਤੁਹਾਨੂੰ ਇਹ ਦੱਸੀ ਹੈ ਕੰਪਿਊਟਰ ਦੇ ਅੰਦਰ ਵਾਲੀ ਮੈਮਰੀ ਹੈ, ਇਹ ਇੰਟਰਨਲ ਮੈਮਰੀ ਹੈ। ਕੈਸ਼ ਜਿਹੜੀ ਮੇਨ ਮੈਮਰੀ ਹੁੰਦੀ ਹੈ, ਦੈਨ ਵਰਚੁਅਲ ਮੈਮਰੀ ਹੈ ਇੱਕ, ਰੈਮ ਰੋਮ ਇਹ ਦੋ ਇੰਟਰਨਲ ਮੈਮਰੀ ਦੇ ਹਿੱਸਾ ਨੇ ਤੇ ਦੋਨੋਂ ਪ੍ਰਾਇਮਰੀ ਮੇਨ ਮੈਮਰੀ ਚ ਆਉਂਦੇ ਨੇ। ਉਸ ਤੋਂ ਬਾਅਦ ਇਹਨਾਂ ਦੀ ਫਰਦਰ ਕਾਫੀ ਸਾਰੀਆਂ ਡਿਵੀਜ਼ਨਸ ਨੇ। ਐਕਸਟਰਨਲ ਮੈਮਰੀ ਜਿਹੜੀ ਬਾਹਰ ਵਾਲੀ, ਕੁਝ ਇਹੋ ਜਿਹੇ ਡਿਵਾਈਸ ਨੇ ਜਿਨ੍ਹਾਂ ਨੂੰ ਆਪਾਂ ਬਾਹਰੋਂ ਕੰਪਿਊਟਰ ਨਾਲ ਜੋੜ ਕੇ ਉਹਦੇ ਵਿੱਚ ਵੀ ਡੇਟਾ ਨੂੰ ਸਟੋਰ ਕਰ ਸਕਦੇ ਹਾਂ। ਸੋ ਜਿਵੇਂ ਆਪਟੀਕਲ ਹੋ ਗਈ, CD, DVD, ਮੈਗਨੇਟਿਕ ਹੋ ਗਈ, ਹਾਰਡ ਡਿਸਕ ਡਰਾਈਵ, ਸੋਲਿਡ ਸਟੇਟ ਦੀ ਹੋ ਗਈ, USB ਮੈਮਰੀ ਸਟਿਕ,
ਸੋਲਿਡ ਸਟੇਟ ਡਰਾਈਵ, ਇਹ ਇੰਪੋਰਟੈਂਟ ਐਗਜ਼ਾਮਪਲ ਆ ਐਜ਼ ਇਟ ਇਜ਼ ਤੁਸੀਂ ਯਾਦ ਰੱਖਣੀਆਂ ਨੇ ਪੇਪਰ ਦੇ ਲਈ। ਕੁਝ ਹੋਰ ਤਰ੍ਹਾਂ ਦੀ ਮੈਮਰੀ ਵੀ ਹੁੰਦੀਆਂ ਨੇ। ਰਜਿਸਟਰ ਮੈਮਰੀ, ਇਸ ਬਹੁਤ ਹੀ ਛੋਟੀ, ਸਭ ਤੋਂ ਛੋਟੀ ਰਜਿਸਟਰ ਮੈਮਰੀ ਨੂੰ ਕਿਹਾ ਜਾਂਦਾ ਹੈ ਸਮੋਲੈਸਟ, ਪਰ ਇਹ ਸਭ ਤੋਂ ਤੇਜ਼ ਮੈਮਰੀ ਵੀ ਹੈ। ਸਮੋਲੈਸਟ ਤੇ ਫਾਸਟੈਸਟ ਮੈਮਰੀ ਹੈ ਕੰਪਿਊਟਰ ਦੀ ਰਜਿਸਟਰ ਮੈਮਰੀ। ਹੁੰਦੀ ਕਿੱਥੇ ਹੈ? ਰਜਿਸਟਰ ਮੈਮਰੀ ਹੁੰਦੀ ਹੈ CPU ਵਿੱਚ, ਰਜਿਸਟਰਸ ਦੀ ਫਾਰਮ ਵਿੱਚ। ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ, ਕੈਸ਼ ਮੈਮਰੀ, ਜਿਹੜੀ ਇਹ ਵਾਲੀ ਮੈਮਰੀ ਹੈ। ਕੈਸ਼ ਮੈਮਰੀ ਦਾ ਸਾਈਜ਼ ਛੋਟਾ ਹੈ ਪਰ ਇਹ ਮੇਨ ਮੈਮਰੀ ਨਾਲੋਂ ਤੇਜ਼ ਹੁੰਦੀ ਹੈ, ਫਾਸਟਰ ਹੁੰਦੀ ਹੈ ਇਸ ਮੈਮਰੀ ਨਾਲੋਂ। ਇਸ ਟਾਈਪ ਦੇ ਡਾਇਰੈਕਟਲੀ ਸਟੇਟਮੈਂਟ ਬੇਸਡ ਕੁਐਸਚਨ ਤੁਹਾਨੂੰ ਪੇਪਰ 'ਚ ਆ ਸਕਦੇ ਨੇ, ਸੋ ਇਹ ਤੁਸੀਂ ਯਾਦ ਰੱਖਣਾ ਹੈ। ਇੱਕ ਹੁੰਦੀ ਹੈ ਵਰਚੁਅਲ, ਇਹ ਵਾਲੀ ਮੈਮਰੀ। ਜਿਹੜੀ ਵਰਚੁਅਲ ਮੈਮਰੀ ਹੈ ਇੱਕ ਇਹੋ ਜਿਹਾ ਸਿਸਟਮ ਹੈ ਜਿੱਥੇ ਸਾਰੀ ਜਿੰਨੀ ਵੀ ਫਿਜ਼ੀਕਲ ਮੈਮਰੀ ਹੈ ਉਹਨੂੰ ਆਪਰੇਟਿੰਗ ਸਿਸਟਮ ਕੰਟਰੋਲ ਕਰਦਾ ਹੈ। ਜਦੋਂ ਵੀ ਕਦੇ ਕਿਸੇ ਪ੍ਰੋਗਰਾਮ ਨੂੰ ਮੈਮਰੀ ਦੀ ਲੋੜ ਹੁੰਦੀ ਹੈ ਤਾਂ ਇਹ ਵਰਚੁਅਲ ਮੈਮਰੀ ਰਿਕੁਐਸਟ ਕਰਦੀ ਹੈ ਆਪਰੇਟਿੰਗ ਸਿਸਟਮ ਨੂੰ ਕਿ ਇਹ ਵਾਲੀ ਚੀਜ਼, ਇਹ ਵਾਲਾ ਡੇਟਾ ਮੈਨੂੰ ਦੇ ਦਿਓ। ਸੋ ਇਸ ਟਾਈਪ ਨਾਲ ਅਲੱਗ-ਅਲੱਗ ਤਰੀਕੇ ਦੀਆਂ ਮੈਮਰੀਜ਼ ਨੇ। ਇੱਕ ਹੋਰ ਮੈਮਰੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਵਰਮ। ਸੋ ਵਰਮ ਕੀ ਹੈ? ਵਰਮ ਵਰਡ, ਇਹਦੀ ਫੁੱਲ ਫਾਰਮ ਪਹਿਲਾਂ ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। W ਦਾ ਮਤਲਬ ਹੈ ਰਾਈਟ, O ਦਾ ਮਤਲਬ ਹੈ ਵਨਸ, R ਦਾ ਮਤਲਬ ਹੈ ਰੀਡ, M ਦਾ ਮਤਲਬ ਹੈ ਮੈਨੀ। ਇੱਕ ਇਹੋ ਜਿਹੀ ਡੇਟਾ ਸਟੋਰੇਜ ਟੈਕਨੋਲੋਜੀ ਹੈ। ਵਰਮ ਇੱਕ ਟੈਕਨੀਕ ਹੈ ਜਿਹਦੇ ਨਾਲ ਜੋ ਅਲਾਉ ਕਰਦੀ ਹੈ ਡੇਟਾ ਨੂੰ ਕਿ ਉਹ ਸਟੋਰੇਜ ਮੀਡੀਅਮ ਤੋਂ ਰਿਟਨ ਫਾਰਮ ਦੇ ਵਿੱਚ ਇੱਕ ਸਿੰਗਲ ਟਾਈਮ ਦੇ ਵਿੱਚ ਆਪਣੇ ਕੋਲ ਆ ਜਾਵੇ, ਬਿਨਾਂ ਡੇਟਾ ਖਰਾਬ ਹੋਏ, ਬਿਨਾਂ ਇਰੇਜ਼ ਕੀਤੇ, ਬਿਨਾਂ ਮੋਡੀਫਾਈ ਕੀਤੇ ਆਪਾਂ ਡੇਟਾ ਨੂੰ ਇਸ ਟੈਕਨੀਕ ਦੇ ਨਾਲ ਸੇਫਲੀ ਸਟੋਰ ਕਰ ਸਕਦੇ ਹਾਂ। ਸੋ ਉਹ ਹੈ ਵਰਮ ਟੈਕਨੋਲੋਜੀ। ਸੋ ਬਾਕੀ ਜਿਹੜੇ ਮੈਂ ਤੁਹਾਨੂੰ ਪਿੱਛੇ ਹੋਰ ਦੱਸੇ ਸੀ ਡਿਵਾਈਸਿਸ, ਉਹਦੇ ਵਿੱਚੋਂ ਕਾਫੀ ਸਾਰੇ ਇਹ ਡਿਵਾਈਸਿਸ ਨੇ ਜਿਹੜੇ ਸੈਕੰਡਰੀ ਮੈਮਰੀ ਦੇ ਵਿੱਚ ਆਉਂਦੇ ਨੇ। ऑप्टिकल स्टोरेज डिवाइस हो गए, CD, DVD, ब्लू रे डिस्क होगी, देन मैग्नेटिक स्टोरेज डिवाइस हो गए, हार्ड डिस्क होगी, हार्ड ड्राइव होगी। देन एक और इंपॉर्टेंट चीज तुझे याद रखनी है, विंचेस्टर डिस्क। एक ही होती है विंचेस्टर डिस्क। एक डिस्क दा स्टैक है इकट्ठियां कीतियां होईयां एक जगह ते, जो आप एक स्टैक बना देने इकट्ठी तो ਉਹਨੂੰ ਹੀ ਨਾਮ ਦਿੱਤਾ ਗਿਆ ਹੈ। ਸੋ ਹਾਰਡ ਡਿਸਕ ਡਰਾਈਵ ਦਾ ਇਹ ਦੂਜਾ ਨਾਮ ਹੈ ਵਿੰਚੈਸਟਰ। ਬਸ ਜਿਹੜੀ ਇਹਦੀ ਸਟੋਰੇਜ ਦੀ ਕੋਈ ਅਲੱਗ-ਅਲੱਗ ਚੀਜ਼ਾਂ ਨੇ ਕਿ ਕਿੰਨੀ ਸਟੋਰੇਜ ਕੈਪੈਸਿਟੀ ਹੈ ਉਹਦੇ ਵਿੱਚ ਡਿਫਰੈਂਸ ਹੈ, ਇਹ ਬਸ ਤੁਸੀਂ ਇੰਨਾ ਫਰਕ ਯਾਦ ਰੱਖਣਾ ਹੈ। ਬਾਕੀ ਇਹ ਆਉਂਦੀ ਸੈਕੰਡਰੀ ਮੈਮਰੀ ਦੇ ਵਿੱਚ ਹੀ ਹੈ। ਇਹ ਇੰਪੋਰਟੈਂਟ ਫੀਚਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਟੀਕਲ ਡਿਸਕ ਆਲਰੇਡੀ ਮੈਂ ਤੁਹਾਨੂੰ ਦੱਸਤੀ, CD ਹੋ ਗਈ, DVD, ਫਲੋਪੀ ਡਿਸਕ ਹੈ। ਦੈਨ ਇੱਕ ਜ਼ਿਪ ਡਿਸਕ ਹੁੰਦੀ ਹੈ। ਜਿਹੜੀ ਜ਼ਿਪ ਡਿਸਕ ਹੈ ਇਹਦਾ ਸਾਈਜ਼ ਇੱਕ ਫਲੋਪੀ ਡਿਸਕ ਜਿੰਨਾ ਹੀ ਹੁੰਦਾ ਆਲਮੋਸਟ, ਪਰ ਥੋੜੀ ਜਿਹੀ ਫਲੋਪੀ ਨਾਲੋਂ ਥਿਕ ਹੁੰਦੀ ਹੈ। ਪਰ ਜਦੋਂ ਆਪਾਂ ਨੂੰ ਪਾਵਰ ਦੇ ਵਿੱਚ ਕੰਪੇਅਰ ਕਰੀਏ ਤਾਂ ਫਲੋਪੀ ਨਾਲੋਂ ਥੋੜੀ ਜ਼ਿਆਦਾ ਹੁੰਦੀ ਹੈ। ਹਾਈ ਕੰਸਟਰਕਸ਼ਨ ਟੋਲਰੈਂਸ ਹੈ, ਇਹਨੂੰ ਆਪਾਂ ਸੁਪਰ ਫਲੋਪੀ ਵੀ ਕਹਿ ਦਿੰਦੇ ਆ। ਉਸ ਤੋਂ ਬਾਅਦ ਇੱਕ ਹੁੰਦੀ ਹੈ ਮੈਗਨੇਟਿਕ ਟੇਪ, ਇਹਦੇ ਵਿੱਚ ਵੀ ਆਪਾਂ ਚੀਜ਼ਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ। ਇੱਕ ਹੋਰ ਮੈਮਰੀ ਹੈ ਫਲੈਸ਼ ਮੈਮਰੀ। ਫਲੈਸ਼ ਮੈਮਰੀ ਇੱਕ ਇਹੋ ਜਿਹੀ ਮੈਮਰੀ ਹੈ ਜਿਹੜੀ ਡੇਟਾ ਨੂੰ ਸਟੋਰ ਕਰਕੇ ਰੱਖਦੀ ਹੈ ਚਾਹੇ ਪਾਵਰ ਸਪਲਾਈ ਚਲੀ ਜਾਵੇ ਉਹਦੀ ਐਬਸੈਂਸ ਵਿੱਚ ਵੀ। ਤੇ ਇਸ ਟਾਈਪ ਦੀ ਮੈਮਰੀ ਨੂੰ ਵੱਡੀਆਂ ਜਿਹੜੀ ਆਰਗੇਨਾਈਜੇਸ਼ਨ ਨੇ, ਇੰਡਸਟਰੀਅਲ ਸੈਟਅਪ ਨੇ, ਇਹ ਬਹੁਤ ਜ਼ਿਆਦਾ ਯੂਜ਼ ਕਰਦੇ ਨੇ। ਅਗਲਾ ਜਿਹੜਾ ਇੰਪੋਰਟੈਂਟ ਟੌਪਿਕ ਹੈ ਉਹ ਹੈ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਦਾ ਮੀਨਿੰਗ ਕੀ ਹੁੰਦਾ ਹੈ? ਆਪਰੇਟਿੰਗ ਸਿਸਟਮ ਸਭ ਤੋਂ ਪਹਿਲੀ ਚੀਜ਼ ਤਾਂ ਸਿਸਟਮ ਸੌਫਟਵੇਅਰ ਦੀ ਕੈਟੇਗਰੀ ਚ ਆਉਂਦਾ। ਇਹ ਵਰਡਸ ਨੂੰ ਆਪਣੇ ਦਿਮਾਗ 'ਚ ਨਾਲ ਦੀ ਨਾਲ ਬਿਠਾਉਂਦੇ ਜਾਓ ਤੇ ਇਹ ਇੱਕ ਬ੍ਰਿਜ ਦੀ ਤਰ੍ਹਾਂ, ਇੱਕ ਪੁਲ ਦੀ ਤਰ੍ਹਾਂ, ਇੱਕ ਇੰਟਰਫੇਸ ਦੀ ਤਰ੍ਹਾਂ ਕੰਮ ਕਰਦਾ ਹੈ। ਕਿਹਦੇ ਵਿਚਕਾਰ? ਆਪਰੇਟਿੰਗ ਸਿਸਟਮ ਯੂਜ਼ਰ ਤੇ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਦੇ ਤੌਰ ਤੇ ਕੰਮ ਕਰਦਾ ਹੈ, ਮਦਦ ਕਰਦਾ ਹੈ ਯੂਜ਼ਰ ਹਾਰਡਵੇਅਰ ਤੱਕ ਸਹੀ ਆਪਣੀ ਜਾਣਕਾਰੀ ਪਹੁੰਚਾ ਸਕੇ, ਹਾਰਡਵੇਅਰ ਯੂਜ਼ਰ ਦੀ ਰਿਕੁਆਇਰਮੈਂਟ ਦੇ ਅਨੁਸਾਰ ਸਹੀ ਕੰਮ ਕਰ ਸਕੇ, ਉਸ ਚੀਜ਼ ਦਾ ਜ਼ਿੰਮਾ ਹੈ ਆਪਰੇਟਿੰਗ ਸਿਸਟਮ ਦੇ ਕੋਲ। ਸੋ ਮਾਡਰਨ ਆਪਰੇਟਿੰਗ ਸਿਸਟਮ ਯੂਜੂਅਲੀ ਫੀਚਰ ਕਰਦੇ ਨੇ ਗ੍ਰਾਫਿਕਲ ਯੂਜ਼ਰ ਇੰਟਰਫੇਸ। ਇੱਕ ਹੋਰ ਟਾਈਪ ਹੁੰਦਾ ਕਮਾਂਡ ਯੂਜ਼ਰ ਇੰਟਰਫੇਸ। ਅਲੱਗ-ਅਲੱਗ ਇੰਟਰਫੇਸਿਸ ਨੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਮੇਨ ਇਹਦੇ ਅੰਦਰ ਕੰਮ ਕੀ ਹੁੰਦਾ? ਡੇਟਾ ਨੂੰ ਪ੍ਰੋਸੈਸ ਕੀਤਾ ਜਾਂਦਾ,
ਮੈਮਰੀ ਨੂੰ ਮੈਨੇਜ ਕਰਦਾ ਆਪਰੇਟਿੰਗ ਸਿਸਟਮ, ਕਿਹੜੀ ਚੀਜ਼ ਮੇਨ ਮੈਮਰੀ ਚ ਪਾਉਣੀ ਹੈ, ਕਿਹੜੀ ਆਪਾਂ ਨੇ ਵਰਚੁਅਲ ਚ ਪਾਉਣੀ ਹੈ, ਸੈਕੰਡਰੀ ਚ ਪਾਉਣੀ ਹੈ, ਸਟੋਰੇਜ ਮੈਨੇਜਮੈਂਟ, then distributed system, case study। ਪ੍ਰੋਸੈਸ ਮੈਨੇਜਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਆਪਰੇਟਿੰਗ ਸਿਸਟਮ ਪ੍ਰੋਸੈਸ ਕਰਦਾ ਹੈ, ਜੋ ਵੀ ਜਾਣਕਾਰੀ ਆਉਂਦੀ ਹੈ ਉਹਨੂੰ ਸਹੀ ਰੈਲੇਵੈਂਟ ਇਨਫੋਰਮੇਸ਼ਨ ਡੇਟਾ ਦੇ ਵਿੱਚ as per command, as per instruction ਪ੍ਰੋਸੈਸ ਕਰਦਾ ਹੈ। ਉਸ ਤੋਂ ਬਾਅਦ ਹੈ ਥ੍ਰੈਡਸ, ਜਿਹੜੇ ਪ੍ਰੋਸੈਸ ਕੋਡ ਹੈ ਉਹਨੂੰ ਫਿਰ ਥ੍ਰੈਡ ਹੈ ਜਿਹੜਾ ਇਹ ਅੱਗੇ ਐਗਜ਼ੀਕਿਊਟ ਕਰਵਾਉਂਦਾ ਬਿਨਾਂ ਇੱਧਰ ਉੱਧਰ ਗਏ ਵੇਰੀਏਬਲ ਸਟੈਕਸ ਜੋ ਕਿਵੇਂ ਕੰਮ ਕਰਨਾ ਹੈ, ਕੋਈ ਪਿਛਲੀ ਜੇ ਹਿਸਟਰੀ ਪਈ ਹੈ ਉਹਨੂੰ ਚੱਕ ਕੇ ਲੈ ਕੇ ਆਉਣਾ ਸਾਹਮਣੇ। ਸੋ ਉਹ ਸਾਰੀਆਂ ਚੀਜ਼ਾਂ ਥ੍ਰੈਡਸ ਦੇਖਦੇ ਆ। ਫਿਰ ਉਸ ਤੋਂ ਬਾਅਦ ਉਸੇ ਅਕੋਰਡਿੰਗ CPU ਆਪਣੇ ਕੰਮ ਨੂੰ ਪਲਾਨ ਕਰ ਲੈਂਦਾ, ਆਪਣਾ ਸ਼ਡਿਊਲ ਕਰਦਾ ਹੈ, ਪ੍ਰੋਸੈਸ ਨੂੰ ਸਿੰਕਰੋਨਾਈਜ਼ ਕਰਵਾਇਆ ਜਾਂਦਾ ਹੈ। ਦੈਨ ਡੈਡਲੌਕ, ਜੇ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਇੱਕ ਪ੍ਰੋਸੈਸ ਦੀ ਦੂਜੀ ਚੀਜ਼ ਨਾਲ ਕੋਈ ਦਿੱਕਤ ਆ ਰਹੀ ਹੈ ਤਾਂ ਉੱਥੇ ਫਿਰ ਉਸ ਡੈਡਲੌਕ ਨੂੰ ਦੂਰ ਕੀਤਾ ਜਾਂਦਾ ਹੈ। then memory management आप already पढ़ चुके हो। ऑपरेटिंग सिस्टम डिसाइड करूगा यूजर ਦੀ ਰਿਕੁਆਇਰਮੈਂਟ ਦੇ ਅਨੁਸਾਰ ਕਿਹੜੀ ਚੀਜ਼ ਕਿਹੜੀ ਮੈਮਰੀ ਚ ਜਾਣੀ ਹੈ। ਸਟੋਰੇਜ ਦਾ ਧਿਆਨ ਰੱਖਿਆ ਜਾਊਗਾ, ਕਿਹੜੇ ਫਾਈਲ ਸਿਸਟਮ ਦੇ ਵਿੱਚ ਚੀਜ਼ ਨੇ ਜਾਣਾ। ਡਿਸਟ੍ਰੀਬਿਊਸ਼ਨ ਦਾ ਧਿਆਨ ਰੱਖਿਆ ਜਾਊਗਾ ਕਿ ਜਿਹੜੀ ਡੇਟਾ ਹੈ ਉਹ ਸਿਕਿਉਰਲੀ ਡਿਸਟ੍ਰੀਬਿਊਟ ਹੋਵੇ। ਜੇ ਯੂਜ਼ਰ ਨੇ ਕਿਤੇ ਹੋਰ ਅੱਗੇ ਭੇਜਣਾ ਹੈ ਤਾਂ ਉਹਦੀ ਪ੍ਰੋਟੈਕਸ਼ਨ ਸਿਕਿਉਰਿਟੀ ਦਾ ਧਿਆਨ ਵੀ ਆਪਰੇਟਿੰਗ ਸਿਸਟਮ ਰੱਖੂਗਾ। ਸੋ ਅਲੱਗ-ਅਲੱਗ ਆਪਣੇ ਕੋਲ ਕਿਹੜਾ ਆਪਰੇਟਿੰਗ ਸਿਸਟਮ ਹੈ ਉਹਦੇ ਅਕੋਰਡਿੰਗ ਕੰਮ ਕੀਤਾ ਜਾਊਗਾ। ਹੋਰ ਕਾਫੀ ਸਾਰੀ ਇੰਪੋਰਟੈਂਟ ਟਰਮਸ ਨੇ ਆਪਰੇਟਿੰਗ ਸਿਸਟਮ ਨਾਲ ਰਿਲੇਟਡ, ਜਿਵੇਂ ਮਲਟੀਟਾਸਕਿੰਗ। ਇਹਦਾ ਮਤਲਬ ਹੈ ਕਿ ਜਦੋਂ CPU ਸਾਈਮਲਟੇਨੀਅਸਲੀ ਆਪਣੇ ਆਪ ਦੇ ਵਿੱਚ ਸਵਿਚ ਕਰਕੇ ਮਲਟੀਪਲ ਜੌਬਸ ਪਰਫਾਰਮ ਕਰਦਾ ਹੈ। ਦੈਨ ਮਲਟੀ ਪ੍ਰੋਗਰਾਮਿੰਗ ਦਾ ਮਤਲਬ ਹੁੰਦਾ ਹੈ ਪ੍ਰੋਸੈਸਰ ਨੂੰ ਸ਼ੇਅਰ ਕਰਦੇ ਹੋਏ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਪ੍ਰੋਗਰਾਮ ਮੈਮਰੀ ਦੇ ਵਿੱਚ ਇੱਕੋ ਸੇਮ ਟਾਈਮ ਦੇ ਉੱਤੇ ਰਹਿ ਜਾਣ, ਉਹਨੂੰ ਕਹਿੰਦੇ ਆਪਾਂ ਮਲਟੀ ਪ੍ਰੋਗਰਾਮਿੰਗ। ਉਸ ਤੋਂ ਬਾਅਦ ਇੱਕ ਟਰਮ ਹੁੰਦੀ ਹੈ ਇੰਟਰੈਕਟਿਵਿਟੀ। ਉਹਦਾ ਮਤਲਬ ਹੈ ਕਿ ਯੂਜ਼ਰ ਕੰਪਿਊਟਰ ਸਿਸਟਮ ਦੇ ਨਾਲ ਕਿੰਨੀ ਗੱਲਬਾਤ, ਉਹਦੀ ਕਿੰਨੀ ਇੰਟਰੈਕਸ਼ਨ ਹੈ, ਕਿੰਨੀ ਸਹੀ ਤਰੀਕੇ ਨਾਲ ਉਹਦੀ ਇਨਫੋਰਮੇਸ਼ਨ ਨੂੰ ਸਮਝ ਕੇ ਇਨਪੁਟ ਤੋਂ ਆਊਟਪੁੱਟ ਆ ਰਿਹਾ ਹੈ, ਉਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਸੋ ਇਹ ਵੀ ਸਾਰਾ ਕੰਮ ਕਿਉਂਕਿ ਆਪਰੇਟਿੰਗ ਸਿਸਟਮ ਦਾ ਹੀ ਹੈ। ਫਿਰ ਰੀਅਲ ਟਾਈਮ ਆਪਰੇਟਿੰਗ ਸਿਸਟਮ ਜਿਹੜਾ ਜਲਦੀ ਕਮਾਂਡ ਨੂੰ ਸੁਣਦੇ ਹੀ ਡੇਟਾ ਨੂੰ ਆਪਣੇ ਕੋਲ ਪਹੁੰਚਾ ਦੇਵੇ, ਉਹਦਾ ਆਊਟਪੁੱਟ ਆਪਾਂ ਨੂੰ ਦੇ ਦੇਵੇ। ਉਸ ਤੋਂ ਬਾਅਦ ਸਪੂਲਿੰਗ। ਸਪੂਲਿੰਗ ਜਿਹੜਾ ਇੱਕ ਐਕਰੋਨਿਮ ਯੂਜ਼ ਕੀਤਾ ਜਾਂਦਾ ਹੈ, ਸਾਈਮਲਟੇਨੀਅਸ ਪੈਰੀਫਰਲ ਆਪਰੇਸ਼ਨ ਔਨ ਲਾਈਨ ਦੇ ਲਈ। ਸਪੂਲਿੰਗ ਦਾ ਮਤਲਬ ਹੈ ਇਨਪੁਟ ਆਊਟਪੁੱਟ ਜਿਹੜੀਆਂ ਜੌਬਸ ਨੇ ਬਫਰ ਦੇ ਵਿੱਚ ਨੇ ਜ਼ਿਆਦਾ ਇੱਕ ਜਗ੍ਹਾ ਤੇ ਇਕੱਠੀਆਂ ਹੋ ਗਈਆਂ, ਉਹਨਾਂ ਦੇ ਡੇਟਾ ਨੂੰ ਇਕੱਠਾ ਸਿੰਕਰੋਨਾਈਜ਼ ਕਰਕੇ ਪ੍ਰੋਪਰ ਇੱਕ ਜਗ੍ਹਾ ਦੇ ਉੱਤੇ ਪ੍ਰੋਵਾਈਡ ਕਰਵਾਉਣਾ। ਸੋ ਉਹਨੂੰ ਕਹਿੰਦੇ ਆਪਾਂ ਸਪੂਲਿੰਗ। ਤੇ ਜਿਹੜਾ ਬਫਰ ਏਰੀਆ ਹੈ ਇੱਕ ਸਪੈਸ਼ਲ ਏਰੀਆ ਜੋ ਮੈਮਰੀ ਜਾਂ ਹਾਰਡ ਡਿਸਕ ਵਿੱਚ ਹੁੰਦਾ ਹੈ, ਤੇ ਇਹ ਏਰੀਆ ਇਨਪੁਟ ਆਊਟਪੁੱਟ ਡਿਵਾਈਸਿਸ ਦੇ ਲਈ ਐਕਸੈਸਿਬਲ ਹੁੰਦਾ ਹੈ। ਦੈਨ ਇੱਕ ਇੰਪੋਰਟੈਂਟ ਚੀਜ਼ ਹੈ ਪ੍ਰੋਗਰਾਮ। ਪ੍ਰੋਗਰਾਮ ਇੱਕ ਕੋਡ ਦਾ ਹਿੱਸਾ ਹੈ, ਪੀਸ ਹੈ, ਜਿਹੜਾ ਸਿੰਗਲ ਲਾਈਨ ਦਾ ਵੀ ਹੋ ਸਕਦਾ ਹੈ, ਜ਼ਿਆਦਾ ਲਾਈਨਸ ਦਾ ਵੀ ਹੋ ਸਕਦਾ ਹੈ। ਪ੍ਰੋਗਰਾਮ ਹੋ ਗਿਆ, ਪ੍ਰੋਸੈਸਿੰਗ, ਥ੍ਰੈਡਿੰਗ, ਸਟੈਕਿੰਗ, ਡੇਟਾ, ਇਹ ਸਾਰੀਆਂ ਚੀਜ਼ਾਂ ਪੂਰੀ ਡੀਟੇਲ ਦੇ ਵਿੱਚ ਮੈਂ ਨੋਟਸ ਵਿੱਚ ਆਲਰੇਡੀ ਪ੍ਰੋਵਾਈਡ ਕਰਵਾਈਆਂ ਹੋਈਆਂ ਨੇ। ਪ੍ਰੋਸੈਸ ਤੇ ਥ੍ਰੈਡ ਦਾ ਡਿਫਰੈਂਸ ਕੀ ਹੈ ਇਹ ਵੀ ਨੋਟਸ ਵਿੱਚ ਹੈ। ਸੋ ਜੇ ਕੋਈ ਸਟੂਡੈਂਟ ਪ੍ਰੋਪਰ ਡੀਟੇਲ ਤਿਆਰੀ ਕਰਨਾ ਚਾਹੁੰਦਾ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ, ਤਾਂ ਤੁਸੀਂ ਨੋਟਸ ਬਾਏ ਕਰ ਸਕਦੇ ਹੋ। ਹਰ ਇੱਕ ਸਿੰਗਲ ਚੀਜ਼ ਤੁਹਾਨੂੰ ਨੋਟਸ ਵਿੱਚ ਮਿਲ ਜੂਗੀ। ਤਿੰਨ ਮੇਨ ਤਰੀਕੇ ਦੇ ਆਪਰੇਟਿੰਗ ਸਿਸਟਮ ਨੇ, ਡਿਸਕ, MS DOS ਜਿਹਨੂੰ ਆਪਾਂ ਕਹਿ ਦਿੰਦੇ ਆ, ਵਿੰਡੋ, ਯੂਨਿਕਸ। ਜਿਹੜਾ MS DOS ਹੈ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਤੇ ਪੁਰਾਣਾ ਆਪਰੇਟਿੰਗ ਸਿਸਟਮ ਹੈ। ਉਸ ਤੋਂ ਬਾਅਦ ਥੋੜਾ ਜਿਹਾ ਵਰਜ਼ਨ ਸਿੰਪਲੀਫਾਈਡ ਪਪੂਲਰ ਵਰਜ਼ਨ ਹੈ ਵਿੰਡੋਜ਼ ਵਾਲਾ, ਜਿਹੜਾ ਆਪਾਂ ਆਮ ਤੌਰ ਤੇ ਆਪਣੇ PC ਲੈਪਟਾਪ ਵਿੱਚ ਯੂਜ਼ ਕਰਦੇ ਆ। ਦੈਨ ਹੈ ਯੂਨਿਕਸ ਆਪਰੇਟਿੰਗ ਸਿਸਟਮ, ਇਹ अर्लीस्ट ਹੈ ਤੇ ਇਹ 1970 ਦੇ ਅਰਾਊਂਡ ਹੀ ਡਿਵੈਲਪ ਹੋਇਆ। ਮਲਟੀਟਾਸਕਿੰਗ ਫੀਚਰ ਨੇ, ਮਲਟੀ ਯੂਜ਼ਰ ਕੰਪਿਊਟਰ ਆਪਰੇਟਿੰਗ ਸਿਸਟਮ ਹੈ, ਪ੍ਰੈਕਟੀਕਲੀ ਹਰ ਤਰ੍ਹਾਂ ਦੇ ਹਾਰਡਵੇਅਰ ਉੱਤੇ ਕੰਮ ਕਰਦਾ ਹੈ। ਕੁਝ ਇੰਪੋਰਟੈਂਟ DOS ਕਮਾਂਡਸ ਨੇ ਜੋ ਪੇਪਰ 'ਚ ਆ ਜਾਂਦੀਆਂ ਨੇ। ਦੋ ਤਰੀਕੇ ਦੀਆਂ ਕਮਾਂਡ ਹੁੰਦੀਆਂ ਨੇ ਜਿਹੜਾ ਆਪਾਂ ਦਿੰਦੇ ਆ ਇਨਸਟਰਕਸ਼ਨਸ, ਇੱਕ ਹੁੰਦੀਆਂ ਨੇ ਇੰਟਰਨਲ, ਇੱਕ ਐਕਸਟਰਨਲ। ਇੰਟਰਨਲ ਨੇ ਅੰਦਰ ਜੋ ਕੰਪਿਊਟਰ ਮੈਮਰੀ ਦੇ ਵਿੱਚ ਕੰਮ ਕਰਦੀਆਂ ਨੇ, ਐਕਸਟਰਨਲ ਜੋ ਬਾਹਰ ਕੰਮ ਕਰਦੀਆਂ ਨੇ। ਸੋ ਡਿਲੀਟ, ਕਾਪੀ, ਟਾਈਪ, ਇਹ ਸਾਰੀਆਂ ਇੰਟਰਨਲ ਕਮਾਂਡ ਨੇ that remain stored in computer memory। format, disk, copy, ਇਹ ਐਕਸਟਰਨਲ ਨੇ, ਇਹ ਡਿਸਕ ਵਿੱਚ ਸਟੋਰ ਰਹਿੰਦੀਆਂ ਨੇ। ਉਸ ਤੋਂ ਬਾਅਦ ਕੁਝ ਇੰਪੋਰਟੈਂਟ ਸਰਵਿਸਿਜ਼ ਨੇ ਜਿਹੜੀਆਂ ਕਾਮਨ ਨੇ, ਕੋਈ ਵੀ ਆਪਰੇਟਿੰਗ ਸਿਸਟਮ ਹੈ ਇਹ ਸਾਰੇ ਕੰਮ ਤਾਂ ਕਰੂਗਾ ਹੀ ਕਰੂਗਾ। ਪ੍ਰੋਗਰਾਮ ਦੀ ਐਗਜ਼ੀਕਿਊਸ਼ਨ, ਸਹੀ ਤਰੀਕੇ ਨਾਲ ਐਂਡ ਤੇ ਪਹੁੰਚਾਉਣਾ,
ਇਨਪੁਟ ਆਊਟਪੁਟ, ਜੋ ਇਨਪੁਟ ਮਿਲਿਆ ਉਹਦੇ ਅਕੋਰਡਿੰਗ ਯੂਜ਼ਰ ਨੂੰ ਉਹਦਾ ਆਊਟਪੁਟ ਰਿਜ਼ਲਟ ਕਰਕੇ ਦੇਣਾ। ਫਾਈਲ ਸਿਸਟਮ ਸਹੀ ਤਰੀਕੇ ਨਾਲ ਸਾਰਾ ਕੁਝ ਸਟੈਕਸ ਦੇ ਵਿੱਚ ਪ੍ਰੋਪਰ ਅਰੇਂਜ ਮੈਨਰ ਦੇ ਵਿੱਚ ਰਹੇ, ਉਹ ਚੀਜ਼ ਨੂੰ ਦੇਖਣਾ। ਕਮਿਊਨੀਕੇਸ਼ਨ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਕਿ ਜੋ ਇਨਫੋਰਮੇਸ਼ਨ ਯੂਜ਼ਰ ਨੇ ਦਿੱਤੀ ਆਪਰੇਟਿੰਗ ਸਿਸਟਮ ਉਹਦੇ ਅਕੋਰਡਿੰਗ ਹੀ ਕੰਮ ਕਰੇ। ਜੇ ਕੋਈ ਗਲਤੀ ਹੈ, ਐਰਰ ਹੈ, ਉਹਨੂੰ ਡਿਟੈਕਟ ਕਰਨਾ, ਫਿਰ ਉਸ ਐਰਰ ਦੀ ਹੈਂਡਲਿੰਗ ਕਰਨੀ, ਕੋਈ ਡੈਡਲੌਕ ਹੈ ਉਹਨੂੰ ਦੂਰ ਕਰਨਾ। ਦੈਨ ਰਿਸੋਰਸ ਐਲੋਕੇਸ਼ਨ, ਜਾਣਕਾਰੀ ਕੋਈ ਕਿੱਥੋਂ ਲੈਣੀ ਹੈ, ਜੇ ਤੁਹਾਨੂੰ ਥ੍ਰੈਡਸ ਦੀ ਮਦਦ ਚਾਹੀਦੀ ਹੈ ਉਹਦੀ ਮਦਦ ਲਓ, ਕੋਈ ਪ੍ਰੋਗਰਾਮਿੰਗ ਕੋਡ ਦੀ ਚਾਹੀਦੀ ਹੈ, ਹਿਸਟਰੀ ਨੂੰ ਐਗਜ਼ੀਕਿਊਟ ਕਰਨਾ ਹੈ ਉਹਨੂੰ ਐਗਜ਼ੀਕਿਊਟ ਕਰੋ, ਜਿੱਥੇ ਤੁਹਾਡੀ ਫਾਈਲਸ ਪਈਆਂ ਨੇ, ਜਿਹੜੇ ਸਟੈਕਸ ਪਈਆਂ ਨੇ ਉੱਥੋਂ ਡੇਟਾ ਨੂੰ ਚੱਕੋ। ਸੋ ਰਿਸੋਰਸ ਨੂੰ ਐਲੋਕੇਟ ਕਰਕੇ ਸਹੀ ਆਊਟਪੁੱਟ ਦਿਓ। ਪ੍ਰੋਟੈਕਸ਼ਨ ਸਿਕਿਉਰਿਟੀ ਵੀ ਨਾਲ ਨਾਲ ਮੇਨ ਆਪਰੇਟਿੰਗ ਸਿਸਟਮ ਦੇ ਧਿਆਨ 'ਚ ਰਹਿੰਦੀ ਹੈ ਕਿ ਜੋ ਯੂਜ਼ਰ ਮੇਰੇ ਕੋਲ ਆ ਗਿਆ ਉਹਦਾ ਡੇਟਾ ਮੈਂ ਸਿਕਿਉਰ ਰੱਖਾਂ। ਸੋ ਇਹਦੇ ਲਈ ਆਪਾਂ ਅਲੱਗ-ਅਲੱਗ ਜਿਵੇਂ ਐਪਲੀਕੇਸ਼ਨ ਸੌਫਟਵੇਅਰ ਵੀ ਇੰਸਟਾਲ ਕਰ ਲੈਂਦੇ ਹਾਂ। ਸੋ ਇਹ ਸੀ ਆਪਰੇਟਿੰਗ ਸਿਸਟਮ। ਹੁਣ ਉਰੇ ਇੱਕ ਹੋਰ ਟੌਪਿਕ ਹੈ ਜੋ ਪਿੱਛੇ ਰਹਿ ਗਿਆ ਸੀ ਤੁਹਾਡੇ ਨਾਲ ਡਿਸਕਸ ਕਰਨਾ ਹਾਰਡਵੇਅਰ ਦੇ ਅੰਦਰ, ਉਹ ਹੈ ਪ੍ਰਿੰਟਰ। ਪ੍ਰਿੰਟਰਸ ਦੀਆਂ ਟਾਈਪ ਉੱਤੇ ਕੋਈ ਵੀ ਪੇਪਰ ਹੈ ਕੁਐਸਚਨ ਆਉਂਦਾ ਹੀ ਆਉਂਦਾ ਹੈ। ਉਰੇ ਮੈਂ ਤੁਹਾਨੂੰ ਜ਼ਿਆਦਾ ਡੀਟੇਲ ਨਹੀਂ ਦੱਸੂਗੀ ਕਿਉਂਕਿ ਇੱਕ ਰਿਵੀਜ਼ਨ ਦਾ ਟੌਪਿਕ ਹੈ। ਤੁਸੀਂ ਸਿੰਪਲੀ ਯਾਦ ਰੱਖਣਾ ਕਿ ਕਰੈਕਟਰ, ਲਾਈਨ ਪ੍ਰਿੰਟਰ, ਨਾਨ ਇੰਪੈਕਟ ਪ੍ਰਿੰਟਰ, ਇਹਨਾਂ ਦੇ ਕਿਹੜੀਆਂ-ਕਿਹੜੀਆਂ ਟਾਈਪਸ ਨੇ, ਨਾਮ ਯਾਦ ਰੱਖੋ। ਪ੍ਰਿੰਟਰ ਜੋ ਆਪਣੇ ਕਿਸੇ ਚੀਜ਼ ਨੂੰ, ਜੋ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਉਹਨੂੰ ਵਿਜ਼ੀਬਲ ਹਾਰਡ ਕਾਪੀ ਦੇ ਰੂਪ ਵਿੱਚ ਆਪਣੇ ਸਾਹਮਣੇ ਕੱਢ ਕੇ ਰੱਖ ਦਿੰਦਾ ਹੈ, ਪ੍ਰਿੰਟ ਆਊਟ ਕੱਢ ਕੇ। ਆਪਣੇ ਹੱਥ 'ਚ ਜਦੋਂ ਜਾਣਕਾਰੀ ਆ ਜਾਂਦੀ ਹੈ, ਦੋ ਤਰੀਕੇ ਦੇ ਨਾਲ ਆਪਾਂ ਪ੍ਰਿੰਟ ਆਊਟ ਕੱਢ ਸਕਦੇ ਹਾਂ, ਇੱਕ ਇੰਪੈਕਟ ਪ੍ਰਿੰਟਰ ਦੇ ਜ਼ਰੀਏ, ਇੱਕ ਨਾਨ ਇੰਪੈਕਟ। ਜਿਹੜੇ ਨਾਨ ਇੰਪੈਕਟ ਪ੍ਰਿੰਟਰ ਨੇ, ਉਰੇ ਹੁਣ ਜਿਹੜੇ ਪੁਰਾਣੇ ਜ਼ਮਾਨੇ ਵਾਲੇ ਇੰਪੈਕਟ ਪ੍ਰਿੰਟਰ ਸੀ ਜਿੱਥੇ ਡਰਮਸ ਦੀ, ਵੀਲਸ ਦੀ, ਇਹ ਚੀਜ਼ਾਂ ਦੀ ਹੈਲਪ ਲਈ ਜਾਂਦੀ ਸੀ, ਹੁਣ ਉਹਦੀ ਹੈਲਪ ਨਹੀਂ ਲੈਣੀ ਪੈਂਦੀ। ਨਾਨ ਇੰਪੈਕਟ ਜਿਹੜਾ ਪ੍ਰਿੰਟਰ ਹੈ ਇਹਦੇ ਵਿੱਚ ਲੇਜ਼ਰ, ਇੰਕਜੈਟ, ਥਰਮਲ, ਇਹ ਤਿੰਨ ਆਉਂਦੇ ਨੇ ਤੇ ਤੁਸੀਂ ਡਿਫਰੈਂਸ ਦੇ ਲਈ ਯਾਦ ਰੱਖੋ ਕਿ ਇਹ ਮਾਡਰਨ ਵਾਲੇ ਨੇ, ਇਹ ਨੇ ਜਿਹੜੇ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ। ਇਹਦੇ ਦੋ ਤਰ੍ਹਾਂ ਦੇ ਨੇ, ਇੱਕ ਹੋ ਗਿਆ ਕਰੈਕਟਰ, ਇੱਕ ਹੋ ਗਿਆ ਲਾਈਨ ਪ੍ਰਿੰਟਰ। ਜਿਵੇਂ ਕਰੈਕਟਰ ਪ੍ਰਿੰਟਰ ਵਿੱਚ ਕੀ ਹੁੰਦਾ ਸੀ, ਇੱਕ ਐਲਫਾਬੈਟ ਨੂੰ ਛਾਪ ਦਿੰਦੇ ਸੀ, ਇੱਕ ਰੋਲਰ ਨੂੰ, ਡਰਮ ਨੂੰ ਘੁਮਾਉਂਦੇ ਸੀ, ਇੰਕ ਦੇ ਵਿੱਚ ਉਹਨੂੰ ਡਬੋ ਕੇ ਜਿਵੇਂ ਜਿਵੇਂ ਘੁੰਮਦਾ ਸੀ ਪੇਪਰ ਦੇ ਉੱਤੇ ਉਹਦੀ ਛਾਪ ਛੱਡਦੇ ਰਹਿੰਦੇ ਸੀ, ਉਹਦਾ ਇੱਕ ਇੰਪੈਕਟ ਕ੍ਰੀਏਟ ਹੁੰਦਾ ਰਹਿੰਦਾ ਸੀ। ਸੋ ਇੱਕ ਕਨੈਕਸ਼ਨ ਹੁੰਦਾ ਸੀ ਡਾਇਰੈਕਟ ਉੱਥੇ ਡਰਮ ਤੇ ਜਿਹੜਾ ਪੇਜ ਸੀ ਉਹਦਾ। ਸੋ ਉਹਦੇ 'ਚ ਆਉਂਦਾ ਸੀ ਕਰੈਕਟਰ, ਤੇ ਇਹ ਦੋ ਤਰੀਕੇ ਦਾ ਸੀ, ਡੇਜ਼ੀ ਵੀਲ ਤੇ ਡਾਟ ਮੈਟ੍ਰਿਕਸ। ਇੱਕ ਸੀ ਲਾਈਨ ਪ੍ਰਿੰਟਰ ਜਿਹਦੇ 'ਚ ਆਉਂਦਾ ਸੀ ਡਰਮ ਤੇ ਚੇਨ ਪ੍ਰਿੰਟਰ। ਇਹ ਇੰਪੋਰਟੈਂਟ ਜਿਹੜੇ ਨਾਮ ਨੇ, ਕੈਟੇਗਰਾਈਜ਼ੇਸ਼ਨ ਹੈ ਜਿਹੜੀ as such, ਇਹ ਤੁਹਾਨੂੰ ਡੈਫੀਨੇਟਲੀ ਪੇਪਰ ਲਈ ਯਾਦ ਹੋਣੀ ਚਾਹੀਦੀ ਹੈ। So now coming to very important concept ਜਿਹਦੇ 'ਚੋਂ ਪੇਪਰਸ ਤੁਹਾਨੂੰ ਡਾਇਰੈਕਟਲੀ ਕੁਐਸਚਨ ਦੇਖਣ ਨੂੰ ਮਿਲਣਗੇ, ਕ੍ਰਿਪਟੋਗ੍ਰਾਫੀ। ਸੋ ਕ੍ਰਿਪਟੋਗ੍ਰਾਫੀ ਕੀ ਹੈ? ਪੇਪਰ ਦੇ ਵਿੱਚ ਜਿਹੜਾ ਟੌਪਿਕ ਹੈ ਉਹ ਹੈ ਡੇਟਾ ਇਨਕ੍ਰਿਪਸ਼ਨ ਦਾ, ਬੇਸਿਕਸ ਆਫ ਡੇਟਾ ਇਨਕ੍ਰਿਪਸ਼ਨ। ਡੇਟਾ ਇਨਕ੍ਰਿਪਸ਼ਨ ਜਿਹੜੀ ਤਕਨੀਕ ਹੈ ਉਹਦੇ ਲਈ ਜਿਹੜਾ ਇੱਕ ਪ੍ਰੋਪਰ ਪ੍ਰੋਸੈਸ ਤਿਆਰ ਕੀਤਾ ਜਾਂਦਾ ਹੈ ਉਹਨੂੰ ਆਪਾਂ ਕਹਿੰਦੇ ਆ ਕ੍ਰਿਪਟੋਗ੍ਰਾਫੀ। ਸੋ ਕ੍ਰਿਪਟੋਗ੍ਰਾਫੀ ਮੇਨ ਕਨਸੈਪਟ ਹੈ, ਤਰੀਕਾ ਹੈ, ਇੱਕ ਪੜ੍ਹਾਈ ਹੈ ਸਮਝ ਲਓ, ਜਿਹੜੀ ਆਪਾਂ ਨੂੰ ਦੱਸਦੀ ਹੈ ਕਿ ਤੁਸੀਂ ਕਿਵੇਂ ਕਿਸੇ ਡੇਟਾ ਨੂੰ ਇਨਕ੍ਰਿਪਟ ਕਰਨਾ ਹੈ, ਕਿਵੇਂ ਡਿਕ੍ਰਿਪਟ ਕਰਨਾ ਹੈ। ਇਨਕ੍ਰਿਪਟ ਡਿਕ੍ਰਿਪਟ ਕੀ ਹੈ ਉਹ ਮੈਂ ਤੁਹਾਨੂੰ ਅੱਗੇ ਦੱਸੂਗੀ। ਪ੍ਰਾਇਮਰੀ ਪਰਪਸ ਆਫ ਕ੍ਰਿਪਟੋਗ੍ਰਾਫੀ ਇਜ਼ ਟੂ ਮੇਕ ਇਟ ਡਿਫਿਕਲਟ। ਸੋ ਇਹ ਜਿਹਾ ਤਰੀਕਾ ਹੈ ਕ੍ਰਿਪਟੋਗ੍ਰਾਫੀ ਜਿਹਦੇ ਨਾਲ ਆਪਾਂ ਕੋਈ ਵੀ ਮੈਸੇਜ, ਕੋਈ ਵੀ ਡੇਟਾ ਔਖਾ ਬਣਾ ਦਿੰਦੇ ਆ, ਡਿਫਿਕਲਟ ਬਣਾ ਦਿੰਦੇ ਆ ਕਿ ਕੋਈ ਤੀਜੀ ਪਾਰਟੀ ਜਿਹਦੇ ਕੋਲ ਆਥੋਰਾਈਜ਼ੇਸ਼ਨ ਨਹੀਂ ਹੈ, ਉਹ ਪਾਰਟੀ ਉਸ ਚੀਜ਼ ਨੂੰ ਪੜ੍ਹ ਨਾ ਸਕੇ, ਉਸ ਮੈਸੇਜ ਦੇ ਵਿੱਚ ਇੰਟਰਫੇਅਰ ਨਾ ਕਰ ਸਕੇ, ਉਹਨੂੰ ਕ੍ਰੈਕ ਨਾ ਕਰ ਸਕੇ। ਕੋਈ ਵੀ ਪ੍ਰਾਈਵੇਟ ਕਮਿਊਨੀਕੇਸ਼ਨ ਹੈ ਉਹ ਦੋ ਪਾਰਟੀਆਂ ਤੱਕ ਹੀ ਰਹੇ, ਉਹਨੂੰ ਕੋਈ ਤੀਜੀ ਪਾਰਟੀ ਐਕਸੈਸ ਨਾ ਕਰੇ, ਜਿਹੜੀ ਪਾਰਟੀ ਕੋਲ ਉਸ ਡੇਟਾ ਨੂੰ ਪੜ੍ਹਨ ਦੀ ਕੋਈ ਵੀ ਆਥੋਰਾਈਜ਼ੇਸ਼ਨ ਨਹੀਂ ਹੈ, ਪਰਮਿਸ਼ਨ ਨਹੀਂ ਹੈ, ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਕ੍ਰਿਪਟੋਗ੍ਰਾਫੀ। ਸੋ ਇੱਕ ਵਾਰੀ ਆਪਾਂ ਰੀਡ ਕਰ ਲੈਂਦੇ ਆ। Primary purpose of cryptography is to make it difficult for an unauthorized third party to access and understand private communication between two party। So ਜਿਹੜੀ ਤਰੀਕੇ ਦੇ ਨਾਲ ਕੀਤਾ ਜਾਂਦਾ ਉਹਨੂੰ ਕਹਿੰਦੇ ਆ crypto analysis। Art and science of breaking the cipher text is known as crypto analysis। Next important ਗੱਲ ਕਰਾਂਗੇ ਆਪਾਂ components ਦੀ। ਸੋ ਇਹਦੇ ਵਿੱਚ ਚਾਰ ਮੇਨ ਚੀਜ਼ਾਂ ਆਉਂਦੀਆਂ ਨੇ, ਚਾਰ ਮੇਨ ਕਨਸੈਪਟ ਨੇ ਜੋ ਤੁਸੀਂ ਪੇਪਰ ਲਈ ਯਾਦ ਰੱਖਣੇ ਨੇ। ਸਭ ਤੋਂ ਪਹਿਲਾਂ ਇੱਕ ਸਿੰਪਲ ਮੈਸੇਜ ਹੁੰਦਾ, ਪਲੇਨ ਟੈਕਸਟ ਕਹਿ ਦਿੰਦੇ ਆਪਾਂ।
ਹੁਣ ਇਸ ਪਲੇਨ ਟੈਕਸਟ ਨੂੰ ਆਪਾਂ ਚਾਹੁੰਦੇ ਆ ਵੀ ਕੋਈ ਵੀ ਹੋਰ ਤੀਜੀ ਪਾਰਟੀ ਪੜ੍ਹ ਨਾ ਸਕੇ, ਸਮਝ ਨਾ ਸਕੇ। ਸੋ ਇਸ ਪਲੇਨ ਟੈਕਸਟ ਨੂੰ ਆਪਾਂ ਇਨਕ੍ਰਿਪਟ ਕਰ ਦਿੰਦੇ ਆ। ਇਨਕ੍ਰਿਪਟ ਦਾ ਮਤਲਬ ਹੈ ਉਹਦੇ ਉੱਤੇ ਆਪਾਂ ਕੋਈ ਪਾਸਵਰਡ ਰੱਖ ਦਿੰਦੇ ਆ, ਕੋਈ ਪਬਲਿਕ ਕੀ ਲਗਾਤੀ ਆਪਾਂ ਨੇ, ਕੋਈ ਆਪਾਂ ਨੇ ਸਿਕਿਉਰਿਟੀ ਲਗਾਤੀ ਸਿੰਪਲ ਸ਼ਬਦਾਂ ਦੇ ਵਿੱਚ। ਸੋ ਸਿਕਿਉਰਿਟੀ ਇਹ ਜੀ ਆ, ਇਹ ਜੇ ਆਪਾਂ ਨੇ ਕੋਡ ਲਗਾਤੇ, ਉਹਨੂੰ ਇਸ ਤਰੀਕੇ ਨਾਲ ਤੋੜ ਮਰੋੜ ਦਿੱਤਾ ਆਪਾਂ ਨੇ ਸਿੰਪਲ ਮੈਸੇਜ ਨੂੰ ਕਿ ਰਸਤੇ ਦੇ ਵਿੱਚ ਕੋਈ ਵੀ ਤੀਜੀ ਪਾਰਟੀ ਪੜ੍ਹ ਨਾ ਸਕੇ। ਸੋ ਉਹਨੂੰ ਆਪਾਂ ਕਹਿ ਦਿੰਦੇ ਆ ਇਨਕ੍ਰਿਪਸ਼ਨ। ਫਿਰ ਜਦੋਂ ਉਹਨੇ ਦੂਜੀ ਪਾਰਟੀ ਕੋਲ ਪਹੁੰਚਣਾ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਜਿਹੜੀ ਪਾਰਟੀ ਕੋਲ ਆਥੋਰਾਈਜ਼ੇਸ਼ਨ ਹੈ, ਜਿਹਨੂੰ ਉਹ ਮੈਸੇਜ ਪਲੇਨ ਫਾਰਮ ਦੇ ਵਿੱਚ ਹੀ ਸਮਝ ਆਉਣਾ ਚਾਹੀਦਾ, ਸੋ ਸਾਈਫਰ ਟੈਕਸਟ ਦੇ ਵਿੱਚ ਆਪਾਂ ਪਹਿਲਾਂ ਤੈਨੂੰ ਬਦਲ ਦਿੰਦੇ ਆ, ਕੋਡ ਕਰ ਦਿੰਦੇ ਆ, ਆਪਾਂ ਇਹਨੂੰ ਤੋੜ ਮਰੋੜ ਦਿੰਦੇ ਆ ਸੋ ਦੈਟ ਕੋਈ ਰਸਤੇ 'ਚ ਨਾ ਪੜ ਸਕੇ। ਸੋ ਦੁਬਾਰਾ ਤੋਂ ਆਪਾਂ ਉਹਨੂੰ ਦੂਜੀ ਪਾਰਟੀ ਕੋਲ ਪਹੁੰਚਣ ਤੋਂ ਪਹਿਲਾਂ ਡਿਕ੍ਰਿਪਟ ਕਰ ਦਿੰਦੇ ਆ, ਸਿਕਿਉਰਿਟੀ ਹਟਾ ਦਿੰਦੇ ਆ, ਉਹਨੂੰ ਸਿੰਪਲ ਪਲੇਨ ਟੈਕਸਟ ਦੇ ਵਿੱਚ ਦੁਬਾਰਾ ਤੋਂ ਬਦਲ ਦਿੰਦੇ ਆ। ਸੋ ਇਹ ਪੂਰਾ ਪ੍ਰੋਸੈਸ ਸਿਰਫ ਰਸਤੇ ਵਿੱਚ ਤੁਹਾਡਾ ਮੈਸੇਜ ਕਿਤੇ ਇੱਧਰ ਉੱਧਰ ਨਾ ਜਾਵੇ, ਤੁਹਾਡਾ ਕੋਈ ਡੇਟਾ ਚੋਰੀ ਨਾ ਕਰ ਸਕੇ, ਜਿਹੜਾ ਰਸਤੇ 'ਚ ਕਿਸੇ ਚੀਜ਼ ਨੂੰ ਪ੍ਰੋਟੈਕਟ ਕਰਨ ਵਾਲਾ ਤਰੀਕਾ ਹੈ, ਉਹਨੂੰ ਕਹਿੰਦੇ ਆ ਆਪਾਂ ਇਨਕ੍ਰਿਪਸ਼ਨ, ਏਸਿਮੈਟ੍ਰਿਕ ਇਨਕ੍ਰਿਪਸ਼ਨ। ਸੋ ਏਸਿਮੈਟ੍ਰਿਕ ਇਨਕ੍ਰਿਪਸ਼ਨ ਵਿੱਚ ਕੀ ਹੁੰਦਾ ਕਿ ਦੋ ਅਲੱਗ-ਅਲੱਗ ਤਰੀਕੇ ਦੇ ਆਪਾਂ ਪਾਸਵਰਡ ਰੱਖ ਦਿੰਦੇ ਆ। ਜਿਹੜਾ ਪਾਸਵਰਡ, ਜਿਹੜੀ ਪਬਲਿਕ ਕੀ ਕੋਈ ਹੋਰ ਜਾਣਾ ਪੜ ਨਾ ਸਕੇ, ਸਿਰਫ ਜਿਹੜੇ ਦੋ ਯੂਜ਼ਰ ਨੇ ਉਹਨਾਂ ਦੇ ਕੋਲ ਦੋ ਅਲੱਗ-ਅਲੱਗ ਕੀਜ਼ ਹੋਣਗੀਆਂ ਤੇ ਉਹੀ ਪੜ ਸਕਣਗੇ, ਉਹੀ ਇਹਨੂੰ ਮੈਸੇਜ ਨੂੰ ਕੀ ਦੀ ਮਦਦ ਦੇ ਨਾਲ ਦੁਬਾਰਾ ਤੋਂ ਪਲੇਨ ਟੈਕਸਟ ਦੇ ਵਿੱਚ ਦੇਖ ਸਕਦੇ ਨੇ। ਸੋ ਜਿਹੜਾ ਮੈਂ ਤੁਹਾਨੂੰ ਪਿੱਛੇ ਦੱਸਿਆ ਏਸਿਮੈਟ੍ਰਿਕ ਕੀ, ਉਹਦੇ ਵਿੱਚ ਦੋ ਤਰੀਕੇ ਦੀਆਂ ਕੀਜ਼ ਵਰਤੀਆਂ ਜਾਂਦੀਆਂ ਨੇ, ਇੱਕ ਹੁੰਦੀ ਆ ਪਬਲਿਕ, ਦੂਜੀ ਹੁੰਦੀ ਆ ਸੀਕ੍ਰੇਟ, ਜਿਹਨੂੰ ਆਪਾਂ ਪ੍ਰਾਈਵੇਟ ਕੀ ਵੀ ਕਹਿ ਦਿੰਦੇ ਆ। ਜਿਹੜਾ ਏਸਿਮੈਟ੍ਰਿਕ ਇਨਕ੍ਰਿਪਸ਼ਨ ਦਾ ਮੈਥਡ ਹੈ, ਇਹਦੇ ਅੰਦਰ ਦੋ ਸੈਪਰੇਟ ਕੀ ਹੁੰਦੀਆਂ, ਜਿਹੜਾ ਪ੍ਰੋਸੈਸ ਹੈ ਉਹ ਇਸ ਲਈ ਥੋੜਾ ਹੌਲੀ ਹੋ ਜਾਂਦਾ ਹੈ। ਇੱਕ ਹੋਰ ਇੰਪੋਰਟੈਂਟ ਤਰੀਕਾ ਹੈ ਸਿਮੈਟ੍ਰਿਕ ਇਨਕ੍ਰਿਪਸ਼ਨ ਵਾਲਾ, ਇਹ ਥੋੜਾ ਜਿਹਾ ਫਾਸਟ ਹੈ, ਕੁਇਕ ਹੈ, ਤੇ ਜਿੱਥੇ ਆਪਾਂ ਨੂੰ ਬਹੁਤ ਜ਼ਿਆਦਾ ਕੋਈ ਹਾਈ ਲੈਵਲ ਦੀ ਇਨਕ੍ਰਿਪਸ਼ਨ ਦੀ ਲੋੜ ਨਹੀਂ ਪੈਂਦੀ, ਉੱਥੇ ਆਪਾਂ ਸਿਮੈਟ੍ਰਿਕ ਇਨਕ੍ਰਿਪਸ਼ਨ ਵਰਤ ਲੈਂਦੇ ਆ, ਕਿਉਂਕਿ ਇਹਦੇ ਅੰਦਰ ਸਿਰਫ ਇੱਕ ਹੀ ਕੀ ਹੈ, ਕੋਈ ਅਲੱਗ-ਅਲੱਗ ਪਬਲਿਕ ਤੇ ਪ੍ਰਾਈਵੇਟ ਕੀ ਨਹੀਂ। ਸੋ ਪੇਪਰ ਦੇ ਲਈ ਤੁਸੀਂ ਇਹ ਵੀ ਯਾਦ ਰੱਖਣਾ ਕਿ ਜਿਹੜਾ ਸਿਮੈਟ੍ਰਿਕ ਤਰੀਕਾ ਹੈ, ਇਹਦੇ ਵਿੱਚ ਸਿਰਫ ਇੱਕ ਕੀ ਵਰਤੀ ਜਾਂਦੀ ਹੈ, ਏਸਿਮੈਟ੍ਰਿਕ ਦੇ ਅੰਦਰ ਦੋ। ਨੈਕਸਟ ਇੰਪੋਰਟੈਂਟ ਚੀਜ਼ ਹੈ ਪੇਪਰ ਲਈ ਇਹਨਾਂ ਦੀਆਂ ਐਗਜ਼ਾਮਪਲ, ਇਹਨਾਂ ਦੀਆਂ ਟਾਈਪ। ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਦੇ ਮੇਨ ਮੈਥਡ ਨੇ DES ਡਿਜੀਟਲ ਇਨਕ੍ਰਿਪਸ਼ਨ ਸਟੈਂਡਰਡ, ट्रिपल DES, IDEA, ब्लोफिश। बाकी जिहड़ा एसिमेट्रिक है ਉਹਦੇ इंपॉर्टेंट ने RSA, then LGML, ਇਹ ਆਪਾਂ ਦੋਨੋਂ ਦੇਖਾਂਗੇ, ECC, DSA, ਨਾਲ ਇੱਕ ਹੋਰ ਹੈ ਡਾਈਫੀ, ਹੈਲਮਨ। ਸੋ ਇਹ ਨਾਮ ਯਾਦ ਰੱਖਣੇ ਨੇ। ਹੁਣ RSA ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ, ਕਾਮਨਲੀ ਯੂਜ਼ ਹੋਣ ਵਾਲਾ, ਤੇ ਸਟਾਰਟਿੰਗ ਵਿੱਚ ਹੀ ਜਦੋਂ ਸਿਸਟਮ ਸਟਾਰਟ ਹੋਇਆ ਸੀ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਦਾ, ਉਦੋਂ ਸਭ ਤੋਂ ਪਹਿਲਾਂ ਇਹਦੀ ਹੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਸੋ ਮੋਸਟ ਇੰਪਲੋਇਡ ਕ੍ਰਿਪਟੋ ਸਿਸਟਮ ਹੈ, ਟਰਸਟੇਬਲ ਕ੍ਰਿਪਟੋ ਸਿਸਟਮ ਹੈ, ਤੇ ਇਹਨੂੰ ਇਨਵੈਂਟ ਕੀਤਾ ਸੀ ਤਿੰਨ ਸਕਾਲਰਸ ਨੇ, ਜਿਨ੍ਹਾਂ ਦੇ ਨਾਮ ਉੱਤੇ ਹੀ ਇਹਦਾ ਨਾਮ ਪਿਆ RSA। ਸੋ RSA ਦੀ ਐਸ ਸੱਚ ਕੋਈ ਟੈਕਨੀਕਲ ਫੁੱਲ ਫਾਰਮ ਨਹੀਂ ਹੈ। R ਦਾ ਮਤਲਬ ਹੈ ਰੌਨ ਰਾਈਵੈਸਟ, S ਦਾ ਮਤਲਬ ਹੈ ਐਡੀ ਸ਼ਮੀਰ, ਤੇ A ਦਾ ਮਤਲਬ ਹੈ ਐਡਲਮੈਨ। ਸੋ ਲੈਨ ਐਡਲਮੈਨ, ਇਹ ਤਿੰਨਾਂ ਦੇ ਨਾਮ ਦੇ ਉੱਤੇ RSA ਕ੍ਰਿਪਟੋ ਸਿਸਟਮ ਦਾ ਨਾਮ ਪਿਆ। ਸੋ ਇਹਦੇ ਅੰਦਰ ਅਲੱਗ-ਅਲੱਗ ਪੇਅਰ ਆਫ ਕੀਜ਼ ਯੂਜ਼ ਕੀਤੀਆਂ ਜਾਂਦੀਆਂ ਨੇ ਕਿਉਂਕਿ ਏਸਿਮੈਟ੍ਰਿਕ ਦੀ ਟਾਈਪ ਹੈ। ਦੈਨ ਇਹਦੇ ਅੰਦਰ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਦੇ ਅਲੱਗ-ਅਲੱਗ ਟੈਕਨੀਕਲ ਮੈਥਮੈਟੀਕਲ ਐਲਗੋਰਿਥਮਸ ਵਰਤੀਆਂ ਜਾਂਦੀਆਂ ਨੇ। ਇਸ ਤਰੀਕੇ ਨਾਲ ਇੰਨਾ ਡਿਫਿਕਲਟ ਕੋਡ ਕਰ ਦਿੱਤਾ ਜਾਂਦਾ, ਇੰਨਾ ਡਿਫਿਕਲਟ ਸਾਈਫਰ ਟੈਕਸਟ ਬਣਾ ਦਿੱਤਾ ਜਾਂਦਾ ਕਿ ਉਹਨੂੰ ਕੋਈ ਵੀ ਪਾਰਟੀ ਜਲਦੀ ਹੈਕ ਨਹੀਂ ਕਰ ਸਕਦੀ। ਉਸ ਤੋਂ ਬਾਅਦ ਹੈ ਐਲਗੈਮਲ ਐਨਾਲਿਸਿਸ। ਇਹਦੇ ਅੰਦਰ ਹਰ ਯੂਜ਼ਰ ਦੀ ਪ੍ਰਾਈਵੇਟ ਕੀ ਹੁੰਦੀ ਹੈ X, ਤੇ ਨਾਲ ਤਿੰਨ ਕੰਪੋਨੈਂਟ ਹੁੰਦੇ ਨੇ ਪਬਲਿਕ ਕੀ ਦੇ, PGY, ਪ੍ਰਾਈਮ ਮੋਡਿਊਲਸ, ਜਨਰੇਟਰ, ਪਬਲਿਕ Y। ਜਿਹੜੀ ਸਟਰੈਂਥ ਹੈ ਕਿ ਕਿੰਨਾ ਕਿ ਡਿਫਿਕਲਟ ਹੈ, ਉਹ ਡਿਪੈਂਡ ਕਰਦਾ ਕਿ ਕਿੰਨੀ ਜਿਹੜੀ ਲੋਗੈਰਥਮ ਪ੍ਰੋਬਲਮ ਹੈ, ਲੌਗ ਲਗਾਇਆ, ਜਿਹੜਾ ਮੈਥਮੈਟੀਕਲ ਕੈਲਕੂਲੇਸ਼ਨ ਲਗਾਈ ਹੈ, ਉਹ ਕਿੰਨੀ ਕੁ ਕੰਪਲੈਕਸ ਹੈ, ਕਿੰਨੀ ਕੁ ਡਿਸਕ੍ਰੀਟ ਹੈ। ਜਿਹੜਾ ਸਿਕਿਉਰ ਕੀ ਸਾਈਜ਼ ਹੈ ਜਨਰਲੀ ਉਹ 1024 ਬਿਟਸ ਤੋਂ ਘੱਟ ਹੁੰਦਾ ਹੈ। ਇਹ ਪੇਪਰ ਲਈ ਤੁਸੀਂ ਯਾਦ ਰੱਖਣਾ ਹੈ। ਅੱਜ ਕੱਲ ਚਾਹੇ 2048 ਬਿਟ ਤੱਕ ਲੰਬੀ ਕੀ
ਇੰਨੀ ਲੰਬੀ ਕੀ, ਇੰਨੇ ਬਿਟਸ ਦੀ ਲੰਬੀ ਕੀ ਯੂਜ਼ ਕੀਤੀ ਜਾਂਦੀ ਹੈ ਸੋ ਦੈਟ ਜਿੰਨੀ ਕਿਉਂਕਿ ਲੰਬੀ ਹੋਊਗੀ ਉਨਾ ਹੀ ਹੈਕਰ ਨੂੰ ਡਿਫਿਕਲਟ ਹੋਊਗਾ ਉਸ ਕੋਡ ਨੂੰ ਹੈਕ ਕਰਨਾ। ਪਰ ਜਦੋਂ ਆਪਾਂ ਪ੍ਰੋਸੈਸਿੰਗ ਸਪੀਡ ਫਰੰਟ ਦੀ ਗੱਲ ਕਰੀਏ ਤਾਂ ਜਿਹੜਾ ਇਹ ਵਾਲਾ ਮੈਥਡ ਹੈ ਇਹ ਸਲੋ ਹੈ, ਮੇਨਲੀ ਔਥੈਂਟੀਕੇਸ਼ਨ ਪ੍ਰੋਟੋਕਾਲ ਦੇ ਲਈ ਵਰਤਿਆ ਜਾਂਦਾ ਹੈ। ਜ਼ਿਆਦਾ ਐਫੀਸ਼ੀਐਂਸੀ ਕਰਕੇ ਜਿਹੜਾ ਇਲਿਪਟੀਕਲ ਕਰਵ ਵੇਰੀਐਂਟ ਹੈ ਐਲਗੇਮਲ ਦਾ ਇਹ ਜ਼ਿਆਦਾ ਪਪੂਲਰ ਹੋ ਰਿਹਾ ਹੈ। ਸੋ ਇਹ ਵੀ ਤੁਸੀਂ ਨਾਮ ਯਾਦ ਰੱਖਣਾ ਹੈ, ਇਲਿਪਟਿਕ ਕਰਵ ਵੇਰੀਐਂਟ ਇਹ ਇਸੇ ਦਾ ਹੀ ਇੱਕ ਇੰਪੋਰਟੈਂਟ ਹਿੱਸਾ ਹੈ। ਨੈਕਸਟ ਕੰਸੈਪਟ ਹੈ ਸਾਈਬਰ ਸਿਕਿਉਰਿਟੀ ਦਾ। ਸੋ ਬੇਸਿਕਸ ਆਫ ਸਾਈਬਰ ਸਿਕਿਉਰਿਟੀ ਇਹ ਥੋੜਾ ਟੌਪਿਕ ਹੈ ਸਿਲੇਬਸ ਦੇ ਵਿੱਚ। ਸਾਈਬਰ ਸਿਕਿਉਰਿਟੀ ਦਾ ਸਿੰਪਲ ਜਿਹਾ ਮਤਲਬ ਹੁੰਦਾ ਹੈ ਸਾਈਬਰ ਇਜ਼ ਰਿਲੇਟਡ ਟੂ ਆਨਲਾਈਨ ਥਿੰਗਸ। ਸੋ ਜੋ ਵੀ ਕੰਪਿਊਟਰ ਦੇ ਜ਼ਰੀਏ ਆਪਾਂ ਆਨਲਾਈਨ ਡਿਜੀਟਲੀ ਕੁਝ ਵੀ ਟ੍ਰਾਂਜੈਕਸ਼ਨ ਕਰਦੇ ਹਾਂ, ਕੋਈ ਆਪਾਂ ਯੂਜ਼ ਕਰ ਰਹੇ ਹਾਂ ਕੰਪਿਊਟਰ ਨੂੰ, ਸੋ ਉਹ ਸਾਰੀਆਂ ਚੀਜ਼ਾਂ ਦੀ ਸਿਕਿਉਰਿਟੀ ਕਿਵੇਂ ਆਪਾਂ ਇਨਸ਼ੋਰ ਕਰ ਸਕਦੇ ਹਾਂ। ਸੋ ਜਿਹੜੀਆਂ ਵੀ ਟੈਕਨੋਲੋਜੀਆਂ, ਤਰੀਕੇ, ਪ੍ਰੋਸੈਸ ਅਪਣਾਏ ਜਾਂਦੇ ਨੇ ਕਿਸੇ ਵੀ ਡਿਵਾਈਸ ਨੂੰ, ਚਾਹੇ ਕੋਈ ਮੋਬਾਈਲ ਫੋਨ ਹੈ, ਆਪਣਾ ਲੈਪਟਾਪ ਹੈ, ਜਾਂ ਕਿਸੇ ਨੈਟਵਰਕ ਨੂੰ, ਪ੍ਰੋਗਰਾਮ ਨੂੰ, ਡੇਟਾ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹ ਸਾਰੇ ਦੇ ਸਾਰੇ ਇੱਕ ਸਾਈਬਰ ਅਟੈਕ ਤੋਂ ਬਚਾਉਣ ਦੇ ਲਈ ਜਿਹੜਾ ਪੂਰਾ ਦਾ ਪੂਰਾ ਸੈਟਅਪ ਤਿਆਰ ਕੀਤਾ ਜਾਂਦਾ ਹੈ ਉਹਨੂੰ ਆਪਾਂ ਕਹਿੰਦੇ ਆ ਸਾਈਬਰ ਸਿਕਿਉਰਿਟੀ। ਇੰਪੋਰਟੈਂਟ ਇੱਕ ਚੀਜ਼ ਯਾਦ ਰੱਖਣੀ ਹੈ, ਜਿਹੜੀ ਸਾਈਬਰ ਸਿਕਿਉਰਿਟੀ ਹੈ ਇਹਦੇ ਅੰਦਰ 3 ਸਟੈਂਡਰਡ ਤਰੀਕੇ ਅਪਣਾਏ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ CIA ਸ਼ਾਰਟ ਫਾਰਮ ਦੇ ਵਿੱਚ। C ਦਾ ਮਤਲਬ ਹੈ ਕੌਨਫੀਡੈਂਸ਼ੀਅਲਿਟੀ। ਕੌਨਫੀਡੈਂਸ਼ੀਅਲਿਟੀ ਦਾ ਸਿੰਪਲ ਸ਼ਬਦਾਂ 'ਚ ਮਤਲਬ ਹੁੰਦਾ ਹੈ ਸੀਕ੍ਰੇਸੀ, ਪ੍ਰਾਈਵੇਸੀ। ਆਪਣੀਆਂ ਚੀਜ਼ਾਂ ਦੀ ਜਿੰਨੀ ਹੋ ਸਕੇ ਸਟਰੋਂਗ ਪਾਸਵਰਡ ਲਗਾ ਕੇ ਸੀਕ੍ਰੇਸੀ ਰੱਖੋ, ਉਹਨਾਂ ਨੂੰ ਕੌਨਫੀਡੈਂਸ਼ੀਅਲ ਰੱਖੋ, ਆਪਣਾ ਡੇਟਾ ਪ੍ਰੋਟੈਕਟ ਕਰਕੇ ਰੱਖੋ, ਪ੍ਰਾਈਵੇਟ ਕਰਕੇ ਰੱਖੋ। ਇੰਟੈਗ੍ਰਿਟੀ, ਇੰਟੈਗ੍ਰਿਟੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਅੱਗੇ ਕੋਈ ਚੀਜ਼ ਟ੍ਰਾਂਸਫਰ ਕਰਨੀ ਹੈ ਜਾਂ ਕੋਈ ਡੇਟਾ ਤੁਸੀਂ ਕਿਸੇ ਤੋਂ ਲੈ ਰਹੇ ਹੋ, ਉਹ ਆਲਰੇਡੀ ਕੋਈ ਵਾਇਰਸ ਵਾਲਾ ਨਾ ਹੋਵੇ, ਕੋਈ ਕਰਪਟਡ ਨਾ ਹੋਵੇ। ਇੰਟੈਗ੍ਰਿਟੀ ਹੋਣੀ ਚਾਹੀਦੀ ਹੈ ਤੁਹਾਡੀ ਚੀਜ਼ ਦੀ, ਉਹ ਚੀਜ਼ ਅਨਇੰਟਰਪਟਡ ਬਿਨਾਂ ਕਿਸੇ ਥਰਡ ਪਾਰਟੀ ਦੇ, ਜੋ ਕੋਈ ਵੀ ਡਾਕੂਮੈਂਟ ਹੈ, ਤੁਹਾਡਾ ਪ੍ਰੋਗਰਾਮ ਹੈ, ਡਿਵਾਈਸ ਹੈ, ਬਿਨਾਂ ਕਿਸੇ ਥਰਡ ਪਾਰਟੀ ਦੀ ਇੰਟਰਫੇਰੈਂਸ ਤੋਂ ਚੱਲਣਾ ਚਾਹੀਦਾ ਹੈ। ਤੀਜੀ ਚੀਜ਼ ਹੈ ਅਵੇਲੇਬਿਲਿਟੀ। ਇਹਦਾ ਮਤਲਬ ਹੈ ਕਿ ਤੁਹਾਡਾ ਡੇਟਾ ਹੈ ਜਿਹੜਾ ਉਹ ਅਪ ਟੂ ਡੇਟ ਰਹਿਣਾ ਚਾਹੀਦਾ ਹੈ, ਤੁਹਾਡਾ ਡੇਟਾ ਖਰਾਬ ਨਾ ਹੋਵੇ, ਆਊਟਡੇਟਡ ਨਾ ਹੋਵੇ, ਇੱਧਰ ਉੱਧਰ ਨਾ ਜਾਵੇ। ਤੁਹਾਡੇ ਕੋਲ ਬੈਕਅਪ ਹੋਣਾ ਚਾਹੀਦਾ ਹੈ ਕਿ ਜਦੋਂ ਬਾਈ ਚਾਂਸ ਕੋਈ ਪਾਵਰ ਚਲੇ ਗਈ ਤਾਂ ਫਿਰ ਵੀ ਤੁਹਾਡਾ ਡੇਟਾ ਰਹੇ ਤੁਹਾਡੇ ਕੋਲ ਅਵੇਲੇਬਲ ਰਹੇ। ਟਾਈਮ ਟੂ ਟਾਈਮ ਅਪਡੇਟਡ ਫਾਇਰਵਾਲ ਇੰਸਟਾਲ ਕਰਕੇ ਰੱਖੋ, ਕੋਈ ਐਂਟੀਵਾਇਰਸ ਸੌਫਟਵੇਅਰ ਦੀ ਜੇ ਜ਼ਰੂਰਤ ਹੈ ਉਹਨੂੰ ਰੱਖੋ ਤੁਸੀਂ। ਸੋ ਆਪਣੇ ਪੂਰੇ ਸਿਸਟਮ ਨੂੰ ਅਪ ਟੂ ਡੇਟ ਤੇ ਅਵੇਲੇਬਲ ਕਰਕੇ ਰੱਖੋ ਸੋ ਦੈਟ ਬਾਈ ਚਾਂਸ ਜੇ ਕਦੇ ਕੋਈ ਸਾਈਬਰ ਅਟੈਕ ਹੁੰਦਾ, ਤੁਹਾਡਾ ਕੋਈ ਡੇਟਾ ਚੋਰੀ ਕਰ ਲੈਂਦਾ, ਤਾਂ ਤੁਹਾਡੇ ਕੋਲ ਤਾਂ ਇੱਕ ਬੈਕਅਪ ਹੋਣਾ ਜ਼ਰੂਰੀ ਹੈ। ਸੋ ਜੇ ਤੁਸੀਂ 3 ਚੀਜ਼ਾਂ ਅਪਣਾਉਂਦੇ ਹੋ ਤਾਂ ਉਹਨੂੰ ਮੰਨਿਆ ਜਾਂਦਾ ਹੈ ਕਿ ਇਹ ਮੇਨ ਸਟੈਂਡਰਡ ਤਰੀਕੇ ਨੇ ਸਾਈਬਰ ਸਿਕਿਉਰਿਟੀ ਦੇ। ਸੋ ਜਿਵੇਂ ਇਨਫੋਰਮੇਸ਼ਨ ਨੈਟਵਰਕ ਸਿਕਿਉਰਿਟੀ ਸਾਰੀ ਚੀਜ਼ਾਂ ਕੋਰਿਲੇਟਡ ਹੀ ਨੇ। ਆਪਾਂ ਕਿਸੇ ਵੀ ਨੈਟਵਰਕ ਨੂੰ ਸਿਕਿਉਰ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਇੰਸਟਾਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਚੀਜ਼ ਹੁੰਦੀ ਹੈ NAC। NAC ਦੀ ਤੁਹਾਨੂੰ ਪੇਪਰ 'ਚ ਫੁੱਲ ਫਾਰਮ ਵੀ ਆ ਸਕਦੀ ਹੈ। N ਦਾ ਮਤਲਬ ਹੈ ਨੈਟਵਰਕ, A stands for access control। ਸੋ ਸਭ ਤੋਂ ਪਹਿਲੀ ਚੀਜ਼ ਹੈ ਨੈਟਵਰਕ ਐਕਸੈਸ ਕੰਟਰੋਲ। ਇੰਸ਼ੋਰ ਕਰੋ ਕਿ ਜਿਹੜੇ ਪੋਟੈਂਸ਼ੀਅਲ ਅਟੈਕਰ ਨੇ, ਕੋਈ ਅਟੈਕ ਕਰ ਸਕਦਾ ਹੈ, ਉਹ ਤੁਹਾਡੇ ਨੈਟਵਰਕ ਨੂੰ ਤੋੜ ਨਾ ਸਕਣ, ਉਹਨੂੰ ਇਨਫਿਲਟਰੇਟ ਨਾ ਕਰ ਸਕਣ। ਦੂਜੀ ਚੀਜ਼ ਹੈ ਕੋਈ ਵੀ ਐਂਟੀਵਾਇਰਸ ਜਾਂ ਕੋਈ ਵੀ ਐਂਟੀ ਮਾਲਵੇਅਰ ਸੌਫਟਵੇਅਰ ਇੰਸਟਾਲ ਕਰਕੇ ਰੱਖੋ। ਫਾਇਰਵਾਲ ਪ੍ਰੋਟੈਕਸ਼ਨ ਵੈਰੀ ਵੈਰੀ ਇੰਪੋਰਟੈਂਟ। ਚੌਥੀ ਚੀਜ਼ ਹੈ VPN, ਵਰਚੁਅਲ ਪ੍ਰਾਈਵੇਟ ਨੈਟਵਰਕ। ਸੋ ਜਿਹੜਾ VPN ਹੈ ਇਹ ਇੱਕ ਕਨੈਕਸ਼ਨ ਕ੍ਰੀਏਟ ਕਰਦੇ ਨੇ ਨੈਟਵਰਕ ਦਾ ਕਿਸੇ ਹੋਰ ਐਂਡ ਪੁਆਇੰਟ ਤੋਂ, ਕਿਸੇ ਹੋਰ ਵੈਬਸਾਈਟ ਤੋਂ। ਸੋ ਉਸ ਚੀਜ਼ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਜਿਹੜੇ ਦੋ ਤੁਹਾਡੇ VPN ਦੇ ਪੁਆਇੰਟਸ ਨੇ ਇੱਕ ਨੈਟਵਰਕ ਤੋਂ ਜਿੱਥੋਂ ਤੁਹਾਡਾ ਦੂਜਾ ਨੈਟਵਰਕ ਦਾ ਐਂਡ ਪੁਆਇੰਟ ਆ ਜੁੜੇ ਹੋਏ ਨੇ, ਉੱਥੇ ਤੁਹਾਡੀ ਪ੍ਰੋਪਰ ਇਨਕ੍ਰਿਪਸ਼ਨ ਹੋਵੇ, ਐਂਡ ਟੂ ਐਂਡ ਇਨਕ੍ਰਿਪਸ਼ਨ ਹੋਵੇ। ਸੋ ਇਨਕ੍ਰਿਪਸ਼ਨ ਕੀ ਹੁੰਦੀ ਆਲਰੇਡੀ ਆਪਾਂ ਦੇਖ ਚੁੱਕੇ ਆ ਪਿੱਛੇ। ਸੋ ਕੋਈ ਥਰਡ ਪਾਰਟੀ ਤੁਹਾਡੇ ਡੇਟਾ ਨੂੰ, ਤੁਹਾਡੇ ਮੈਸੇਜ ਨੂੰ, ਇਨਫੋਰਮੇਸ਼ਨ ਨੂੰ ਪੜ੍ਹ ਨਾ ਸਕੇ। ਸੋ ਇਹ ਹੁੰਦੀਆਂ ਨੇ ਬੇਸਿਕ ਜਿਹੀਆਂ ਚੀਜ਼ਾਂ ਜਿਹੜੀਆਂ ਇੱਕ ਨੈਟਵਰਕ ਸਿਕਿਉਰਿਟੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ। ਸੋ ਮੈਂ ਰਿਪੀਟ ਕਰਦੀ ਹਾਂ 4 ਚੀਜ਼ਾਂ NAC, ਐਂਟੀਵਾਇਰਸ ਜਾਂ ਐਂਟੀ ਮਾਲਵੇਅਰ ਸੌਫਟਵੇਅਰ, ਫਾਇਰਵਾਲ, ਵਰਚੁਅਲ ਪ੍ਰਾਈਵੇਟ ਨੈਟਵਰਕ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕੀਤੀ ਹੈ ਪਿੱਛੇ ਕਿ ਸਾਈਬਰ ਅਟੈਕ ਤੋਂ ਬਚਾਉਣ ਲਈ ਆਪਾਂ ਸਾਈਬਰ ਸਿਕਿਉਰਿਟੀ ਦਾ ਸਾਰਾ ਸੈਟਅਪ ਤਿਆਰ ਕਰਦੇ ਹਾਂ। ਸਾਈਬਰ ਅਟੈਕ ਹੁੰਦੇ ਕੀ ਨੇ? ਸਾਈਬਰ ਅਟੈਕ 2 ਤਰੀਕੇ ਦੇ ਹੁੰਦੇ ਨੇ। ਇੱਕ ਤਾਂ ਜਿਹੜੇ ਵੈਬਸਾਈਟ ਦੇ ਜ਼ਰੀਏ ਤੁਹਾਡੇ ਕੰਪਿਊਟਰ ਡਿਵਾਈਸ 'ਚ ਆ ਕੇ
ਉਹਨੂੰ ਖਰਾਬ ਕਰ ਸਕਦੇ ਨੇ। ਦੂਜੇ ਹੁੰਦੇ ਨੇ ਸਿਸਟਮ ਬੇਸਡ। ਸੋ ਕਿਸੇ ਆਨਲਾਈਨ ਵੈਬਸਾਈਟ ਤੋਂ ਨਹੀਂ, ਤੁਹਾਡੇ ਸਿਸਟਮ ਦੇ ਵਿੱਚ ਹੀ ਕਿਸੇ ਬਾਹਰਲੀ ਚੀਜ਼ ਤੋਂ ਐਡ ਹੋ ਸਕਦੇ ਨੇ। ਤੁਸੀਂ ਕੋਈ ਐਕਸਟਰਨਲ ਡਿਵਾਈਸ ਐਡ ਕੀਤਾ ਹੈ, ਕੋਈ ਕਰਪਟਡ ਤੁਸੀਂ ਪੈਨ ਡਰਾਈਵ USB ਲਗਾ ਲਈ, ਉੱਥੋਂ ਆ ਗਿਆ, ਕੋਈ CD ਦੇ ਵਿੱਚ ਸੀਗਾ। ਸੋ ਇਸ ਟਾਈਪ ਦੇ ਜਿਹੜੇ ਅਟੈਕਸ ਹੁੰਦੇ ਨੇ। ਸੋ ਇੱਕ ਵਾਰੀ ਮੈਂ ਤੁਹਾਨੂੰ ਨਾਮ ਦੱਸ ਦਿੰਦੀ ਹਾਂ ਇੰਪੋਰਟੈਂਟ। ਵੈਬ ਬੇਸਡ ਅਟੈਕ ਵਿੱਚ ਆਉਂਦੇ ਨੇ ਇੰਜੈਕਸ਼ਨ ਅਟੈਕ, DNS ਸਪੂਫਿੰਗ, ਸੈਸ਼ਨ ਹਾਈਜੈਕਿੰਗ, ਦੈਨ ਫਿਸ਼ਿੰਗ, ਬਰੂਟ ਫੋਰਸ ਹੋ ਗਿਆ, ਡਿਨਾਈਲ ਆਫ ਸਰਵਰ, ਦੈਨ ਵੋਲਿਊਮ ਬੇਸਡ ਅਟੈਕ ਹੁੰਦੇ ਨੇ, ਪ੍ਰੋਟੋਕਾਲ ਅਟੈਕ ਹੁੰਦੇ ਨੇ। ਇਹਦੀ ਵੀ ਅਲੱਗ-ਅਲੱਗ ਫਰਦਰ ਕੈਟਾਗਰੀਜ਼ ਹੁੰਦੀਆਂ ਨੇ ਡਿਨਾਈਲ ਆਫ ਸਰਵਿਸ ਦੀਆਂ। ਦੈਨ ਹੁੰਦਾ ਡਿਕਸ਼ਨਰੀ ਅਟੈਕ, URL ਇੰਟਰਪ੍ਰੀਟੇਸ਼ਨ, ਫਾਈਲ ਇਨਕਲੂਜਨ, ਮੈਨ ਇਨ ਦ ਮਿਡਲ ਅਟੈਕ। ਦਿਸ ਇਜ਼ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਸਿਸਟਮ ਬੇਸ ਦੀ, ਜੋ ਕਾਮਨ ਨੇ। ਵਾਇਰਸ ਹੋ ਗਿਆ, ਵਰਮ, ਟ੍ਰੋਜਨ ਹਾਰਸ, ਬੈਕਡੋਰ, ਬੋਟਸ, ਰੋਬੋਟ ਦੀ ਸ਼ਾਰਟ ਫਾਰਮ ਹੁੰਦੀ ਹੈ ਬੋਟਸ। ਸੋ ਇਹ ਜਿਹੜੇ ਸਾਰੇ ਨੇ ਇਹ ਨੇ ਸਿਸਟਮ ਅਟੈਕ। ਇਹਨਾਂ ਦੀ ਡੀਟੇਲ ਕੀ ਉਹ ਸਾਰੀ ਨੋਟਸ ਵਿੱਚ ਅਵੇਲੇਬਲ ਹੈ, ਸੋ ਤੁਸੀਂ ਉੱਥੋਂ ਰੀਡ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਵਾਇਰਸ ਹੈ ਪਾਰਟਿਕੂਲਰਲੀ, ਇਹ ਆਪਣੇ ਡਿਵਾਈਸ ਵਿੱਚ ਕਿਵੇਂ ਆ ਸਕਦੇ ਨੇ। ਸੋ ਸਪੈਮ ਈਮੇਲਸ ਦੇ ਜ਼ਰੀਏ, ਇਨਸਟੈਂਟ ਮੈਸੇਜਿੰਗ, ਫਾਈਲ ਸ਼ੇਅਰਿੰਗ ਸਰਵਿਸਿਜ਼, ਫੇਕ ਐਂਟੀਵਾਇਰਸ ਡਾਊਨਲੋਡ ਦਾ ਕਈ ਵਾਰੀ ਆਪਾਂ ਨੂੰ ਮੈਸੇਜ ਜਾਂ ਈਮੇਲ ਆ ਜਾਂਦੀ ਹੈ, ਕੋਈ ਅਨਪੈਚ ਸੌਫਟਵੇਅਰ ਹੈ ਜਾਂ ਫਿਰ ਕੋਈ ਹਾਰਡਵੇਅਰ ਇਨਫੈਕਟਡ ਹੈ। ਸੋ ਇਹ ਸਾਰੀਆਂ ਆਊਟਸਾਈਡ ਚੀਜ਼ਾਂ ਤੋਂ ਆਪਣੇ ਸਿਸਟਮ ਦੇ ਅੰਦਰ ਆ ਸਕਦਾ ਹੈ ਵਾਇਰਸ। ਵਾਇਰਸ ਦੀਆਂ ਟਾਈਪਸ ਕੀ ਨੇ? ਸੋ 8 ਮੇਨ ਤਰੀਕੇ ਦੇ ਵਾਇਰਸ ਨੇ। ਇਹ ਤੁਸੀਂ ਇੱਕ ਵਾਰੀ ਰੀਡ ਜ਼ਰੂਰ ਕਰ ਸਕਦੇ ਹੋ ਕਿਹੜੇ ਨੇ। ਮੈਂ ਤੁਹਾਨੂੰ ਇਹ ਨਾਮ ਦੱਸ ਦਿੰਦੀ ਹਾਂ। ਪਿਛਲੇ ਸਾਲ ਪੇਪਰ ਦੇ ਵਿੱਚ ਸਬ ਇੰਸਪੈਕਟਰ ਦੀ ਇੱਕ ਸ਼ਿਫਟ ਵਿੱਚ ਵਾਇਰਸ ਦੀ ਟਾਈਪ ਉੱਤੇ ਕੁਐਸਚਨ ਆਇਆ ਸੀ, ਸੋ ਇਸ ਲਈ ਉਹਨਾਂ ਨੇ ਮੈਂ ਅਲੱਗ ਤੋਂ ਐਡ ਕੀਤਾ ਹੈ। ਬੂਟ ਸੈਕਟਰ ਵਾਇਰਸ, ਜਿਹੜਾ ਕੰਪਿਊਟਰ ਦੇ ਮਾਸਟਰ ਬੂਟ ਰਿਕਾਰਡ ਨੂੰ ਇਨਫੈਕਟ ਕਰਦਾ, ਓਵਰਰਾਈਟ ਡਿਸਟਰੋਏ ਕਰ ਦਿੰਦਾ ਆਪਣੀ ਫਾਈਲ ਨੂੰ। ਰੈਜ਼ੀਡੈਂਟ ਵਾਇਰਸ, ਮੈਮਰੀ ਦੇ ਵਿੱਚ ਹੀ ਰਹਿ ਜਾਂਦਾ। ਫਾਈਲ ਇਨਫੈਕਟਿੰਗ, ਕੋਡ ਨੂੰ ਐਗਜ਼ੀਕਿਊਟੇਬਲ ਫਾਈਲ ਦੇ ਨੂੰ ਇਨਫੈਕਟ ਕਰਦਾ ਹੈ। ਮੈਕਰੋ ਵਾਇਰਸ ਹੋ ਗਿਆ। ਦੈਨ ਵੈਬ ਸਕ੍ਰਿਪਟਿੰਗ, ਪੋਲੀਮੋਰਫਿਕ, ਦਿਸ ਇਜ਼ ਇੰਪੋਰਟੈਂਟ। ਉਸ ਤੋਂ ਬਾਅਦ ਹੈ ਮਲਟੀਪਾਰਟਾਈਟ। ਸੋ 8 ਤਰੀਕੇ ਦੇ ਮੇਨ ਕੈਟਾਗਰੀਜ਼ ਨੇ ਵਾਇਰਸ ਦੀਆਂ, ਜੋ ਪੇਪਰ ਲਈ ਤੁਸੀਂ ਇੱਕ ਵਾਰੀ ਜ਼ਰੂਰ ਰੀਡ ਕਰਕੇ ਜਾਣੀ ਹੈ। ਸੋ ਨੈਕਸਟ ਟੌਪਿਕ ਹੈ ਮੋਬਾਈਲ ਫੋਨਸ ਦਾ। ਪਰ ਇਹ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦੀ ਹਾਂ ਜੋ ਪ੍ਰੀਵੀਅਸ ਲੈਕਚਰ ਨਾਲ ਰਿਲੇਟਡ ਹੈ। ਸੋ ਜਦੋਂ ਤੁਸੀਂ ਸਾਈਬਰ ਸਿਕਿਉਰਿਟੀ ਵਾਲਾ ਟੌਪਿਕ ਕਰਕੇ ਜਾਣਾ, ਉਹਦੇ ਵਿੱਚ 2-3 ਚੀਜ਼ਾਂ ਤੁਸੀਂ ਜ਼ਰੂਰ ਐਕਸਟਰਾ ਪੜ੍ਹ ਕੇ ਜਾਣੀਆਂ ਨੇ। ਸਾਈਬਰ ਲਾਸ ਤੇ ਫੋਰੈਂਸਿਕ ਬਾਰੇ, ਜਿਹਦੇ ਅੰਦਰ IT ਐਕਟ ਆਉਂਦਾ 2000 ਦਾ, PDPB ਬਿੱਲ ਆਉਂਦਾ, ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ 2019 ਦਾ, ਤੇ ਨਾਲ ਇੱਕ ਸਰਟਨ ਰੂਲਸ ਆਉਂਦੇ ਨੇ 2013 ਦੇ। ਸੋ ਇਹ 3 ਚੀਜ਼ਾਂ ਉਰੇ ਮੈਂ ਤੁਹਾਨੂੰ ਲਿਖ ਦਿੰਨੀ ਆ। ਸਰਟ ਇਨ ਰੂਲਸ 2013 ਦੇ, IT ਐਕਟ ਪੜ੍ਹ ਕੇ ਜਾਣਾ 2000 ਦਾ, ਤੇ ਨਾਲ ਤੁਸੀਂ ਜਿਹੜਾ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ ਸੀ 2019 ਦਾ। ਇਹ ਕੁਝ ਚੀਜ਼ਾਂ ਜ਼ਰੂਰ ਪੜ੍ਹ ਕੇ ਜਾਣੀਆਂ ਨੇ ਇਨ ਐਡੀਸ਼ਨ ਟੂ ਦ ਬੇਸਿਕ ਸਾਈਬਰ ਸਿਕਿਉਰਿਟੀ ਥਿਊਰੀ। ਸੋ ਉਸ ਤੋਂ ਬਾਅਦ ਟੌਪਿਕ ਹੈ ਆਪਾਂ ਨੂੰ ਸਿਲੇਬਸ ਵਿੱਚ ਮੋਬਾਈਲ ਫੋਨਸ ਨਾਲ ਰਿਲੇਟਡ, ਇਹਦੀ ਬੇਸਿਕ ਫੰਕਸ਼ਨਿੰਗ ਉੱਤੇ, ਸੈਟਅਪ ਉੱਤੇ। ਸੋ ਬੇਸਿਕਸ ਆਫ ਮੋਬਾਈਲ ਫੋਨ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਇਹਨਾਂ ਦੀ ਹਿਸਟਰੀ। 1982 ਤੋਂ ਆਪਾਂ ਸ਼ੁਰੂ ਕਰਦੇ ਹਾਂ। ਸੋ ਇਸ ਟਾਈਪ ਦਾ ਮੋਬਾਇਰਾ ਸੀਨੇਟਰ NMT 450, ਇਹ ਬਹੁਤ ਜ਼ਿਆਦਾ ਭਾਰੀ ਸੀ, 22 ਪਾਉਂਡ ਤੱਕ ਦਾ ਇਹਦਾ weight ਸੀ। ਪਰ ਜੇ ਆਪਾਂ ਗੱਲ ਕਰਦੇ ਹਾਂ ਪਹਿਲੇ ਸੈੱਲ ਫੋਨ ਦੀ, ਇਹੀ ਪੇਪਰ 'ਚ ਕੁਐਸਚਨ ਆਉਂਦਾ ਹੁੰਦਾ ਕਿ ਪਹਿਲਾ ਸੈੱਲ ਫੋਨ ਕਿਹੜੀ ਕੰਪਨੀ ਨੇ ਰਿਲੀਜ਼ ਕੀਤਾ ਸੀ, ਸਾਲ ਕਿਹੜਾ ਸੀ। ਸੋ ਇਹ ਤੁਸੀਂ ਦੇਖ ਸਕਦੇ ਹੋ ਪਿਕਚਰ, ਤੇ ਇਹ ਕੀਤਾ ਸੀ ਮਟਰੋਲਾ ਨੇ 1984। ਫਿਰ ਮਟਰੋਲਾ ਦਾ ਹੀ ਮਾਈਕਰੋਟੈਕ ਆਇਆ ਸੀ, ਜਿਹੜਾ ਇਹ ਡਿਵਾਈਸ ਸੀ ਇਹਦਾ ਨਾਮ ਸੀ 8000X। ਉਸ ਤੋਂ ਬਾਅਦ 1989 ਚ ਆਇਆ, ਫਿਰ ਨੋਕੀਆ ਦਾ ਪਹਿਲਾ ਆਇਆ 1992 ਚ, ਦੈਨ 2002 ਚ ਬਲੈਕਬੈਰੀ ਦਾ, ਫਿਰ 2004 ਦੇ ਵਿੱਚ ਮਟਰੋਲਾ ਦਾ, ਦੈਨ ਪਾਮ ਟ੍ਰੀਓ 2005, ਐਪਲ ਦਾ ਪਹਿਲਾ ਆਈਫੋਨ, ਇਹ ਇੰਪੋਰਟੈਂਟ ਯਾਦ ਰੱਖਣਾ, 2007, HTC Evo 4G 2010। ਉਸ ਤੋਂ ਬਾਅਦ ਆਪਾਂ ਮੋਬਾਈਲ ਫੋਨ ਦੀ ਜਦੋਂ ਗੱਲ ਕਰਦੇ ਹਾਂ, ਇਹਦਾ ਬੇਸਿਕ ਮੀਨਿੰਗ ਹੈ ਮੋਬਾਈਲ ਫੋਨ ਇੱਕ ਇਹੋ ਜਿਹਾ ਵਾਇਰਲੈਸ, ਬਿਨਾਂ ਤਾਰ ਨਾਲ ਜੁੜਿਆ, ਹੈਂਡ ਹੈਲਡ, ਹੱਥ 'ਚ ਫੜਨ ਵਾਲਾ ਡਿਵਾਈਸ ਹੈ ਜਿਹੜਾ ਯੂਜ਼ਰ ਨੂੰ ਅਲਾਉ ਕਰਦਾ ਹੈ ਕਿ ਉਹ ਕਿਸੇ ਨੂੰ ਫੋਨ ਕਰ ਵੀ ਸਕਦੇ ਨੇ, ਰਿਸੀਵ ਵੀ ਕਰ ਸਕਦੇ ਨੇ। ਬਾਕੀ ਅੱਜ ਕੱਲ੍ਹ ਦਾ ਹੋਰ ਬਹੁਤ ਸਾਰੇ ਫੀਚਰਸ ਨੇ, ਪਰ ਮੋਬਾਈਲ ਫੋਨ ਨੂੰ ਮੇਨਲੀ ਤਿਆਰ ਇਸ ਚੀਜ਼ ਲਈ ਕੀਤਾ ਗਿਆ ਸੀ। ਸੋ ਇਹਦੇ 'ਚ ਇੱਕ ਇੰਪੋਰਟੈਂਟ ਜੋ ਤੁਸੀਂ ਪੇਪਰ ਲਈ ਚੀਜ਼ ਯਾਦ ਰੱਖਣੀ ਹੈ, ਮੋਬਾਈਲ ਫੋਨ, ਸੈੱਲ ਫੋਨ,
ਤੇ ਅੱਜ ਦਾ ਜਿਹੜਾ ਮੌਜੂਦਾ ਸਮੇਂ ਦਾ ਇੱਕ ਵਰਡ ਯੂਜ਼ ਹੁੰਦਾ ਹੈ ਸਮਾਰਟਫੋਨ। ਇਹ ਤਿੰਨੋਂ ਚੀਜ਼ਾਂ ਸੇਮ ਨੇ। ਜਿਹੜਾ ਮੋਬਾਈਲ ਫੋਨ ਹੈ ਉਹ ਕੰਮ ਕਰਦਾ ਹੈ ਇੱਕ ਸੈਲੂਲਰ ਸਿਸਟਮ ਦੇ ਅਕੋਰਡਿੰਗ। ਜਿਹੜਾ ਸੈਲੂਲਰ ਸਿਸਟਮ ਹੈ, ਜਿਵੇਂ ਆਪਾਂ ਟਾਵਰ ਦੇਖਦੇ ਹਾਂ, ਇੱਕ ਕੰਪਨੀ ਹੈ ਜਿਹਦੇ ਆਪਣੇ ਕੋਲ ਸਰਵਿਸ ਹੁੰਦੀ ਹੈ, ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਪੂਰੇ ਦੇ ਪੂਰੇ ਸੈਲੂਲਰ ਸਿਸਟਮ ਨੂੰ, ਜਿਵੇਂ ਨੇੜੇ ਨੇੜੇ ਟਾਵਰ ਹੁੰਦੇ ਨੇ। ਸੋ ਕੁਝ ਸਮਾਲ ਸੈਲਸ ਦੇ ਵਿੱਚ ਏਰੀਆ ਨੂੰ ਡਿਵਾਈਡ ਕਰਕੇ ਵੰਡਿਆ ਜਾਂਦਾ ਹੈ। This allows extensive frequency। ਇਹਦੇ ਨਾਲ ਕੀ ਹੈ, ਜਦੋਂ ਏਰੀਆ 'ਚ ਵੰਡਿਆ ਜਾਂਦਾ ਤਾਂ ਉਸ ਪਾਰਟਿਕੂਲਰ ਜ਼ਿਆਦਾ ਟ੍ਰੈਫਿਕ ਇਕੱਠੀ ਨਹੀਂ ਹੁੰਦੀ। ਪਾਰਟਿਕੂਲਰ ਏਰੀਆ ਦੇ ਜਿਹੜੇ ਲੋਕ ਨੇ, ਮੋਬਾਈਲ ਯੂਜ਼ਰਸ ਨੇ, ਉਹਨਾਂ ਨੂੰ ਫਿਰ ਪ੍ਰੋਪਰ ਤਰੀਕੇ ਦੇ ਨਾਲ ਬਿਨਾਂ ਕਿਸੇ ਇੰਟਰਪਸ਼ਨ ਤੋਂ ਸੈਲੂਲਰ ਸਰਵਿਸਿਜ਼ ਮਿਲਦੀਆਂ ਰਹਿੰਦੀਆਂ ਨੇ। Cellular network has a number of advantage: increased capacity, reduced power usage, large area cover ਕੀਤਾ ਜਾਂਦਾ ਹੈ। Analog to digital conversion। ਮੋਬਾਈਲ ਫੋਨ ਦਾ ਜਿਹੜੇ ਨੈਟਵਰਕਿੰਗ ਸਿਸਟਮ ਹੈ ਉਹਦਾ ਮੇਨ ਕੰਮ ਹੈ ਕਿ ਜੋ ਆਪਾਂ ਬੋਲ ਰਹੇ ਹਾਂ ਉਹਨੂੰ ਡਿਜੀਟਲੀ ਫੋਨ ਦੇ ਜ਼ਰੀਏ ਕਨਵਰਟ ਕਰਕੇ ਦੂਜੀ ਪਾਰਟੀ ਤੱਕ ਆਪਣਾ ਮੈਸੇਜ ਪਹੁੰਚਾਇਆ ਜਾ ਸਕੇ। ਸੋ ਜਿਹੜਾ ਇਹਦੇ ਵਿੱਚ ਫੰਕਸ਼ਨ ਹੁੰਦਾ ਹੈ ਉਹ ਹੁੰਦਾ ਹੈ ਐਨਾਲੌਗ ਟੂ ਡਿਜੀਟਲ ਕਨਵਰਜਨ। ਜਿਹੜੀ ਮੋਬਾਈਲ ਫੋਨ ਦੇ ਅੰਦਰ ਰੇਡੀਓ ਫ੍ਰੀਕੁਐਂਸੀ ਐਲੀਮੈਂਟ ਹੁੰਦਾ ਉਹਦਾ ਮਤਲਬ ਹੁੰਦਾ ਇਹ ਜਿਹਾ ਸੈਕਸ਼ਨ। ਸਿਗਨਲ ਫ੍ਰੀਕੁਐਂਸੀ ਦਾ ਤਾਂ ਮਤਲਬ ਹੈ ਕਿ ਸਮਾਲ ਸੈਲਸ ਦੇ ਵਿੱਚ ਸਿਗਨਲ ਸਹੀ ਤਰੀਕੇ ਦੇ ਨਾਲ ਲੈ ਕੇ ਆਉਣ ਦੇ ਲਈ ਸੈਲੂਲਰ ਸਿਸਟਮ ਨੂੰ ਅਲੱਗ-ਅਲੱਗ ਡਿਵੀਜ਼ਨਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਰੇਡੀਓ ਫ੍ਰੀਕੁਐਂਸੀ ਐਲੀਮੈਂਟ ਦਾ ਮਤਲਬ ਹੈ ਸੈੱਲ ਫੋਨ ਦਾ ਉਹ ਡਿਜ਼ਾਈਨ, ਉਹ ਏਰੀਆ ਜਿੱਥੇ ਸਾਰਾ ਟਰਾਂਸਮਿਸ਼ਨ ਤੇ ਰਿਸੀਵਰ ਸਰਕਟ ਦਾ ਕੰਮ ਹੁੰਦਾ ਹੈ। ਸੋ ਉਹ ਸਾਰਾ ਏਰੀਆ ਹੁੰਦਾ ਹੈ ਰੇਡੀਓ ਫ੍ਰੀਕੁਐਂਸੀ ਦਾ। ਤੇ ਡਾਇਰੈਕਟ ਜਿਹੜੀ ਕਨਵਰਜਨ ਟੈਕਨੀਕ ਵਰਤੀ ਜਾਂਦੀ ਹੈ ਐਨਾਲੌਗ ਟੂ ਡਿਜੀਟਲ ਕਨਵਰਜਨ, ਇਹ ਇਸੇ ਰੇਡੀਓ ਫ੍ਰੀਕੁਐਂਸੀ ਐਲੀਮੈਂਟ ਦੇ ਜ਼ਰੀਏ ਹੀ ਹੁੰਦੀ ਹੈ। ਸੋ ਇਹ ਵੀ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਇੱਕ ਹੋਰ ਇੰਪੋਰਟੈਂਟ ਚੀਜ਼ ਸਿਮ ਕਾਰਡ। ਸਿਮ ਕਾਰਡ ਮੋਬਾਈਲ ਫੋਨਸ ਦੇ ਨਾਲ ਰਿਲੇਟਡ ਇੱਕ ਬਹੁਤ ਇੰਪੋਰਟੈਂਟ ਕੰਸੈਪਟ ਹੈ। ਇਹਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇਹਦਾ ਕੰਮ ਕੀ ਹੈ? ਜਿਹੜਾ ਇੱਕ ਸਿਮ ਕਾਰਡ ਹੈ, ਇੱਕ ਇਹੋ ਜਿਹਾ ਸਮਾਰਟ ਟਾਈਪ ਦਾ ਤਿਆਰ ਕੀਤਾ ਹੋਇਆ ਕਾਰਡ ਹੈ ਜਿਹਨੂੰ ਜਦੋਂ ਤੁਸੀਂ ਆਪਣੇ ਮੋਬਾਈਲ ਫੋਨ ਦੇ ਅੰਦਰ ਇਨਸਰਟ ਕਰਦੇ ਹੋ, ਇਹ ਡਿਟੈਚੇਬਲ ਹੁੰਦਾ ਹੈ, ਤੁਸੀਂ ਬਾਹਰ ਵੀ ਕੱਢ ਸਕਦੇ ਹੋ, ਅੰਦਰ ਵੀ ਪਾ ਸਕਦੇ ਹੋ, ਤਾਂ ਤੁਸੀਂ ਇੱਕ ਸਟੋਰ ਕਰਕੇ ਰੱਖ ਸਕਦੇ ਹੋ ਕੰਟੈਕਟ ਦੀ ਇਨਫੋਰਮੇਸ਼ਨ। ਇੱਕ ਫੋਨ ਬੁੱਕ ਹੁੰਦਾ ਸਿਮ, ਇਹਦੇ ਅੰਦਰ ਤੁਸੀਂ ਕਿਹਨੂੰ ਕਾਲ ਕਰਨੀ ਹੈ, ਕਿਹੜੀ ਸਰਵਿਸ ਯੂਜ਼ ਕਰਕੇ ਕਾਲ ਕਰਨੀ ਹੈ, ਉਸ ਕੰਪਨੀ ਦਾ ਪਹਿਲਾਂ ਤਾਂ ਤੁਸੀਂ ਸਿਮ ਖਰੀਦਦੇ ਹੋ ਤੇ ਫਿਰ ਤੁਸੀਂ ਉਹਦੇ ਅੰਦਰ ਪੂਰੇ ਕੰਟੈਕਟਸ ਆਪਣੇ ਐਡ ਕਰ ਸਕਦੇ ਹੋ। ਸੋ ਇੱਕ ਫੋਨ ਬੁੱਕ ਦੀ ਤਰ੍ਹਾਂ ਇੱਕ ਸਿਮ ਕਾਰਡ ਕੰਮ ਕਰਦਾ ਹੈ ਤੇ ਆਪਾਂ ਨੂੰ ਜੋ ਵੀ ਫੈਸਿਲਿਟੀਜ਼ ਚਾਹੀਦੀਆਂ ਨੇ ਇਨ ਐਡੀਸ਼ਨ ਟੂ ਕਾਲਿੰਗ ਪਰਪਸ, ਜਿਵੇਂ ਆਪਾਂ ਨੂੰ ਇੰਟਰਨੈਟ ਫੈਸਿਲਿਟੀ ਚਾਹੀਦੀ ਹੈ, ਉਹ ਸਾਰੀਆਂ ਆਪਾਂ ਜਿਹੜੀ ਕੰਪਨੀ ਆਪਾਂ ਨੂੰ ਸਿਮ ਕਾਰਡ ਦੇ ਰਹੀ ਹੈ, ਜਿਹਦਾ ਆਪਾਂ ਨੇ ਸਰਵਿਸ ਬਾਏ ਕੀਤੀ ਹੈ, ਉਹੀ ਸੈਲੂਲਰ ਕੰਪਨੀ ਫਿਰ ਆਪਣਾ ਉਸ ਸਿਮ ਕਾਰਡ ਦੇ ਅੰਦਰ ਉਹ ਸਾਰੀਆਂ ਜਿਵੇਂ ਜਿਵੇਂ ਆਪਾਂ ਪੇਮੈਂਟ ਕਰਦੇ ਆ ਪੈਕੇਜ ਦੇ ਅਨੁਸਾਰ ਜੋ ਫੀਚਰਸ ਆਪਾਂ ਲੈਣਾ ਚਾਹੁੰਦੇ ਆ ਉਹ ਸਾਰੇ ਐਡ ਕਰ ਦਿੰਦੇ ਆ। ਉਸ ਤੋਂ ਬਾਅਦ ਜਿਹੜਾ ਇੱਕ ਮੋਬਾਈਲ ਹੁੰਦਾ ਉਹਦੇ ਅਲੱਗ-ਅਲੱਗ ਅੰਦਰ ਚੀਜ਼ਾਂ ਨੇ, ਪਾਰਟਸ ਨੇ। ਸੋ ਇਹ ਸਾਰੇ ਤੁਸੀਂ ਦੇਖ ਸਕਦੇ ਹੋ। ਸਿਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਕੰਟਰੋਲ ਪ੍ਰੋਸੈਸਰ ਹੁੰਦਾ ਹੈ, ਬੈਟਰੀ ਹੁੰਦੀ ਹੈ। ਸੋ ਕੁਝ ਮੋਬਾਈਲ ਦੇ ਕੋਡਸ ਹੁੰਦੇ ਨੇ, ਜਿਵੇਂ ESN ਹੋ ਗਿਆ। ESN ਦੀ ਫੁੱਲ ਫਾਰਮ ਹੈ ਇਲੈਕਟ੍ਰੋਨਿਕ ਸੀਰੀਅਲ ਨੰਬਰ। ਇਹ ਯੂਨੀਕ 32 ਬਿਟ ਦਾ ਨੰਬਰ ਹੁੰਦਾ ਹੈ ਜਿਹੜਾ ਫੋਨ ਦੇ ਅੰਦਰ ਪ੍ਰੋਗਰਾਮਡ ਹੁੰਦਾ ਹੈ। ਦੈਨ MIN, ਵੈਰੀ ਇੰਪੋਰਟੈਂਟ, ਇਹਦੀ ਫੁੱਲ ਫਾਰਮ ਵੀ ਪੇਪਰ 'ਚ ਆ ਜਾਂਦੀ ਹੈ, ਮੋਬਾਈਲ ਆਈਡੈਂਟੀਫਿਕੇਸ਼ਨ ਨੰਬਰ। ਹਰ ਇੱਕ ਮੋਬਾਈਲ ਫੋਨ ਦਾ ਆਪਣਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ ਹੈ। ਬਾਈ ਚਾਂਸ ਤੁਹਾਡਾ ਫੋਨ ਕਿਤੇ ਖੋ ਜਾਂਦਾ ਤਾਂ ਜੋ ਕੋਈ ਵੀ ਸਾਈਬਰ ਸੈੱਲ ਵਾਲੇ ਜੋ ਤੁਹਾਡਾ ਫੋਨ ਟਰੈਕ ਕਰਦੇ ਨੇ ਤਾਂ ਇਸੇ ਮੋਬਾਈਲ ਆਈਡੈਂਟੀਫਿਕੇਸ਼ਨ ਨੰਬਰ ਦੇ ਜ਼ਰੀਏ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਤੋਂ ਬਾਅਦ ਹੁੰਦਾ ਹੈ ਸਿਸਟਮ ਆਈਡੈਂਟੀਫਿਕੇਸ਼ਨ ਕੋਡ SID। ਇਹ 5 ਡਿਜਿਟ ਦਾ ਨੰਬਰ ਹੁੰਦਾ ਹੈ ਜਿਹੜਾ ਹਰੇਕ ਕੈਰੀਅਰ ਨੂੰ ਦਿੱਤਾ ਜਾਂਦਾ ਹੈ FCC ਦੇ ਦੁਆਰਾ। ਸੋ ਤਿੰਨ ਜਿਹੜੇ ਕੋਡਸ ਤੁਸੀਂ ਯਾਦ ਰੱਖਣੇ ਨੇ ਮੋਬਾਈਲ ਦੇ, ESN, MIN, SID। ਜਿਹੜਾ ESN ਹੈ ਪਰਮਾਨੈਂਟ ਪਾਰਟ ਹੁੰਦਾ ਫੋਨ ਦਾ, ਪਰ ਜਿਹੜੇ MIN ਤੇ SID ਕੋਡ ਨੇ ਇਹ ਪ੍ਰੋਗਰਾਮ ਕੀਤੇ ਜਾਂਦੇ ਨੇ ਫੋਨ ਦੇ ਅੰਦਰ ਸਰਵਿਸ ਪਲਾਨ ਦੇ ਅਕੋਰਡਿੰਗ, ਜਿਹੜਾ ਆਪਣਾ ਬੇਸਿਕਲੀ ਫੋਨ ਨੰਬਰ ਹੁੰਦਾ ਹੈ MIN। ਉਸ ਤੋਂ ਬਾਅਦ ਜਦੋਂ ਆਪਾਂ ਮੋਬਾਈਲ ਹਾਰਡਵੇਅਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਡਿਸਪਲੇ, ਮੈਮਰੀ, ਇਹ ਸਾਰਾ ਕੁਝ ਜਿਹੜੀ ਬਾਹਰ ਵਾਲੀ ਚੀਜ਼ਾਂ ਹੁੰਦੀਆਂ ਨੇ, ਕੈਮਰਾ ਹੋ ਗਿਆ, ਪ੍ਰੋਸੈਸਰ, ਟੈਕਸਟ ਇਨਪੁਟ, ਕਾਰਡ ਸਲੌਟ, ਵੌਇਸ ਇਨਪੁਟ, ਪੋਜੀਸ਼ਨਿੰਗ, ਬੈਟਰੀ, ਡਿਸਪਲੇ, ਸੈੱਲ ਇੰਟਰਫੇਸ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਦੈਨ ਆਪਾਂ ਸੌਫਟਵੇਅਰਸ ਦੀ ਜੇ ਗੱਲ ਕਰੀਏ ਤਾਂ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਾਂ ਆਪਣੀ ਮਰਜ਼ੀ ਦੇ ਨਾਲ ਇੰਸਟਾਲ ਕਰ ਸਕਦੇ ਹਾਂ। ਕੁਝ ਇਨਬਿਲਟ ਹੁੰਦੀਆਂ ਨੇ ਜਿਵੇਂ ਚੈਟ, ਵੈਬ, ਮੈਸੇਜਿੰਗ ਹੋ ਗਿਆ,
पर्सनल इंफॉर्मेशन मैनेजमेंट होगी, कैलेंडर, रिमाइंडर, फोन बुक, कॉल होगी, वीडियो, वॉइस, देन ऑपरेटिंग सिस्टम हो गया, ਆਪਾਂ ਕਿਹੜਾ ਯੂਜ਼ ਕਰਦੇ ਆ। ਸੋ ਅਲੱਗ-ਅਲੱਗ ਤਰੀਕੇ ਦੇ ਆਪਰੇਟਿੰਗ ਸਿਸਟਮ ਹੁੰਦੇ ਨੇ, ਐਂਡਰੋਇਡ, ਬਲੈਕਬੈਰੀ ਦਾ, iOS, Symbian, ਵੈਬ ਹੋ ਗਿਆ, ਯੂਬੁੰਟੂ। ਯੂਬੁੰਟੂ ਕੀ ਹੈ, ਇਹ ਰੀਸੈਂਟਲੀ ਇੱਕ ਪੇਪਰ ਚ ਆਇਆ ਸੀ, ਸੋ ਤੁਸੀਂ ਯਾਦ ਰੱਖਣਾ ਹੈ, ਇਹ ਵੀ ਆਪਰੇਟਿੰਗ ਸਿਸਟਮ ਹੈ। ਦੈਨ ਆਪਾਂ ਈਮੇਲ ਭੇਜ ਸਕਦੇ ਹਾਂ, ਸੋ ਇਹ ਕੁਝ ਇਨਬਿਲਟ ਇੰਪੋਰਟੈਂਟ ਚੀਜ਼ਾਂ ਨੇ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਮੈਮਰੀ ਦੀ, ਤਾਂ ਜਿਹੜੇ ਮੋਬਾਈਲ ਫੋਨਸ ਨੇ ਟਿਪੀਕਲੀ ਇਹਦੇ ਅੰਦਰ ਦੋ ਡਿਫਰੈਂਟ ਟਾਈਪ ਦੀ ਮੈਮਰੀ ਹੁੰਦੀ ਹੈ, ਨॉन ਵੋਲੇਟਾਈਲ ਫਲੈਸ਼ ਮੈਮਰੀ, ਤੇ ਇਹਦੀ ਦੋ ਟਾਈਪਸ ਨੇ, NAND ਤੇ NOR। ਇਹ ਇੰਪੋਰਟੈਂਟ ਤੁਸੀਂ ਯਾਦ ਰੱਖਣਾ ਹੈ। ਸੋ ਜਿਹੜੀ ਮੋਬਾਈਲ ਦੇ ਅੰਦਰ ਮੈਮਰੀ ਹੈ ਉਹ ਦੋ ਤਰੀਕੇ ਦੀ ਹੁੰਦੀ ਹੈ, NAND ਤੇ NOR ਤੇ ਨॉन ਵੋਲੇਟਾਈਲ ਫਲੈਸ਼ ਮੈਮਰੀ। ਪੇਪਰਸ ਤੁਹਾਨੂੰ ਇਹ ਵੀ ਆ ਸਕਦਾ ਕਿ ਜਿਵੇਂ ਅੱਜ ਕੱਲ ਹੁਣ ਕੁਝ ਹੈ ਜੇ ਮੋਬਾਈਲ ਫੋਨਸ ਨੇ, ਸਪੈਸ਼ਲੀ ਐਪਲ ਦੇ ਨੇ, ਉਹਦੇ ਚ ਨੈਨੋ ਸਿਮ ਪੈਂਦਾ ਹੈ, ਕਿਸੇ ਚ ਮਾਈਕਰੋ ਸਿਮ ਪੈਂਦਾ ਹੈ। ਸੋ ਉਹਨਾਂ ਦੀ ਮੈਜ਼ਰਮੈਂਟ, ਸੋ ਮਾਈਕਰੋ ਸਿਮ ਦੀ ਹੈ 12 mm × 15 × 0.76 ਤੇ ਨੈਨੋ ਸਿਮ ਦੀ ਹੈ 8.8 × 12.3.67 mm are found in mobile phone ਜਿਵੇਂ ਕਿ iPhone 5 ਇਹਦੇ ਤੋਂ ਸਟਾਰਟ ਹੋਏ ਸੀ। ਸੋ ਇਹ ਕੁਝ ਇੰਪੋਰਟੈਂਟ, ਕਈ ਵਾਰੀ ਇਸ ਟਾਈਪ ਦਾ ਐਗਜ਼ਾਮੀਨਰ ਇੱਕ ਅੱਧਾ ਡਿਫਰੈਂਟ ਜਿਹਾ ਕੁਐਸਚਨ ਪਾ ਦਿੰਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮੋਬਾਈਲ ਫੋਨ ਦੇ ਕਨਸੈਪਟ ਦੇ ਅੰਦਰ ਹੀ ਆਉਂਦੀਆਂ ਨੇ, ਸੋ ਇਹਨਾਂ ਨੂੰ ਆਪਾਂ ਇਗਨੋਰ ਨਹੀਂ ਬਿਲਕੁਲ ਵੀ ਕਰ ਸਕਦੇ। ਉਸ ਤੋਂ ਬਾਅਦ ਥੋੜਾ ਜਿਹਾ ਕਨਸੈਪਟ ਤੁਸੀਂ ਪੇਪਰ ਦੇ ਲਈ ਮੋਬਾਈਲ ਫੋਰੈਂਸਿਕ ਦਾ ਵੀ ਜ਼ਰੂਰ ਪੜ੍ਹ ਕੇ ਜਾਣਾ। ਇਹਦੇ ਵਿੱਚ ਜਿਵੇਂ ਮੈਨੂਅਲ ਐਕਸਟ੍ਰੈਕਸ਼ਨ ਕੀ ਹੈ, ਲੌਜੀਕਲ, ਹੈਕਸ ਡੰਪਿੰਗ, ਦੈਨ ਜੇ ਟੈਗ ਕੀ ਹੁੰਦਾ ਹੈ, ਫਲੈਸ਼ਰ ਬਾਕਸਿਸ ਕੀ ਹੁੰਦੇ ਨੇ, ਚਿਪ ਆਫ ਦਾ ਕੀ ਕਨਸੈਪਟ ਹੈ, ਮਾਈਕਰੋ ਰੀਡ। ਉਸ ਤੋਂ ਬਾਅਦ ਸੈਲੂਲਰ ਨੈਟਵਰਕ ਆਈਸੋਲੇਸ਼ਨ ਟੈਕਨੀਕ ਹੋ ਗਈਆਂ, ਜਿਵੇਂ ਇਹਦੇ ਚ ਇੱਕ CNIC ਆਉਂਦੀ ਹੈ। ਉਸ ਤੋਂ ਬਾਅਦ ਸ਼ੀਲਡਡ ਕੰਟੇਨਰ ਹੋ ਗਏ, ਜੈਮਿੰਗ, ਸਪੂਫਿੰਗ ਡਿਵਾਈਸਿਸ। ਇਹਦਾ ਕੀ ਮਤਲਬ ਹੈ, ਸਮਾਰਟਫੋਨ ਦੇ ਅੰਦਰ ਸੈਂਸਰ ਕਿਹੜੇ-ਕਿਹੜੇ ਹੁੰਦੇ ਨੇ, ਜਿਵੇਂ ਇੱਕ ਮੋਸ਼ਨ ਦਾ ਹੋ ਗਿਆ, এনवायरमेंट ਦਾ, ਦੈਨ ਪੋਜੀਸ਼ਨ, ਐਂਬੀਐਂਟ ਲਾਈਟ, ਪ੍ਰੋਕਸੀਮਿਟੀ ਸੈਂਟਰ, ਐਕਸੈਲਰੋਮੀਟਰ, ਬੈਰੋਮੀਟਰ, ਕੰਪਾਸ। ਇਹ ਸਾਰੀ ਚੀਜ਼ਾਂ ਵੀ ਤੁਸੀਂ ਜ਼ਰੂਰ ਇੱਕ ਵਾਰੀ ਪੇਪਰ ਤੋਂ ਪਹਿਲਾਂ ਦੇਖ ਕੇ ਜਾਣੀਆਂ ਨੇ। So next is very important concept related to VoIP communication। VoIP ਦੀ full form ਹੈ Voice over Internet Protocol। ਸਿੰਪਲ ਸ਼ਬਦਾਂ ਦੇ ਵਿੱਚ ਇੰਟਰਨੈਟ ਦੀ ਮਦਦ ਦੇ ਨਾਲ ਆਪਾਂ ਆਪਣੀ ਆਵਾਜ਼ ਨੂੰ ਡਿਜੀਟਲ ਫਾਰਮ ਦੇ ਵਿੱਚ ਕਿਵੇਂ ਬਦਲ ਸਕਦੇ ਹਾਂ, ਜਿਹੜੀ ਇਹ ਤਕਨੀਕ ਹੈ ਇਹਨੂੰ ਆਪਾਂ ਕਹਿੰਦੇ ਹਾਂ Voice over Internet Protocol। Voice is converted into digital signal VoIP ਸਰਵਿਸ ਦੀ ਮਦਦ ਦੇ ਨਾਲ। ਤੇ ਇਹ ਕਿਸ ਤਰੀਕੇ ਦੇ ਨਾਲ ਹੁੰਦੀ ਹੈ, ਇਹ ਜਿਹੜੀ ਆਵਾਜ਼ ਹੈ ਇਹਦੇ ਲਈ ਆਪਣੇ ਕੋਲ ਇੱਕ ਇੰਟਰਨੈਟ ਸਰਵਿਸ ਹੋਣੀ ਚਾਹੀਦੀ ਹੈ। ਜੇ ਆਪਣਾ ਰੈਗੂਲਰ ਫੋਨ ਨੰਬਰ ਕਾਲ ਕੀਤਾ ਜਾਵੇ, ਜਿਹੜਾ ਸਿਗਨਲ ਹੈ ਉਹਨੂੰ ਕਨਵਰਟ ਕੀਤਾ ਜਾਂਦਾ ਹੈ ਰੈਗੂਲਰ ਟੈਲੀਫੋਨ ਸਿਗਨਲ ਦੇ ਵਿੱਚ ਐਨਾਲੌਗ ਸਿਗਨਲ ਬਿਫੋਰ ਇਟ ਰੀਚਸ ਦ ਡੈਸਟੀਨੇਸ਼ਨ। VoIP ਮਦਦ ਕਰਦਾ ਹੈ ਕਿ ਆਪਾਂ ਇੱਕ ਕਾਲ ਡਾਇਰੈਕਟਲੀ ਕਰ ਸਕੀਏ ਆਪਣੇ ਕੰਪਿਊਟਰ ਤੋਂ, ਡਿਵਾਈਸ ਤੋਂ, ਜਿਹੜਾ ਡਿਵਾਈਸ ਵੀ ਇੰਟਰਨੈਟ ਦੇ ਨਾਲ ਕਨੈਕਟਡ ਹੈ, ਹੈਵਿੰਗ ਅ ਸਪੈਸ਼ਲ VoIP ਫੋਨ ਜਾਂ ਇੱਕ ਟ੍ਰੈਡੀਸ਼ਨਲ ਫੋਨ ਜਿਹੜਾ ਇੱਕ ਸਪੈਸ਼ਲ ਅਡੈਪਟਰ ਦੇ ਨਾਲ ਕਨੈਕਟਡ ਹੈ। ਸੋ ਬੇਸਿਕਲੀ ਵਾਇਰਲੈਸ ਤਰੀਕੇ ਦੇ ਨਾਲ ਆਪਾਂ ਕਾਲ ਕਰ ਸਕਦੇ ਹਾਂ ਇੰਟਰਨੈਟ ਦੀ ਮਦਦ ਦੇ ਜ਼ਰੀਏ। ਸੋ ਇਹੀ ਸਿੰਪਲ ਜਿਹਾ ਕਨਸੈਪਟ ਹੈ VoIP ਦਾ। ਤੇ ਜਿਹੜਾ VoIP ਹੈ ਇਹਦੀ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ 1928 ਤੋਂ ਸਟਾਰਟ ਹੁੰਦੀ ਹੈ, ਤੇ ਇਹ ਸਾਰੇ ਕੀ ਹੋਇਆ ਕਿਹੜੇ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਰੀਡ ਜ਼ਰੂਰ ਕਰ ਲਿਓ। ਸੋ ਇਹ ਤੁਸੀਂ ਨੀਚੇ ਦੇਖ ਸਕਦੇ ਹੋ, ਵੌਇਸ ਨੂੰ, ਜਿੱਥੋਂ ਯੂਜ਼ਰ ਦੀ ਵੌਇਸ ਹੈ ਉਹਨੂੰ ਇੰਟਰਨੈਟ ਦੇ ਮਦਦ ਦੇ ਨਾਲ ਜੋ ਡੈਸਟੀਨੇਸ਼ਨ ਦੂਜੀ ਜਗ੍ਹਾ ਤੇ ਜਿਹੜਾ ਯੂਜ਼ਰ ਬੈਠਾ ਹੈ ਉਹਦੇ ਕੋਲ ਵੌਇਸ ਵਿੱਚ ਕਨਵਰਟ ਕਰ ਦਿੰਦੇ ਆ। ਸੋ ਐਨਾਲੌਗ ਉਰੇ ਟੂ ਡਿਜੀਟਲ ਪਹਿਲਾਂ ਕਨਵਰਸ਼ਨ ਹੁੰਦੀ ਹੈ, ਫਿਰ ਦੁਬਾਰਾ ਡਿਜੀਟਲ ਟੂ ਐਨਾਲੌਗ ਤੁਹਾਡੀ ਆਵਾਜ਼ ਇੰਟਰਨੈਟ ਕੋਲ ਚਲੀ ਜਾਓ, ਐਨਾਲੌਗ ਬੋਲ ਕੇ ਡਿਜੀਟਲੀ ਇੰਟਰਨੈਟ ਕੋਲ ਚਲੀ ਜਾਓ, ਫਿਰ ਇੰਟਰਨੈਟ ਜਿਹੜੀ ਤੁਹਾਡੇ ਕੋਲ ਬੋਲੀ ਹੋਈ ਐਨਾਲੌਗ ਤੋਂ ਡਿਜੀਟਲ ਵਾਲੀ ਆਵਾਜ਼ ਹੈ ਇਹਨੂੰ ਦੁਬਾਰਾ ਤੋਂ ਬੋਲੀ ਹੋਈ ਆਵਾਜ਼ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨੂੰ ਦੂਜੇ ਪਾਸੇ, ਦੂਜੇ ਐਂਡ ਤੇ ਡੈਸਟੀਨੇਸ਼ਨ ਸੋਰਸ ਦੇ ਕੋਲ ਪਹੁੰਚਾ ਦੂਗਾ। ਸੋ ਉਸ ਡੈਸਟੀਨੇਸ਼ਨ ਤੇ ਜਦੋਂ ਪਹੁੰਚਾਤਾ ਤਾਂ ਬਿਨਾਂ ਕਿਸੇ ਰੁਕਾਵਟ ਤੋਂ ਇਹ ਕੁਝ ਸੈਕਿੰਡਸ ਵੀ ਨਹੀਂ ਲਗਾਉਂਦੇ। ਸੋ ਇਹੀ ਮੇਨ ਫਾਇਦਾ ਹੈ ਇਸ ਕਮਿਊਨੀਕੇਸ਼ਨ ਦਾ ਕਿ ਤੁਹਾਨੂੰ ਦੂਜੀ ਜਗ੍ਹਾ ਤੇ ਵੇਟ ਨਹੀਂ ਕਰਨੀ ਪੈਂਦੀ, ਡਾਇਰੈਕਟਲੀ ਤੁਹਾਨੂੰ ਨਾਲ ਦੀ ਨਾਲ ਐਨਾਲੌਗ ਟੂ ਡਿਜੀਟਲ ਕਨਵਰਟ ਹੋ ਕੇ ਆਵਾਜ਼ ਸੁਣਦੀ ਹੈ। ਸੋ ਜਿਹੜੀ ਫੈਸਿਲਿਟੀ ਦੇ ਕਰਕੇ ਆਪਾਂ ਆਪਣੇ ਫੋਨ ਤੇ ਗੱਲ ਕਰ ਸਕਦੇ ਹਾਂ ਇੰਟਰਨੈਟ ਦੀ ਮਦਦ ਦੇ ਨਾਲ,
उस फैसिलिटी ਨੂੰ ਨਾਮ ਦਿੱਤਾ ਗਿਆ ਬੇਸਿਕਲੀ VoIP। ਸੋ ਇਸ ਪਿਕਚਰ ਦੇ ਵਿੱਚ ਪੂਰਾ ਕਨਸੈਪਟ ਸਮਝਾਇਆ ਹੋਇਆ। ਕੋਈ ਤੁਹਾਡੇ ਕੋਲ ਕਿਸੇ ਸਰਵਰ ਦੀ, ਕੋਈ ਕੰਪਨੀ ਦੀ, ਕਿਸੇ BSNL ਦੀ, ਕਿਸੇ ਵੀ ਹੋਰ ਕੰਪਨੀ ਦੀ ਤੁਹਾਡੇ ਕੋਲ ਟੈਲੀਕਮਿਊਨੀਕੇਸ਼ਨ ਕੰਪਨੀ ਦੀ ਕੋਈ ਤਾਰਾਂ ਨਹੀਂ ਆ ਰਹੀਆਂ ਘਰੇ, ਕੋਈ ਤੁਹਾਡੇ ਕੋਲ ਸੈਟਅਪ ਨਹੀਂ ਹੈ। ਸਿੰਪਲੀ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ, ਜਾਂ ਆਪਣਾ ਪਰਸਨਲ ਕੰਪਿਊਟਰ ਵਾਲਾ ਡਿਵਾਈਸ ਜਾਂ ਟੈਲੀਫੋਨ। ਸੋ ਇਹਦੇ ਨਾਲ ਕੇਬਲ ਮੋਡਮ ਜੁੜਿਆ ਹੋਣਾ ਚਾਹੀਦਾ ਜਾਂ ਫੋਨ ਅਡੈਪਟਰ, ਇੰਟਰਨੈਟ ਸਰਵਿਸ ਹੋਣੀ ਚਾਹੀਦੀ ਹੈ। ਕੋਈ ਤੁਹਾਨੂੰ ਲੰਬੀ ਚੌੜੀ ਤਾਰਾਂ ਵਾਲਾ ਉਰੇ ਕੋਈ ਕਨਸੈਪਟ ਨਹੀਂ ਹੈ। ਉਸ ਤੋਂ ਬਾਅਦ ਜਿਹੜਾ ਇੰਟਰਨੈਟ ਹੈ ਇਹ ਫਿਰ ਦੂਜੀ ਜਗ੍ਹਾ ਦੇ ਉੱਤੇ ਜਿਹੜੇ ਡਿਵਾਈਸ ਨੇ ਉਹਦੇ ਨਾਲ ਕਨੈਕਟ ਹੋਣਾ ਚਾਹੀਦਾ। ਸੇਮ ਇੰਟਰਨੈਟ ਦੂਜੀ ਜਗ੍ਹਾ ਤੇ ਕਨੈਕਟ ਹੋਣਾ ਚਾਹੀਦਾ ਤੇ ਤੁਸੀਂ ਡਾਇਰੈਕਟਲੀ ਉਰੇ ਕਾਲ ਕਰ ਸਕਦੇ ਹੋ। ਸੋ ਇਹ ਹੈ ਕਨਸੈਪਟ VoIP ਦਾ। ਕੁਝ ਪ੍ਰੋਟੋਕਾਲਸ ਨੇ। ਪ੍ਰੋਟੋਕਾਲ ਹੁੰਦਾ ਸੈਟ ਆਫ ਰੂਲ ਜਿਹੜੇ VoIP ਯੂਜ਼ ਕਰਦੇ ਆ। ਸੋ ਅਲੱਗ-ਅਲੱਗ ਤਰੀਕੇ ਦੀ ਸਰਵਿਸ ਦੇ ਲਈ ਅਲੱਗ-ਅਲੱਗ ਪ੍ਰੋਟੋਕਾਲਸ ਨੇ, ਜਿਵੇਂ H.323 SIP ਹੋ ਗਿਆ, SDP, MGCP, RTP, Skype ਪ੍ਰੋਟੋਕਾਲ, ਇਹ ਜਿਵੇਂ ਸਿਸਕੋ ਦਾ ਹੈ। ਇਸ ਟਾਈਪ ਦੇ ਕੁਐਸਚਨ ਵੀ ਪੇਪਰ 'ਚ ਪਿਛਲੀ ਵਾਰੀ ਆਏ ਸੀ। ਇਹਨਾਂ ਦੀ ਫੁੱਲ ਫਾਰਮ ਵੀ ਤੁਸੀਂ ਜ਼ਰੂਰ ਯਾਦ ਰੱਖਣੀ ਹੈ। ਜਿਵੇਂ H.323 ਹੋ ਗਿਆ, ਇਹ ਜੇ ਕਿੱਥੇ ਤੁਸੀਂ ਰੀਅਲ ਟਾਈਮ ਕੋਈ ਮਲਟੀਮੀਡੀਆ ਸੈਸ਼ਨ ਲਗਾਉਣੇ ਨੇ, ਕੋਈ ਆਡੀਓ, ਵੀਡੀਓ, ਡੇਟਾ ਟਰਾਂਸਮਿਸ਼ਨ ਕਰਨੀ ਹੈ ਪੈਕੇਟ ਸਵਿਚ ਨੈਟਵਰਕ ਦੇ ਜ਼ਰੀਏ, ਤਾਂ ਉੱਥੇ ਤੁਸੀਂ ਇਸ ਟਾਈਪ ਦੀ ਜਿਹੜਾ ਪ੍ਰੋਟੋਕਾਲ ਹੈ ਉਹਨੂੰ ਵਰਤ ਸਕਦੇ ਹੋ। ਇਸ ਟਾਈਪ ਦਾ ਸੈਟ ਆਫ ਰੂਲ ਤੁਸੀਂ ਆਪਣੀ ਇੰਟਰਨੈਟ ਦੇ ਜ਼ਰੀਏ ਵਰਤ ਸਕਦੇ ਹੋ। ਤੇ ਇਹਦੇ ਨਾਲ ਕੀ ਹੁੰਦਾ, ਜਿਹੜੀ ਸਰਵਿਸਿਜ਼ ਨੇ ਮੇਨਲੀ IP ਟੈਲੀਫੋਨੀ, ਵੀਡੀਓ ਟੈਲੀਫੋਨੀ, ਇਕੱਠਾ ਆਡੀਓ, ਵੀਡੀਓ, ਡੇਟਾ ਕਮਿਊਨੀਕੇਸ਼ਨ ਇਹ ਕਰ ਸਕਦੇ ਹੋ। ਅਗਲਾ ਹੈ ਜਿਵੇਂ ਸੈਸ਼ਨ ਇਨੀਸ਼ੀਏਸ਼ਨ ਪ੍ਰੋਟੋਕਾਲ, SIP ਜਿਹਨੂੰ ਆਪਾਂ ਕਹਿ ਦਿੰਦੇ ਆ। ਇਹਦੇ ਨਾਲ ਵੀ IP ਟੈਲੀਫੋਨੀ ਇਸ ਟਾਈਪ ਦੇ ਸੈਸ਼ਨ ਹੋ ਸਕਦੇ ਨੇ, ਵੀਡੀਓ ਕਾਨਫਰੰਸ ਹੋ ਸਕਦੀ ਹੈ ਤੇ ਇਹਦੇ ਅੰਦਰ 3 ਤੋਂ ਜ਼ਿਆਦਾ ਲੋਕਾਂ ਦੇ ਨਾਲ ਵੀਡੀਓ ਕਾਨਫਰੰਸ ਹੋ ਸਕਦੀ ਹੈ SIP ਦੇ ਜ਼ਰੀਏ। ਉਸ ਤੋਂ ਬਾਅਦ ਹੋਰ ਨੇ ਜਿਵੇਂ ਰੀਅਲ ਟਾਈਮ ਵਾਲਾ ਹੋ ਗਿਆ। ਤੇ ਹੁਣ ਕੁਝ ਹੋਰ ਐਡੀਸ਼ਨਲ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਕੋਈ ਫਿਜ਼ੀਕਲ ਨੈਟਵਰਕ ਇੰਟਰਫੇਸ ਦੀ ਜ਼ਰੂਰਤ ਪੈਂਦੀ ਹੈ ਅਲੱਗ-ਅਲੱਗ ਦੀ, ਇਹ ਸਾਰੇ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ। ਤੇ ਇਹਦੇ ਵਿੱਚੋਂ ਇੱਕ ਇੰਪੋਰਟੈਂਟ ਚੀਜ਼ ਹੈ ਰਜਿਸਟਰਡ ਜੈਕ। ਰਜਿਸਟਰਡ ਜੈਕ ਇੱਕ ਇਹੋ ਜਿਹਾ ਸਟੈਂਡਰਡਾਈਜ਼ ਫਿਜ਼ੀਕਲ ਨੈਟਵਰਕ ਇੰਟਰਫੇਸ ਹੈ। ਇੰਟਰਫੇਸ ਦਾ ਮਤਲਬ ਹੈ ਕਿ ਇਹ ਇੱਕ ਕਨੈਕਟਰ ਦੇ ਤੌਰ ਤੇ ਕੰਮ ਕਰਦਾ ਹੈ, ਇੱਕ ਲਿੰਕ ਦੇ ਤੌਰ ਤੇ। ਟੈਲੀਕਮਿਊਨੀਕੇਸ਼ਨ, ਜਿਵੇਂ ਮੈਂ ਤੁਹਾਨੂੰ ਪਿੱਛੇ 2 ਫੋਨ, 2 ਕੰਪਿਊਟਰ ਦਿਖਾਏ, ਹੁਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੋੜਨ ਦੇ ਲਈ ਆਪਸ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਦੀ ਲੋੜ ਪੈਂਦੀ ਹੈ VoIP ਨੂੰ ਸਕਸੈਸਫੁਲੀ ਕਰਵਾਉਣ ਦੇ ਲਈ। ਸੋ ਰਜਿਸਟਰਡ ਜੈਕ ਇਸੇ ਤਰੀਕੇ ਨਾਲ ਟੈਲੀਕਮਿਊਨੀਕੇਸ਼ਨਸ ਨੂੰ ਕਨੈਕਟ ਕਰਨ ਦਾ ਕੰਮ ਕਰਦਾ ਹੈ। ਜਿਹੜੇ ਡੇਟਾ ਇਕਵਿਪਮੈਂਟਸ ਨੇ ਉਹਨਾਂ ਨੂੰ ਜੋੜਨ ਦਾ ਕੰਮ ਕਰਦਾ ਹੈ। ਇਹ ਫਿਜ਼ੀਕਲ ਕਨੈਕਟਰ ਹੈ। that registered jack use are mainly of modular connector, 50 pin miniature ribbon connector। ਸੋ ਰਜਿਸਟਰਡ ਜੈਕ ਜਿਸ ਟਾਈਪ ਦੇ ਕਨੈਕਟਰ ਦੀ ਵਰਤੋਂ ਕਰਦੇ ਨੇ ਇਹ ਉਹਨਾਂ ਦੀ ਸਪੈਸੀਫਿਕੇਸ਼ਨ ਦੱਸੀ ਹੋਈ ਹੈ। RJ45 ਕਨੈਕਟਰ ਸਭ ਤੋਂ ਕਾਮਨ ਤੇ ਫੇਮਸ ਕਨੈਕਟਰ ਹੈ ਜਿਹਨੂੰ ਜ਼ਿਆਦਾਤਰ ਸਾਰੇ ਜਾਣੇ ਯੂਜ਼ ਕਰਦੇ ਨੇ VoIP ਦੇ ਲਈ। RJ45 ਦੀ ਕੁਝ ਸਪੈਸੀਫਿਕੇਸ਼ਨ ਜੋ ਤੁਹਾਨੂੰ ਪੇਪਰ 'ਚ ਪੁੱਛੀ ਜਾ ਸਕਦੀ ਹੈ। 8 ਪਿਨ 8 ਪੋਜੀਸ਼ਨ ਪਲੱਗ ਦਾ ਇੱਕ ਜੈਕ ਹੈ, ਕਾਮਨਲੀ ਯੂਜ਼ ਕੀਤਾ ਜਾਂਦਾ ਹੈ ਕਨੈਕਟ ਕਰਨ ਦੇ ਲਈ ਕੰਪਿਊਟਰ ਨੂੰ ਈਥਰਨੈਟ ਬੇਸਡ ਲੋਕਲ ਏਰੀਆ ਨੈਟਵਰਕਸ ਦੇ ਲਈ। ਸੋ ਕੰਪਿਊਟਰ ਦੇ ਨਾਲ ਜਿਹੜੇ ਆਪਾਂ ਕਨੈਕਟਰ ਦੇ ਨਾਲ, ਜਿਵੇਂ ਇੱਕ ਅਡੈਪਟਰ ਹੁੰਦਾ ਉਵੇਂ ਕਨੈਕਟਰ ਹੁੰਦਾ ਹੈ ਜਿਹਦੇ ਨਾਲ ਆਪਾਂ ਜੋੜਦੇ ਹਾਂ ਬਾਕੀ ਸਾਰੀਆਂ ਤਾਰਾਂ ਨੂੰ, ਜਿਵੇਂ ਈਥਰਨੈਟ ਦੇ ਨਾਲ ਜੋੜਦੇ ਹਾਂ। ਸੋ ਇੱਕ 8 ਪਿਨ ਵਾਲਾ ਜਿਹੜਾ ਕਨੈਕਟਰ ਹੈ ਉਹਦਾ ਨਾਮ ਹੈ RJ45। 2 ਵਾਇਰਿੰਗ ਸਕੀਮਸ, ਹੁਣ ਇਹ ਨਹੀਂ ਕਿ ਇਹਨਾਂ ਦੇ ਅੰਦਰ ਹਰ ਤਰੀਕੇ ਦੀ ਤਾਰ ਲੱਗ ਜੂਗੀ, ਹਰ ਤਰੀਕੇ ਦੀ ਵਾਇਰ ਲੱਗ ਜੂਗੀ। ਪ੍ਰੋਪਰ ਹੁੰਦਾ ਹੈ ਕਿ ਕਿਹਦੇ ਨਾਲ ਟਵਿਸਟਡ ਪੇਅਰ ਕੇਬਲ ਲੱਗਣੀ ਹੈ, ਕਿਹਦੇ ਨਾਲ ਕੀ ਲੱਗਣਾ। ਸੋ ਇਹਦੇ ਨਾਲ ਜਿਹੜੀਆਂ 2 ਵਾਇਰਿੰਗ ਸਕੀਮਸ ਆਪਾਂ ਜੋੜ ਸਕਦੇ ਹਾਂ ਉਹ ਇਹ ਨਾਮ ਦਿੱਤੇ ਹੋਏ ਨੇ T56 8B ਤੇ 8A are used to terminate the twisted pair cable onto connector interface। ਸੋ ਇਹ ਸਾਰੀਆਂ ਚੀਜ਼ਾਂ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਸ ਟਾਈਪ ਦੇ ਡੀਪ ਕੁਐਸਚਨ ਪੇਪਰ 'ਚ ਆਉਂਦੇ ਨੇ ਕਿਉਂਕਿ ਪਿਛਲੇ ਸਾਲ ਆਏ ਸੀ। ਤੇ ਇਹ ਸਾਰੀਆਂ ਡੀਟੇਲਸ ਨੋਟਸ ਦੇ ਵਿੱਚੋਂ ਹੀ ਮੈਂ, ਇਹ ਜਿਵੇਂ ਸਾਰੀ ਸਲਾਈਡ ਹੈ ਇਹ ਨੋਟਸ ਦੇ ਵਿੱਚੋਂ ਹੀ ਮੈਂ ਲਈ ਹੋਈ ਆ, ਉੱਥੋਂ ਹੀ ਸਕਰੀਨਸ਼ਾਟ ਲੈ ਕੇ ਉਰੇ ਐਡ ਕੀਤਾ ਲੈਕਚਰ ਦੇ ਵਿੱਚ। ਸੋ ਬਹੁਤ ਹੀ ਸਿੰਪਲ ਸ਼ਬਦਾਂ ਦੇ ਵਿੱਚ ਮੈਂ ਨੋਟਸ ਦੇ ਵਿੱਚ ਹਰ ਇੱਕ ਛੋਟੀ-ਛੋਟੀ ਡੀਟੇਲ ਮੈਂਸ਼ਨ ਕੀਤੀ ਹੋਈ ਹੈ। ਸੋ ਉਸੇ ਤਰੀਕੇ ਨਾਲ ਇੱਕ ਟਰਮੀਨਲ ਕੰਟਰੋਲ ਹੈ SCCP, ਸਿਗਨਲਿੰਗ ਕਨੈਕਸ਼ਨ ਕੰਟਰੋਲ ਪਾਰਟ। ਇਹ ਵੀ VoIP ਦੇ ਲਈ ਵਰਤਿਆ ਜਾਂਦਾ ਹੈ। ਐਂਡ ਦ ਸਿਗਨਲਿੰਗ ਕਨੈਕਸ਼ਨ ਕੰਟਰੋਲ ਪਾਰਟ ਇਜ਼ ਰਿਲੇਸ ਇਨ ਅ ਨੈਟਵਰਕ ਲੇਅਰ। ਤੇ ਇਹ ਹੈਲਪ ਕਰਦਾ ਹੈ
कोई जिवें एक्सटेंडेड राउटिंग आपां ने करवानी है, सैगमेंटेशन करवानी है, कोई एरर करैक्शन फैसिलिटी है। सो वो सारी चीज़ां लई नैटवर्क का प्रॉपर फ्लो बनिया रहे, वो सारी चीज़ां लई आपां इस कंट्रोल पार्ट की हेल्प लैंदे आ। ते SCCP दी फुल फॉर्म बहुत इंपॉर्टेंट है, सिग्नलिंग कनैक्शन कंट्रोल पार्ट। सिग्नल दे विच कोई इंटरफेरेंस ना होवे, कोई रुकावट ना आवे, ਉਹਦੇ ਲਈ ਆਪਾਂ ਇਸ ਟਾਈਪ ਦੇ ਕੁਝ ਐਡੀਸ਼ਨਲ ਚੀਜ਼ਾਂ ਦੀ ਹੈਲਪ ਲੈਂਦੇ ਹਾਂ। ਸੋ SCCP ਦੀ ਤਰ੍ਹਾਂ ਹੀ ਇੱਕ ਹੋਰ ਹੈ ਇੰਪੋਰਟੈਂਟ ਪਾਰਟ ਜਿਹਦਾ ਨਾਮ ਹੈ MTP3P ਮੈਸੇਜ ਟ੍ਰਾਂਸਫਰ ਪਾਰਟ ਲੈਵਲ 3। ਇਹ ਜਿਹੜਾ ਬ੍ਰੌਡਬੈਂਡ ਹੈ ਇਹ ਪ੍ਰੋਵਾਈਡ ਕਰਦਾ ਇੱਕ ਮੈਸੇਜ ਰਾਊਟਿੰਗ ਡਿਸਕ੍ਰਿਮੀਨੇਸ਼ਨ ਤੇ ਡਿਸਟ੍ਰੀਬਿਊਸ਼ਨ ਪ੍ਰੋਵਾਈਡ ਕਰਦਾ ਹੈ। ਬੇਸਿਕਲੀ ਇਹਨੂੰ ਵਰਤਿਆ ਜਾਂਦਾ ਹੈ ਬ੍ਰੌਡਬੈਂਡ ਨੂੰ ਸਿਗਨਲ ਕਰਨ ਦੇ ਲਈ। ਕੋਈ ਵੀ ਸਿਗਨਲਸ ਦਾ ਲੋਡ ਆ ਗਿਆ ਤਾਂ ਆਪਾਂ ਜੇ ਲੋਡ ਨੂੰ ਸ਼ੇਅਰ ਕਰਨਾ ਹੈ ਤਾਂ ਇਹਨੂੰ ਆਪਾਂ ਐਜ਼ ਐਨ ਐਡੀਸ਼ਨਲ ਪਾਰਟ ਆਪਾਂ ਯੂਜ਼ ਕਰ ਲੈਂਦੇ ਹਾਂ। ਉਸ ਤੋਂ ਬਾਅਦ ਇਹ ਮੈਂ ਤੁਹਾਡੇ ਨਾਲ ਟਾਈਮ ਨਾਲ ਇੱਕ ਸ਼ੇਅਰ ਕਰ ਰਹੀ ਹਾਂ ਇੰਟਰਨੈਟ ਦੀ ਸਟਾਰਟਿੰਗ ਵਾਲਾ ਜਿਹੜਾ ਫਰਸਟ ਦੀ ਵਰਜ਼ਨ ਅਰਪਾਨੈਟ ਜਿਹਨੂੰ ਕਹਿੰਦੇ ਆ, ਉਹ ਕਿਹੜੇ ਸਾਲ ਚ ਆਇਆ, ਕਦੋਂ ਤੋਂ ਸਟਾਰਟ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਵਾਰੀ ਜ਼ਰੂਰ ਰੀਡ ਕਰ ਲੈਣੀਆਂ ਨੇ। ਕਿਹੜੇ ਸਾਲ ਦੇ ਵਿੱਚ ਪਹਿਲਾ ਕਮਰਸ਼ੀਅਲ ISP ਵਰਲਡ ਨੇ ਲਾਂਚ ਕੀਤਾ ਸੀ, ਜਿਵੇਂ 1989 ਈਅਰ ਹੋ ਗਿਆ। ਪਹਿਲਾ ਵੈਬ ਬਰਾਊਜ਼ਰ 1993 ਚ ਤੇ ਉਹਦਾ ਨਾਮ ਸੀ, ਤੇ ਉਹਨੂੰ ਕਿਹਨੇ ਲਾਂਚ ਕੀਤਾ ਸੀ, ਮੋਜ਼ੈਕ ਨੇ। ਸੋ ਇਸ ਟਾਈਪ ਦੀਆਂ ਕੁਝ ਸਪੈਸੀਫਿਕੇਸ਼ਨ ਯਾਦ ਰੱਖਣੀਆਂ ਨੇ। ਜਦੋਂ ਆਪਾਂ ਇੰਟਰਨੈਟ ਦਾ ਟੌਪਿਕ ਪੜ੍ਹਦੇ ਹਾਂ ਇਹਦੇ ਵਿੱਚ ਐਸ ਸੱਚ ਕੋਈ ਬਹੁਤ ਜ਼ਿਆਦਾ ਡੀਟੇਲ ਨਹੀਂ ਹੁੰਦੀ, ਕੋਈ ਹਜੇ ਟੈਕਨੀਕਲ ਕਨਸੈਪਟ ਨਹੀਂ ਜਿਹੜਾ ਆਪਾਂ ਨੂੰ ਨਾ ਪਤਾ ਹੋਵੇ। ਸੋ ਇੰਟਰਨੈਟ ਆਪਾਂ ਨੂੰ ਪਤਾ ਹੈ ਕਿ ਇਹ ਜਿਹੀ ਸਰਵਿਸ ਹੈ ਜਿਹਦੇ ਨਾਲ ਆਪਾਂ ਆਨਲਾਈਨ ਕੁਝ ਇੰਪੋਰਟੈਂਟ ਚੀਜ਼ਾਂ ਨੂੰ ਲੱਭ ਸਕਦੇ ਹਾਂ। ਆਪਾਂ ਵੈਬਸਾਈਟਸ ਨੂੰ ਸਰਚ ਕਰ ਸਕਦੇ ਹਾਂ, ਉਹਨਾਂ 'ਚ ਜਾ ਸਕਦੇ ਹਾਂ, ਜੋ ਆਪਾਂ ਨੂੰ ਇੰਪੋਰਟੈਂਟ ਮਟੀਰੀਅਲ ਚਾਹੀਦਾ ਉਹਨੂੰ ਡਾਊਨਲੋਡ ਕਰ ਸਕਦੇ ਹਾਂ, ਕੁਝ ਅਪਲੋਡ ਕਰਨਾ ਉਹ ਕਰ ਸਕਦੇ ਹਾਂ। ਇੰਟਰਨੈਟ ਦੇ ਫੰਕਸ਼ਨਸ ਕੀ ਨੇ, ਇਹਦੇ ਨਾਲ ਆਪਾਂ ਸੋਸ਼ਲ ਨੈਟਵਰਕਿੰਗ ਕਰ ਸਕਦੇ ਹਾਂ, ਦੈਨ ਆਪਾਂ ਆਨਲਾਈਨ ਵੀਡੀਓਜ਼ ਦੇਖ ਸਕਦੇ ਹਾਂ, ਫੋਟੋਜ਼ ਡਾਊਨਲੋਡ ਕਰ ਸਕਦੇ ਹਾਂ। ਬੇਸਿਕ ਜਿਹੇ ਫੰਕਸ਼ਨ ਨੇ ਜੋ ਆਪਾਂ ਨੂੰ ਪਤਾ ਨੇ। ਕੁਝ ਵਰਡਸ ਨੇ, ਟਰਮਸ ਨੇ ਜਿਨ੍ਹਾਂ ਦੇ ਮੀਨਿੰਗ ਜਾਣਨੇ ਜ਼ਰੂਰੀ ਨੇ ਜਦੋਂ ਵੀ ਆਪਾਂ ਇੰਟਰਨੈਟ ਦਾ ਟੌਪਿਕ ਕਰਦੇ ਹਾਂ। ਸੋ ਜਿਵੇਂ ਪਹਿਲਾ ਹੋ ਗਿਆ www ਵਰਲਡ ਵਾਈਡ ਵੈਬ। ਵਨ ਆਫ ਦਾ ਸਰਵਿਸਿਜ਼, ਇੱਕ ਇਹੋ ਜਿਹੀ ਸਰਵਿਸ ਹੈ ਜਿਹੜੀ ਇੰਟਰਨੈਟ ਦੇ ਜ਼ਰੀਏ ਆਪਾਂ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਵੈਬਸਾਈਟਸ ਨੂੰ ਸਰਚ ਕਰਦੇ ਹਾਂ। ਇੱਕ ਵਰਲਡ ਵਾਈਡ ਵੈਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਆਪਾਂ ਨੂੰ ਮਿਲ ਜਾਂਦੀਆਂ ਨੇ। ਹੁਣ ਕੋਈ ਵੀ ਵੈਬਸਾਈਟ ਹੈ ਉੱਥੇ ਤੁਹਾਨੂੰ ਅਲੱਗ ਇਨਫੋਰਮੇਸ਼ਨ ਵੀ ਹੋਊਗੀ, ਕੁਝ ਸਾਊਂਡਸ ਵੀ ਹੋਣਗੀਆਂ, ਪਿਕਚਰਸ ਹੋਣਗੀਆਂ, ਮਲਟੀਮੀਡੀਆ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਵਰਲਡ ਵਾਈਡ ਵੈਬ ਉੱਤੇ ਮਿਲਦੀਆਂ ਨੇ ਤੇ ਇਹ ਆਪਾਂ ਨੂੰ ਮਿਲਦੀਆਂ ਨੇ ਇੰਟਰਨੈਟ ਦੀ ਮਦਦ ਦੇ ਨਾਲ। ਜਦੋਂ ਆਪਾਂ ਕਿਸੇ ਵੀ ਸਰਚ ਇੰਜਨ ਦੇ ਵਿੱਚ ਕੁਝ ਭਰਦੇ ਹਾਂ, ਕੋਈ ਚੀਜ਼ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇਸ ਵਰਲਡ ਵਾਈਡ ਵੈਬ ਕੋਈ ਵੈਬਸਾਈਟ ਖੋਲੀ, ਉਹਦਾ ਇੱਕ ਵੈਬ ਪੇਜ ਖੁੱਲੂਗਾ ਜੋ ਆਪਾਂ ਨੂੰ ਦਿਖੂਗਾ। ਜਿਹੜਾ ਡਾਕੂਮੈਂਟ ਹੁੰਦਾ ਉਹ HTML ਇਸ ਲੈਂਗੁਏਜ ਦੇ ਵਿੱਚ ਲਿਖਿਆ ਹੁੰਦਾ ਤੇ HTML ਦੀ ਫੁੱਲ ਫਾਰਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਜਿਹੜੀ ਭਾਸ਼ਾ ਇੰਟਰਨੈਟ ਦੇ ਉੱਤੇ ਦਿਖਣ ਵਾਲੇ, ਡਿਸਪਲੇ ਹੋਣ ਵਾਲੇ ਵੈਬ ਪੇਜਿਸ ਨੂੰ ਤਿਆਰ ਕਰਨ ਦੇ ਲਈ ਕ੍ਰੀਏਟ ਕੀਤੀ ਜਾਂਦੀ ਹੈ। ਸੋ HTML ਦੀ ਮਦਦ ਦੇ ਨਾਲ ਵੈਬ ਪੇਜ ਕ੍ਰੀਏਟ ਕੀਤੇ ਜਾਂਦੇ ਨੇ। ਹਰ ਇੱਕ ਵੈਬ ਪੇਜ ਦਾ ਆਪਣਾ ਅਲੱਗ ਐਡਰੈਸ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਨੇ URL। ਇਸ ਯੂਨੀਫਾਰਮ ਰਿਸੋਰਸ ਲੋਕੇਟਰ ਦੀ ਮਦਦ ਦੇ ਨਾਲ ਆਪਾਂ ਲੱਭ ਸਕਦੇ ਹਾਂ ਕਿ ਕਿਹੜੀ ਵੈਬਸਾਈਟ ਹੈ। ਹੁਣ ਜਿਵੇਂ ਹਰ ਵੈਬਸਾਈਟ ਦਾ ਆਪਣਾ ਅੱਡ ਤੋਂ ਇੱਕ ਐਡਰੈਸ ਹੁੰਦਾ ਹੈ www.this.com.in.gov, ਡਿਪੈਂਡ ਕਰਦਾ ਕਿ ਉਹ ਕਿਹੜੇ ਪਰਪਸ ਦੇ ਲਈ ਤਿਆਰ ਕੀਤੀ ਹੋਈ ਹੈ। ਸੋ ਉਹ ਹੋ ਗਿਆ ਉਹਦਾ ਐਡਰੈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ URL, ਜਿਹਦੇ ਨਾਲ ਆਪਾਂ ਲੋਕੇਟ ਕਰ ਸਕਦੇ ਹਾਂ ਉਹਨੂੰ। ਉਸ ਤੋਂ ਬਾਅਦ ਵੈਬ ਬਰਾਊਜ਼ਰ ਹੋ ਗਿਆ ਇਹ ਜਿਹਾ ਸੌਫਟਵੇਅਰ ਜਿਹਨੂੰ ਇੰਸਟਾਲ ਕਰਕੇ ਜਿਹਦੇ ਹੈਲਪ ਦੇ ਨਾਲ ਆਪਾਂ ਇੰਟਰਨੈਟ ਦੀ ਮਦਦ ਦੇ ਨਾਲ ਆਪਾਂ ਕੋਈ ਵੀ ਵੈਬਸਾਈਟ ਨੂੰ ਲੱਭ ਸਕਦੇ ਹਾਂ। ਸੋ ਵੈਬ ਬਰਾਊਜ਼ਰ ਦੇ ਵਿੱਚ ਹੀ ਜਾ ਕੇ ਆਪਾਂ ਵੈਬਸਾਈਟ ਨੂੰ ਐਕਸੈਸ ਕਰਾਂਗੇ ਤੇ ਇਹਦੇ ਅਲੱਗ-ਅਲੱਗ ਐਗਜ਼ਾਮਪਲਸ ਨੇ। ਪੇਪਰਸ ਡਾਇਰੈਕਟਲੀ ਐਗਜ਼ਾਮਪਲ ਉੱਤੇ ਕੁਐਸਚਨ ਆ ਜਾਂਦਾ। ਇੰਟਰਨੈਟ ਐਕਸਪਲੋਰਰ ਹੋ ਗਈ, ਗੂਗਲ ਕ੍ਰੋਮ, ਓਪਰਾ, ਮੋਜ਼ਿਲਾ ਫਾਇਰਫੌਕਸ, UC ਬਰਾਊਜ਼ਰ, ਐਪਲ ਸਫਾਰੀ। ਦੈਨ ਹੋਮ ਪੇਜ। ਹੁਣ ਤੁਸੀਂ ਕੋਈ ਵੈਬਸਾਈਟ ਖੋਲੀ, ਜਿਹੜਾ ਉਹਨੂੰ ਖੋਲ ਕੇ ਸਭ ਤੋਂ ਪਹਿਲਾਂ ਤੁਹਾਨੂੰ ਪੇਜ ਦਿਖੂਗਾ ਉਹ ਹੁੰਦਾ ਕਿਸੇ ਵੀ ਵੈਬਸਾਈਟ ਦਾ ਹੋਮ ਪੇਜ। ਉਹ ਡਿਫਾਲਟ ਪੇਜ ਹੈ ਜੋ ਤੁਹਾਨੂੰ ਬਾਈ ਡਿਫਾਲਟ ਵੈਬਸਾਈਟ ਨੂੰ ਓਪਨ ਕਰਨ ਦੇ ਟਾਈਮ ਦਿਖੂਗਾ ਹੀ ਦਿਖੂਗਾ। ਉਸ ਤੋਂ ਬਾਅਦ HTTP। ਹੁਣ ਕੋਈ ਵੀ ਡੇਟਾ ਵੈਬਸਾਈਟ ਦੇ ਉੱਤੇ ਟ੍ਰਾਂਸਫਰ ਕਰਨਾ ਹੈ ਤਾਂ ਉਹਦੇ ਲਈ ਜਿਹੜੇ ਸੈਟ ਆਫ ਰੂਲ ਫੋਲੋ ਕੀਤੇ ਜਾਂਦੇ ਨੇ ਉਹਨੂੰ ਕਿਹਾ ਜਾਂਦਾ ਹੈ HTTP ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕਾਲ। TCP IP ਕੀ ਹੈ? TCP ਦੀ ਫੁੱਲ ਫਾਰਮ ਹੈ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ, IP ਦੀ ਹੈ ਇੰਟਰਨੈਟ ਪ੍ਰੋਟੋਕਾਲ।
ਇਹ ਕੁਝ ਇੰਟਰਨੈਟ ਨੂੰ ਜਦੋਂ ਆਪਾਂ ਐਕਸੈਸ ਕਰਦੇ ਆ, ਕੋਈ ਵੈਬਸਾਈਟ ਖੋਲ ਰਿਹਾ, ਕੋਈ ਚੀਜ਼ ਆਪਾਂ ਸ਼ੇਅਰ ਕਰ ਰਹੇ ਆ, ਤਾਂ ਉਹ ਕਮਿਊਨੀਕੇਸ਼ਨ ਦੇ ਲਈ ਜਿਹੜੇ ਪ੍ਰੋਟੋਕਾਲ ਯੂਜ਼ ਕੀਤੇ ਜਾਂਦੇ ਨੇ ਇੰਟਰਨੈਟ ਦੇ ਲਈ, ਇੰਟਰਨੈਟ ਨੂੰ ਐਕਸੈਸ ਕਰਨ ਦੇ ਲਈ, ਨੈਟ ਨੂੰ ਆਪਣੇ ਡਿਵਾਈਸ ਨਾਲ ਜੋੜਨ ਦੇ ਲਈ, ਇੱਕ ਰਿਸ਼ਤਾ ਬਣਾਉਣ ਦੇ ਲਈ ਆਪਣੇ ਡਿਵਾਈਸ ਦਾ ਇੰਟਰਨੈਟ ਦੇ ਨਾਲ ਜਿਹੜਾ ਕਮਿਊਨੀਕੇਸ਼ਨ ਦੇ ਲਈ ਰੂਲਸ ਫੋਲੋ ਕਰਨੇ ਪੈਂਦੇ ਨੇ, ਉਹਨੂੰ ਆਪਾਂ ਕਹਿੰਦੇ ਆ TCP ਜਾਂ IP। ਇਹਨੂੰ ਡਿਵੈਲਪ ਕੀਤਾ ਸੀ, ਇੰਪੋਰਟੈਂਟ ਇਹ ਨਾਮ ਯਾਦ ਰੱਖਣੇ ਆ, ਬੌਬ ਕਾਨ ਤੇ ਵਿੰਡਸਰਫ ਨੇ 1978। ਇੰਟਰਨੈਟ ਹੋਸਟ ਦਾ ਮਤਲਬ ਹੈ ਉਹ ਕੰਪਿਊਟਰ ਐਪਲੀਕੇਸ਼ਨ ਜਿੱਥੇ ਤੁਸੀਂ ਇੰਟਰਨੈਟ ਲਗਾਇਆ ਹੋਇਆ, ਇੰਟਰਨੈਟ ਜਿੱਥੇ ਤੁਸੀਂ ਜੁਆਇਨ ਕੀਤਾ ਹੋਇਆ, ਜਿੱਥੇ ਤੁਸੀਂ ਇੰਟਰਨੈਟ ਦੀ ਮਦਦ ਦੇ ਨਾਲ ਕੋਈ ਡੇਟਾ ਟ੍ਰਾਂਸਫਰ ਕਰ ਰਹੇ ਹੋ, ਉਹ ਹੋ ਗਿਆ ਇੰਟਰਨੈਟ ਹੋਸਟ। IP ਐਡਰੈਸ ਹੁੰਦਾ ਉਹ ਨਿਊਮੈਰਿਕ ਐਡਰੈਸ ਨੰਬਰਸ ਦੀ ਫਾਰਮ ਦਾ, ਜਿਹਦੇ ਨਾਲ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਹੜੇ ਡਿਵਾਈਸ ਉੱਤੇ ਤੁਹਾਡਾ ਇੰਟਰਨੈਟ ਚੱਲ ਰਿਹਾ। ਤੁਹਾਡਾ ਜੋ ਮੋਡਮ ਨੰਬਰ ਹੋਊਗਾ ਉਹਦੇ ਅਕੋਰਡਿੰਗ ਇੱਕ IP ਐਡਰੈਸ ਆਊਗਾ, ਜਿਹੜਾ ਡਿਸਾਈਡ ਕਰੂਗਾ, ਇਹ ਪਤਾ ਲਗਾਉਣ 'ਚ ਮਦਦ ਕਰੂਗਾ ਜੇ ਬਾਈ ਚਾਂਸ ਆਪਾਂ ਨੂੰ ਕਿਤੇ ਨਹੀਂ ਪਤਾ ਲੱਗ ਰਿਹਾ ਤਾਂ ਉਸ IP ਐਡਰੈਸ ਦੀ ਮਦਦ ਨਾਲ ਪਤਾ ਚੱਲ ਜੂਗਾ ਕਿ ਕਿਹੜੇ ਡਿਵਾਈਸ ਤੇ, ਕਿਹੜੀ ਜਗ੍ਹਾ ਤੇ, ਕਿਹੜੀ ਲੋਕੇਸ਼ਨ ਦੇ ਉੱਤੇ ਕਿੰਨੇ ਵਜੇ ਆਪਣੀ ਸਰਵਿਸ ਦੇ ਨਾਲ, ਜੋ ਆਪਣਾ ਮੇਨ ਬ੍ਰੌਡਬੈਂਡ ਹੈ, ਮੋਡਮ ਹੈ, ਉਹਦੀ ਸਰਵਿਸ ਦੇ ਨਾਲ ਨੈਟ ਯੂਜ਼ ਕੀਤਾ ਜਾ ਰਿਹਾ ਹੈ। ਸੋ ਉਹ ਹੋ ਗਿਆ IP ਐਡਰੈਸ, ਇੰਟਰਨੈਟ ਦਾ ਜਿਹੜਾ ਐਡਰੈਸ ਹੈ। ਉਸ ਤੋਂ ਬਾਅਦ ਹੈ ਡੋਮੇਨ ਨੇਮ। ਡੋਮੇਨ ਨੇਮ ਦਾ ਮਤਲਬ ਹੈ ਇੱਕ ਐਡਰੈਸ ਦੇ ਤੌਰ ਤੇ ਕੰਮ ਕਰਦਾ ਹੈ ਕਿ ਕਿਹੜਾ ਐਡਰੈਸ ਹੈ ਵੈਬਸਾਈਟ ਦਾ, ਕੌਣ ਉਹਨੂੰ ਐਕਸੈਸ ਕਰ ਰਿਹਾ ਹੈ। ਜਿਵੇਂ ਕੋਈ ਆਨਲਾਈਨ ਆਰਗੇਨਾਈਜੇਸ਼ਨ ਨੇ, ਵੈਬ ਸਰਵਰ ਨੇ, ਉਹਨਾਂ ਦੇ ਅਲੱਗ-ਅਲੱਗ ਡੋਮੇਨ ਨੇਮ ਹੁੰਦੇ ਨੇ। ਸੋ ਜਿਹੜਾ ਇੱਕ ਪਾਰਟਿਕੂਲਰ ਐਡਰੈਸ ਹੁੰਦਾ ਹੈ, ਜਿਹੜਾ ਕਿਸੇ ਵੀ ਵੈਬਸਾਈਟ ਦੇ ਵਿੱਚ ਮੇਨਲੀ ਵਰਤਿਆ ਜਾਂਦਾ, ਜਿਵੇਂ ਜਿਹੜਾ ਸੈਂਟਰ ਵਾਲਾ ਪਾਰਟ ਹੋ ਗਿਆ www.this.com, ਸੋ ਜਿਹੜਾ ਸੈਂਟਰ ਵਾਲਾ ਨਾਮ ਹੋ ਗਿਆ, ਜਿਹੜਾ ਪਾਰਟਿਕੂਲਰ ਜੋ ਕੋਈ ਵੈਬਸਾਈਟ ਹੈ, ਕੋਈ ਮੰਨ ਲਓ ਕੋਈ ਕੱਪੜਿਆਂ ਦੀ ਵੈਬਸਾਈਟ ਹੈ, ਤੁਸੀਂ ਕੋਈ ਮਿੰਤਰਾ ਖੋਲ ਰਹੇ ਹੋ ਜਾਂ ਕੋਈ ਵੀ ਹੋਰ H&M, Zara ਕੁਝ ਵੀ ਖੋਲ ਰਹੇ ਹੋ, ਤਾਂ www. ਜੇ ਤੁਸੀਂ zara.com ਭਰਦੇ ਹੋ ਤਾਂ ਤੇ Zara ਕੀ ਹੋ ਗਿਆ, ਡੋਮੇਨ ਨੇਮ। ਉਸ ਤੋਂ ਬਾਅਦ ਜਦੋਂ ਆਪਾਂ ਨੇ ਇੰਟਰਨੈਟ, ਵਰਲਡ ਵਾਈਡ ਵੈਬ, ਈਮੇਲ, ਇਸ ਟਾਈਪ ਦੇ ਟੌਪਿਕ ਪੜ੍ਹਨੇ ਨੇ, ਉਹ ਤੇ 2-3 ਹੋਰ ਇੰਪੋਰਟੈਂਟ ਚੀਜ਼ਾਂ ਨੇ ਜੋ ਤੁਸੀਂ ਪੇਪਰ ਲਈ ਬਿਲਕੁਲ ਮਿਸ ਨਹੀਂ ਕਰਕੇ ਜਾਣੀਆਂ। ਸੋ ਉਹਦੇ ਚੋਂ ਇੱਕ ਟਰਮ ਆਉਂਦੀ ਹੈ ਲੇਟੈਂਸੀ। ਪਿਛਲੀ ਵਾਰੀ ਵੀ ਇਸ ਟਾਈਪ ਦਾ ਕੁਐਸਚਨ ਆਇਆ ਸੀ, ਪਿੰਗ ਕੀ ਹੈ, ਲੇਟੈਂਸੀ ਕੀ ਹੈ। ਸੋ ਲੇਟੈਂਸੀ ਦਾ ਮਤਲਬ ਹੁੰਦਾ ਹੈ ਕੋਈ ਵੀ ਸਿਸਟਮ ਜਦੋਂ ਇੱਕ ਇਨਪੁਟ ਲੈ ਕੇ ਆਊਟਪੁੱਟ ਦੇਣ ਦੇ ਵਿੱਚ ਜਿਹੜਾ ਸਮਾਂ ਲਗਾਉਂਦਾ। ਮੰਨ ਲਓ ਤੁਸੀਂ ਇੰਟਰਨੈਟ ਦੇ ਵਿੱਚ ਜਾਂ ਕਿਸੇ ਵੀ ਆਪਣੇ ਕੰਪਿਊਟਰ ਵਿੱਚ ਕੋਈ ਇਨਫੋਰਮੇਸ਼ਨ ਪਾਤੀ, ਹੁਣ ਉਸ ਇਨਫੋਰਮੇਸ਼ਨ ਦੇ ਅਨੁਸਾਰ ਆਊਟਪੁੱਟ ਨਿਕਲਣ ਨੂੰ ਕੁਝ ਸਮਾਂ ਲੱਗੂਗਾ। ਜਿੰਨਾ ਟਾਈਮ ਪੀਰੀਅਡ ਲੱਗਦਾ ਇਨਪੁਟ ਤੋਂ ਆਊਟਪੁੱਟ ਆਉਣ ਦੇ ਵਿਚਕਾਰ, ਉਸ ਟੋਟਲ ਟਾਈਮ ਪੀਰੀਅਡ ਨੂੰ ਕਿਹਾ ਜਾਂਦਾ ਹੈ ਲੇਟੈਂਸੀ ਪੀਰੀਅਡ। ਸੋ ਜੋ ਤੁਹਾਨੂੰ ਵੇਟਿੰਗ ਪੀਰੀਅਡ ਹੋ ਗਿਆ ਤੁਹਾਡਾ ਆਊਟਪੁੱਟ ਦੇ ਲਈ, ਉਹਨੂੰ ਕਹਿੰਦੇ ਆ ਲੇਟੈਂਸੀ। Being simple latency means whenever you have given input to system, total time period it takes to give output, so that particular time period interval is known as latency। ਤੇ ਪਿੰਗ ਕੀ ਹੈ? ਪਿੰਗ ਹੁੰਦਾ ਇੱਕ ਇਹੋ ਜਿਹਾ ਸੋਲੂਸ਼ਨ ਲੇਟੈਂਸੀ ਦੀ ਵੈਲਿਊ ਨੂੰ ਚੈੱਕ ਕਰਨ ਦੇ ਲਈ ਕਿ ਕਿੰਨਾ ਸਮਾਂ ਲੱਗਿਆ। ਹੁਣ ਲੇਟੈਂਸੀ ਦਾ ਆਪਾਂ ਨੂੰ ਪਤਾ ਲੱਗ ਗਿਆ, ਇਨਪੁਟ ਟੂ ਆਊਟਪੁੱਟ ਜਿਹੜਾ ਟਾਈਮ ਲੱਗਿਆ, ਹੁਣ ਉਹ ਕਿੰਨਾ ਟਾਈਮ ਲੱਗਿਆ ਉਹ ਆਪਾਂ ਲੱਭਦੇ ਹਾਂ ਪਿੰਗ ਦੀ ਮਦਦ ਦੇ ਨਾਲ। ਸੋ ਇਹ ਦੋ ਕਨਸੈਪਟ ਹੋ ਗਏ। ਤੀਜਾ ਇੰਪੋਰਟੈਂਟ ਕਨਸੈਪਟ ਹੈ ISP ਦਾ। ISP ਕੰਪਨੀ ਹੁੰਦੀ ਹੈ ਜਿਹੜੀ ਇੰਟਰਨੈਟ ਦੀ ਸੇਵਾ ਆਫਰ ਕਰਦੀ ਹੈ। ਸੋ ਅਲੱਗ-ਅਲੱਗ ਤਰੀਕੇ ਦੇ, ਚਾਹੇ ਬ੍ਰੌਡਬੈਂਡ ਦੇ ਜ਼ਰੀਏ ਆਪਾਂ ਨੂੰ ਕੋਈ ਫੋਨ ਦੇ ਵਿੱਚ ਸਿੰਪਲ ਡੇਟਾ ਪੈਕੇਜ ਦੇ ਜ਼ਰੀਏ ਇੰਟਰਨੈਟ ਐਕਸੈਸ ਦੇ ਰਿਹਾ, ਡੋਮੇਨ ਨੇਮ ਰਜਿਸਟ੍ਰੇਸ਼ਨ, ਡਾਇਲ ਅਪ ਐਕਸੈਸ, ਲੀਜ਼ ਲਾਈਨ ਐਕਸੈਸ। ਸੋ ਅਲੱਗ-ਅਲੱਗ ISP ਆਪਾਂ ਨੂੰ ਇੰਟਰਨੈਟ ਸਰਵਿਸ ਪ੍ਰੋਵਾਈਡਰ ਸਰਵਿਸਿਜ਼ ਦਿੰਦੇ ਨੇ। ਇੰਟਰਨੈਟ ਨੂੰ ਕਨੈਕਟ ਕਰਨ ਦੇ ਲਈ ਆਪਣੇ ਡਿਵਾਈਸ ਦੇ ਨਾਲ ਬਹੁਤ ਸਾਰੇ ਅਲੱਗ-ਅਲੱਗ ਤਰੀਕੇ ਹੁੰਦੇ ਨੇ। ਡਾਇਲ ਅਪ ਕਨੈਕਸ਼ਨ ਹੋ ਗਿਆ, ISDN, DSL, ਇਹ ਸਾਰਿਆਂ ਦੀ ਡਿਟੇਲ ਹੈ ਜਿਹੜੀ ਆਲਰੇਡੀ ਨੋਟਸ ਵਿੱਚ ਅਵੇਲੇਬਲ ਹੈ। ਕੇਬਲ TV ਇੰਟਰਨੈਟ ਕਨੈਕਸ਼ਨ ਹੋ ਗਿਆ, ਸੈਟੇਲਾਈਟ ਇੰਟਰਨੈਟ, ਵਾਇਰਲੈਸ ਇੰਟਰਨੈਟ। ਸੋ ਇਹ 6 ਇੰਪੋਰਟੈਂਟ ਤਰੀਕੇ ਨੇ ਜਿਨ੍ਹਾਂ ਦੇ ਨਾਲ ਇੰਟਰਨੈਟ ਆਪਾਂ ਕਨੈਕਟ ਕਰ ਸਕਦੇ ਹਾਂ ਆਪਣੇ ਡਿਵਾਈਸ ਦੇ ਨਾਲ। ਉਸ ਤੋਂ ਬਾਅਦ ਈਮੇਲ ਕੀ ਹੈ? ਈਮੇਲ ਇੱਕ ਇਹੋ ਜਿਹੀ ਸਰਵਿਸ ਹੈ ਜਿਹਦੇ ਨਾਲ ਆਪਾਂ ਆਨਲਾਈਨ without wasting any time, without waiting for any time, ਆਪਾਂ ਆਪਣਾ ਮੈਸੇਜ ਪੂਰੀ ਦੁਨੀਆ ਭਰ ਵਿੱਚ ਇੰਟਰਨੈਟ ਦੀ ਮਦਦ ਦੇ ਨਾਲ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਕਿਤੇ ਵੀ ਭੇਜ ਸਕਦੇ ਹਾਂ। ਤੇ ਅਲੱਗ-ਅਲੱਗ ਸੈਟ ਆਫ ਰੂਲ ਫੋਲੋ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਪ੍ਰੋਟੋਕਾਲ ਕਿਹਾ ਜਾਂਦਾ ਈਮੇਲ ਦੇ। ਸੋ ਸਾਰੇ ਨਾਮ ਨੇ ਤੇ ਇਹਨਾਂ ਦੀ ਡਿਟੇਲ ਨੋਟਸ ਵਿੱਚ ਹੈ ਤੇ ਇੱਕ ਵਾਰੀ ਤੁਸੀਂ ਜ਼ਰੂਰ ਪੜ੍ਹ ਕੇ ਜਾਣੇ ਆ।
ਸੋ ਨੈਕਸਟ ਇੰਪੋਰਟੈਂਟ ਟੌਪਿਕ ਹੈ ਸਰਚ ਇੰਜਨ ਦਾ। ਸਰਚ ਇੰਜਨ ਜੋ ਤੁਸੀਂ ਪੇਪਰ 'ਚ ਕਾਫੀ ਕੁਐਸਚਨ ਡਾਇਰੈਕਟਲੀ ਐਕਸਪੈਕਟ ਕਰ ਸਕਦੇ ਹੋ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਸਰਚ ਇੰਜਨ ਦਾ ਮਤਲਬ ਹੈ ਸਿੰਪਲੀ ਇਹ ਜਿਹਾ ਡੇਟਾਬੇਸ, ਹਿਊਜ ਡੇਟਾਬੇਸ ਇੱਕ ਜਗ੍ਹਾ ਦੇ ਉੱਤੇ, ਤੇ ਇਹ ਜਿਹੜਾ ਡੇਟਾ ਹੈ ਅਲੱਗ-ਅਲੱਗ ਇੰਟਰਨੈਟ ਰਿਸੋਰਸਿਸ ਦਾ ਹੈ, ਵੈਬ ਪੇਜ ਹੋ ਗਏ, ਕੋਈ ਨਿਊਜ਼ ਗਰੁੱਪ ਹੋ ਗਏ, ਪ੍ਰੋਗਰਾਮ, ਇਮੇਜਿਸ, ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜੋ ਆਪਾਂ ਨੂੰ ਇੱਕ ਆਪਣੇ ਵੈਬ ਪੇਜ ਉੱਤੇ ਚੀਜ਼ਾਂ ਦਿਖਦੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਬਹੁਤ ਸਾਰੇ ਅਲੱਗ-ਅਲੱਗ ਡੇਟਾ ਨੂੰ ਇਕੱਠਾ ਕਰਨਾ ਪੈਂਦਾ ਹੈ, ਕਾਫੀ ਬੈਕ ਐਂਡ ਤੇ ਫਰੰਟ ਐਂਡ ਤੇ ਕੰਮ ਚੱਲਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਸਰਚ ਇੰਜਨ, ਜੋ ਇਹ ਸਾਰਾ ਕੰਮ ਕਰਵਾਉਂਦਾ ਹੈ। ਸਰਚ ਇੰਜਨ ਦੀ ਮਦਦ ਦੇ ਨਾਲ ਆਪਾਂ ਨੂੰ ਵਰਲਡ ਵਾਈਡ ਵੈਬ ਉੱਤੇ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹਨੂੰ ਆਪਾਂ ਲੱਭ ਲੈਂਦੇ ਆ। ਸੋ ਇਹ ਆਪਾਂ ਨੂੰ ਇਨਫੋਰਮੇਸ਼ਨ ਲੱਭਣ ਦੇ ਵਿੱਚ ਮਦਦ ਕਰਦਾ ਹੈ। ਯੂਜ਼ਰ, ਜਿਵੇਂ ਆਪਾਂ ਕੋਈ ਵੀ ਚੀਜ਼ ਲੱਭਣੀ ਹੈ, ਗੂਗਲ ਦੀ ਸਭ ਤੋਂ ਬੈਸਟ ਐਗਜ਼ਾਮਪਲ ਹੈ ਸਰਚ ਇੰਜਨ ਦੀ। ਆਪਾਂ ਗੂਗਲ ਉੱਤੇ ਟਾਈਪ ਕਰਦੇ ਆ ਕੋਈ ਵੀ ਇਨਫੋਰਮੇਸ਼ਨ, ਇੰਪੋਰਟੈਂਟ ਕੀਵਰਡਸ ਲਿਖ ਦਿੰਦੇ ਆ। ਜੇ ਆਪਾਂ ਨੂੰ ਕਿਸੇ ਇੰਪੋਰਟੈਂਟ ਡਾਕੂਮੈਂਟ ਦਾ ਪੂਰਾ ਨਾਮ ਪਤਾ ਆਪਾਂ ਪੂਰਾ ਲਿਖ ਦੋ। ਜੇ ਆਪਾਂ ਨੇ ਕੋਈ ਚੀਜ਼ ਲੱਭਣੀ ਹੈ, ਕੋਈ ਟੌਪਿਕ ਦੇ ਨੋਟਸ ਲੱਭਣੇ ਨੇ, ਇਨਫੋਰਮੇਸ਼ਨ ਲੱਭਣੀ ਹੈ, ਤਾਂ ਆਪਾਂ ਥੋੜੇ ਜਿਹੇ 2-3 ਇੰਪੋਰਟੈਂਟ ਕੀਵਰਡ ਜਾਂ ਕੋਈ ਛੋਟਾ ਫਰੇਜ਼ ਲਿਖ ਦਿੰਦੇ ਆ। ਆਪਣੇ ਕੋਲ ਵਰਲਡ ਵਾਈਡ ਵੈਬ ਅਲੱਗ-ਅਲੱਗ ਵੈਬਸਾਈਟ ਖੁੱਲ ਜਾਂਦੀਆਂ ਨੇ। ਸੋ ਜੋ ਆਪਾਂ ਨੂੰ ਇਹ ਵੈਬਸਾਈਟ ਖੋਲ ਕੇ ਦਿੰਦਾ ਹੈ ਉਹਦਾ ਨਾਮ ਹੈ ਸਰਚ ਇੰਜਨ। ਉਸ ਤੋਂ ਬਾਅਦ ਸਰਚ ਇੰਜਨ ਕੀ ਕਰਦਾ ਹੈ, ਆਪਣੀ ਰਿਕੁਆਇਰਮੈਂਟ ਦੇ ਅਨੁਸਾਰ ਦੇਖ ਕੇ ਕਿ ਕਿਹੜਾ ਕੀਵਰਡ ਦੇ ਅਨੁਸਾਰ, ਸਰਚ ਦੇ ਅਨੁਸਾਰ ਸਭ ਤੋਂ ਰੈਲੇਵੈਂਟ ਡਾਕੂਮੈਂਟ ਹੋਊਗਾ, ਜਿਹੜਾ ਆਪਾਂ ਨੂੰ ਸਭ ਤੋਂ ਜ਼ਿਆਦਾ ਮਦਦ ਕਰ ਸਕਦਾ ਹੈ, ਉਹ ਪਹਿਲੇ ਨੰਬਰ ਤੇ ਹੋਊਗਾ। ਸੋ ਉੱਥੇ ਰੈਂਕਿੰਗ ਕੀਤੀ ਜਾਂਦੀ ਹੈ ਰਿਜ਼ਲਟ ਦੀ। ਇਹ ਸਾਰਾ ਕੁਝ ਕੰਮ ਹੁੰਦਾ ਹੈ ਜਿਹੜਾ ਫਰੰਟ ਐਂਡ ਤੇ, ਜਿੱਥੇ ਆਪਾਂ ਬੈਠ ਕੇ ਲੱਭ ਰਹੇ ਹਾਂ, ਗੂਗਲ ਦੇ ਉੱਤੇ ਟਾਈਪ ਕਰ ਰਹੇ ਹਾਂ, ਇਹ ਚੀਜ਼ਾਂ ਆਪਾਂ ਨੂੰ ਦਿਖਦੀਆਂ ਨੇ ਆਪਣੀ ਅੱਖਾਂ ਦੇ ਸਾਹਮਣੇ। ਕੁਝ ਕੰਮ ਸਰਚ ਇੰਜਨ ਦੇ ਪਿੱਛੇ ਹੁੰਦਾ। ਹੁਣ ਜਿਹੜੇ ਆਪਾਂ ਨੂੰ ਰਿਜ਼ਲਟ ਮਿਲਦੇ ਨੇ, ਕੋਈ ਕੁਇਰੀ ਹੈ, ਕੋਈ ਆਪਾਂ ਨੇ ਸਰਚ ਕਰ ਰਿਹਾ, ਆਪਣੇ ਕੋਲ ਅਲੱਗ-ਅਲੱਗ ਵੈਬਸਾਈਟ ਆ ਗਈਆਂ ਗੂਗਲ ਦੇ ਉੱਤੇ, 1 2 3 4 ਕਾਫੀ ਸਾਰੇ ਪੇਜ ਖੁੱਲ ਜਾਂਦੇ ਨੇ। ਹੁਣ ਇਹ ਚੀਜ਼ਾਂ ਕਰਵਾਉਣ ਦੇ ਲਈ ਕੁਝ ਚੀਜ਼ਾਂ ਪਿੱਛੇ ਕੰਮ ਕਰਦੀਆਂ ਹੁੰਦੀਆਂ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਬੈਕ ਐਂਡ ਪ੍ਰੋਸੈਸਰ। ਸੋ ਇੰਡੈਕਸਰ ਹੋ ਗਿਆ, ਕ੍ਰੋਲਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਦੂਜੇ ਨੂੰ ਰਿਕੁਐਸਟ ਦੇ ਕੇ ਆਪਣੇ ਸਾਹਮਣੇ, ਯੂਜ਼ਰ ਦੇ ਸਾਹਮਣੇ ਸਕਰੀਨ ਉੱਤੇ ਅਲੱਗ-ਅਲੱਗ ਇੰਟਰਨੈਟ ਸੋਰਸਿਸ ਖੋਲ ਕੇ ਰੱਖ ਦਿੰਦੇ ਨੇ ਆਪਣੀ ਸਰਚ ਦੇ ਅਨੁਸਾਰ। ਸੋ ਇਹ ਅਲੱਗ-ਅਲੱਗ ਕੰਮ ਹੁੰਦੇ ਨੇ। ਇੱਕ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ, ਉਹ ਹੈ ਸਰਚ ਇੰਜਨ ਦੇ ਅਲੱਗ-ਅਲੱਗ ਕੰਪੋਨੈਂਟ। ਸੋ ਇੱਕ ਤਾਂ ਮੈਂ ਤੁਹਾਨੂੰ ਦੱਸਤਾ ਵੈਬ ਕ੍ਰੋਲਰ। ਸੋ ਇਹ ਕਾਫੀ ਇੰਪੋਰਟੈਂਟ ਕੰਪੋਨੈਂਟ ਹੈ। ਜਿਹੜਾ ਵੈਬ ਕ੍ਰੋਲਰ ਹੈ, ਇਹਦੇ ਦੋ ਹੋਰ ਨਾਮ ਨੇ ਜੋ ਤੁਹਾਨੂੰ ਪੇਪਰਸ ਡਾਇਰੈਕਟਲੀ ਆ ਸਕਦੇ ਨੇ। ਇੱਕ ਹੈ ਸਪਾਈਡਰ, ਦੂਜਾ ਨਾਮ ਹੈ ਬੋਟ। ਇੱਕ ਇਹੋ ਜਿਹਾ ਸੌਫਟਵੇਅਰ ਦਾ ਕੰਪੋਨੈਂਟ ਹੈ ਜਿਹੜਾ ਵੈਬ ਨੂੰ ਇਨਫੋਰਮੇਸ਼ਨ ਗੈਦਰ ਕਰਨ ਦੇ ਵਿੱਚ ਮਦਦ ਕਰਦਾ ਹੈ, ਇੱਕ ਜਗ੍ਹਾ ਤੇ ਇਕੱਠੀ। ਡੇਟਾਬੇਸ ਦਾ ਮਤਲਬ ਹੈ ਸਾਰੀ ਜਾਣਕਾਰੀ ਜਿਹੜੀ ਅਲੱਗ-ਅਲੱਗ ਵੈਬ ਸੋਰਸਿਸ ਤੋਂ ਲਈ ਜਾਂਦੀ ਹੈ। ਸਰਚ ਇੰਟਰਫੇਸ ਤੀਜਾ ਇੰਪੋਰਟੈਂਟ ਕੰਪੋਨੈਂਟ ਹੈ। ਸਰਚ ਇੰਟਰਫੇਸ ਦਾ ਮਤਲਬ ਹੈ ਯੂਜ਼ਰ ਤੇ ਡੇਟਾਬੇਸ ਦੇ ਵਿਚਕਾਰ ਜੋ ਇੱਕ ਲਿੰਕ ਕ੍ਰੀਏਟ ਕਰਦਾ ਹੈ, ਯੂਜ਼ਰ ਨੂੰ ਮਦਦ ਕਰਦਾ ਹੈ ਕਿ ਉਹਨੇ ਡੇਟਾਬੇਸ ਦੇ ਵਿੱਚੋਂ ਕਿਹੜੀ ਚੀਜ਼ ਪਹਿਲਾਂ ਲੱਭਣੀ ਹੈ, ਕਿੱਥੋਂ ਲੱਭਣੀ ਹੈ। ਸੋ ਉਹਨੂੰ ਕਹਿੰਦੇ ਆ ਸਰਚ ਇੰਟਰਫੇਸ। ਸੋ 3 ਮੇਨ ਕੰਪੋਨੈਂਟ ਯਾਦ ਰੱਖਣੇ ਨੇ ਸਰਚ ਇੰਜਨ ਦੇ। ਆਈ ਐਮ ਰਿਪੀਟਿੰਗ, ਨੰਬਰ 1 ਵੈਬ ਕ੍ਰੋਲਰ, ਜਿਹਨੂੰ ਸਪਾਈਡਰ ਜਾਂ ਬੋਟ ਕਿਹਾ ਜਾਂਦਾ ਹੈ, ਨੰਬਰ 2 ਡੇਟਾਬੇਸ, ਨੰਬਰ 3 ਸਰਚ ਇੰਟਰਫੇਸ। ਉਸ ਤੋਂ ਬਾਅਦ ਸਰਚ ਇੰਜਨ ਕੰਮ ਕਿਵੇਂ ਕਰਦਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਗੂਗਲ ਉੱਤੇ ਤੁਸੀਂ ਇੱਕ ਕੀਵਰਡ ਭਰਦੇ ਹੋ, ਤੁਹਾਨੂੰ ਜੋ ਪਿੱਛੇ ਆਲਰੇਡੀ ਕੁਝ ਉਹਦੇ ਰਜਿਸਟਰਡ ਚੀਜ਼ਾਂ ਨੇ ਉਹ ਤੁਹਾਡੇ ਸਾਹਮਣੇ ਰਿਕੁਐਸਟ ਦੇ ਅਨੁਸਾਰ ਸਾਹਮਣੇ ਰਿਜ਼ਲਟ ਦੇ ਤੌਰ ਤੇ ਆ ਜਾਂਦੀ ਨੇ। ਉਸ ਤੋਂ ਬਾਅਦ ਯੂਜ਼ਰ ਜਿਹੜਾ ਸੌਫਟਵੇਅਰ ਆਪਾਂ ਯੂਜ਼ ਕਰ ਰਹੇ ਹਾਂ, ਕੋਈ ਵੀ ਜਿਵੇਂ ਗੂਗਲ ਯੂਜ਼ ਕਰ ਰਹੇ ਹਾਂ, ਤਾਂ ਉਹਦੇ ਵਿੱਚ ਜਿਵੇਂ ਉਸ ਸੌਫਟਵੇਅਰ ਦੀ ਆਪਣੀ ਕੋਈ ਪ੍ਰੀ ਰਿਕੁਆਇਰਡ ਸੈੱਟ ਕੀਤਾ ਹੋਇਆ ਪੈਟਰਨ, ਉਹਦੇ ਅਨੁਸਾਰ ਆਪਣੇ ਸਾਹਮਣੇ ਆਪਾਂ ਨੂੰ ਵੈਬਸਾਈਟ ਉੱਤੇ ਅਲੱਗ-ਅਲੱਗ ਰਿਜ਼ਲਟ ਦਿਖ ਜਾਂਦੇ ਨੇ, ਅਲੱਗ-ਅਲੱਗ www ਫਾਈਲਸ ਦਿਖ ਜਾਂਦੀਆਂ ਨੇ, ਵਰਲਡ ਵਾਈਡ ਵੈਬ ਦੀਆਂ ਫਾਈਲਸ ਦਿਖ ਜਾਂਦੀਆਂ ਨੇ, ਅਲੱਗ-ਅਲੱਗ ਵੈਬਸਾਈਟ ਦਿਖ ਜਾਂਦੀਆਂ ਨੇ। ਸੋ ਆਪਾਂ ਕਿਸੇ ਵੀ ਵੈਬਸਾਈਟ ਉੱਤੇ ਕਲਿੱਕ ਕਰਦੇ ਹਾਂ, ਆਪਾਂ ਉਸ ਸਰਚ ਰਿਜ਼ਲਟ ਨੂੰ ਓਪਨ ਕਰਦੇ ਹਾਂ। ਇੱਕ ਹੋਰ ਇੰਪੋਰਟੈਂਟ ਚੀਜ਼ ਹੁੰਦਾ ਹੈ ਇਹਦਾ ਆਰਕੀਟੈਕਚਰ, ਇਹ ਅੰਦਰ ਕੰਮ ਕਿਵੇਂ ਕਰਦਾ। ਸੋ 2 ਮੇਨ ਪ੍ਰੋਸੈਸ ਤੁਸੀਂ ਯਾਦ ਰੱਖਣੇ ਨੇ। ਇੱਕ ਦਾ ਨਾਮ ਹੈ ਇੰਡੈਕਸਿੰਗ ਪ੍ਰੋਸੈਸ, ਦੂਜਾ ਜਿਹੜਾ ਪ੍ਰੋਸੈਸ ਹੈ ਉਹਦਾ ਨਾਮ ਹੈ ਕੁਇਰੀ। ਸੋ ਇਹ ਕੁਇਰੀ, ਜਿਵੇਂ ਇੱਕ ਹੈ ਇੰਡੈਕਸ, ਇਹ 2 ਇੰਪੋਰਟੈਂਟ ਪ੍ਰੋਸੈਸ ਨੇ। ਕੁਇਰੀ ਕੰਮ ਕਰਦਾ ਹੈ ਫਰੰਟ ਐਂਡ ਤੇ, ਇੰਡੈਕਸ ਕੰਮ ਕਰਦਾ ਹੈ ਬੈਕ ਐਂਡ ਤੇ। ਜਿਹੜਾ ਇੰਡੈਕਸ ਹੈ ਇਹਦੇ ਅੰਦਰ ਟੈਕਸਟ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ, ਟੈਕਸਟ ਨੂੰ ਟ੍ਰਾਂਸਫਾਰਮ ਕੀਤਾ ਜਾਂਦਾ ਹੈ, ਇੰਡੈਕਸ ਕ੍ਰੀਏਟ ਕੀਤੇ ਜਾਂਦੇ ਨੇ। ਜਿਹੜਾ ਕੁਇਰੀ ਹੈ ਉਹਦੀ ਯੂਜ਼ਰ ਦੇ ਨਾਲ ਡਾਇਰੈਕਟ ਇੰਟਰੈਕਸ਼ਨ ਹੁੰਦੀ ਹੈ, ਉੱਥੇ ਰੈਂਕਿੰਗ ਹੁੰਦੀ ਹੈ, ਉੱਥੇ ਇਵੈਲੂਏਸ਼ਨ ਹੁੰਦੀ ਹੈ, ਕਿਹੜਾ ਰਿਜ਼ਲਟ ਕਿੱਥੇ ਕੱਢ ਕੇ ਰੱਖਣਾ ਹੈ।
ਇਹ ਸਾਰਾ ਕੁਝ ਹੁੰਦਾ ਹੈ ਕੁਇਰੀ ਪ੍ਰੋਸੈਸਰ ਦੇ ਵਿੱਚ। ਹੁਣ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੱਸ ਦਿੰਨੀ ਆ ਇੰਪੋਰਟੈਂਟ ਸਰਚ ਇੰਜਨ ਦੇ। ਇਹਨਾਂ ਦੀ ਜਿਹੜੀ ਡੀਟੇਲ ਹੈ, ਕਿਉਂਕਿ ਪੇਪਰਸ ਤੁਹਾਨੂੰ ਸਿਰਫ ਇੰਨਾ ਕੀ ਨਹੀਂ, ਇੱਕ ਇੰਪੋਰਟੈਂਟ ਸਰਚ ਇੰਜਨ ਦੇ ਫੀਚਰ ਉੱਤੇ ਕੁਐਸਚਨ ਆ ਸਕਦਾ ਹੈ ਕਿ ਕਿਹੜਾ ਕਦੋਂ ਆਇਆ, ਕਿਹਦੇ ਵਿੱਚ ਕਿਹੜਾ ਫੰਕਸ਼ਨ ਕਿਹੜੇ ਸਾਲ ਚ ਐਡ ਕੀਤਾ। ਸੋ ਇਹ ਸਾਰਾ ਕੁਝ ਡੀਟੇਲ ਵਿੱਚ ਮੈਂ ਆਲਰੇਡੀ ਨੋਟਸ ਵਿੱਚ ਐਡ ਕੀਤਾ ਹੋਇਆ ਹੈ, ਬਿਲਕੁਲ ਅਪ ਟੂ ਡੇਟ 2022 ਤੱਕ ਦਾ ਮੈਂ ਡੇਟਾ ਐਡ ਕੀਤਾ ਹੋਇਆ ਹੈ। ਸੋ ਇੱਕ ਵਾਰੀ ਮੈਂ ਤੁਹਾਨੂੰ ਇਹ ਨਾਮ ਦੱਸ ਦਿੰਨੀ ਆ ਇੰਪੋਰਟੈਂਟ ਸਰਚ ਇੰਜਨ ਦੇ। ਗੂਗਲ ਹੋ ਗਿਆ, ਬਿੰਚ, ਆਸਕ, ਆਲਟਾ ਵਿਸਟਾ, AOL.search, Lycos, Alexa। ਸਰਚ ਇੰਜਨ ਵਰਗਾ ਇੱਕ ਹੋਰ ਟੌਪਿਕ ਹੈ ਸਿਲੇਬਸ ਦੇ ਅੰਦਰ ਇਨਸਟੈਂਟ ਮੈਸੇਜਿੰਗ ਐਪ। ਇਹ ਜਿਹੇ ਐਪਲੀਕੇਸ਼ਨ ਸੌਫਟਵੇਅਰ ਜਿਨ੍ਹਾਂ ਦੇ ਜ਼ਰੀਏ ਤੁਸੀਂ ਚੈਟਿੰਗ ਕਰ ਸਕਦੇ ਹੋ, ਇੱਕੋ ਸੇਮ ਟਾਈਮ ਉੱਤੇ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ ਕਿ ਕੋਈ ਦੂਜੇ ਪਾਸਿਓਂ ਮੈਸੇਜ ਦਾ ਰਿਪਲਾਈ ਕਰੂਗਾ, ਕਦੋਂ ਕਰੂਗਾ। ਆਨਲਾਈਨ ਸਰਵਿਸ, ਇਨਸਟੈਂਟ ਦਾ ਮਤਲਬ ਹੈ ਇੱਕੋ ਦਮ ਇੱਕ ਜਗ੍ਹਾ ਤੇ ਬੈਠੇ ਤੁਸੀਂ ਨਾਲ ਦੀ ਨਾਲ ਮੈਸੇਜ ਕਰ ਸਕਦੇ ਹੋ, ਵੌਇਸ ਕਾਲ ਕਰ ਸਕਦੇ ਹੋ। ਸੋ ਅਲੱਗ-ਅਲੱਗ ਐਪਸ ਦੇ ਆਪਣੇ ਫੀਚਰ ਨੇ, ਕਿਸੇ 'ਚ ਵੀਡੀਓ ਕਾਲ ਦਾ ਫੀਚਰ ਵੀ ਹੈ, ਸਟਿੱਕਰ ਭੇਜ ਸਕਦੇ ਹੋ। ਸੋ ਇਹ ਜਿਹੜੀਆਂ ਡੀਟੇਲਸ ਨੇ ਇਹ ਸਾਰੇ ਮੈਸੇਜਿੰਗ ਐਪਸ ਦੀਆਂ ਇੰਪੋਰਟੈਂਟ ਦੀਆਂ ਨੋਟਸ ਵਿੱਚ ਤੁਹਾਨੂੰ ਮਿਲ ਜਾਣਗੀਆਂ। ਕੁਝ ਕਾਮਨ ਫੀਚਰਸ ਨੇ, ਇਹ ਸਾਰੇ ਇਸ ਪਿਕਚਰ ਵਿੱਚ ਮੈਂਸ਼ਨ ਨੇ, ਤੁਸੀਂ ਪੜ੍ਹ ਸਕਦੇ ਹੋ, ਜਿਹੜੇ ਆਲਮੋਸਟ ਹਰ ਮੈਸੇਜਿੰਗ ਐਪ ਦੇ ਵਿੱਚ ਹੁੰਦੇ ਨੇ। ਇੱਕ ਵਾਰੀ ਮੈਂ ਤੁਹਾਨੂੰ ਸਿੰਪਲ ਮੀਨਿੰਗ ਦੱਸ ਦਿੰਨੀ ਆ। ਮੇਨਲੀ ਚੈਟ ਪਰਪਸ ਲਈ ਵਰਤੇ ਜਾਂਦੇ ਨੇ, ਕਮਿਊਨੀਕੇਸ਼ਨ ਨੂੰ ਆਸਾਨ ਕਰਦੇ ਨੇ, ਵਾਰਤਾਲਾਪ ਨੂੰ ਦੁਨੀਆ ਭਰ ਦੇ ਵਿੱਚ ਗਲੋਬਲੀ ਤੁਸੀਂ ਕਿਸੇ ਵੀ ਸਮੇਂ ਬੈਠੇ ਬਿਨਾਂ ਪੈਸਾ ਖਰਚੇ ਤੁਹਾਡੇ ਕੋਲ ਬੇਸਿਕ ਇੰਟਰਨੈਟ ਪੈਕੇਜ ਹੋਣਾ ਚਾਹੀਦਾ, ਕੋਈ ਐਕਸਟਰਾ ਤੁਹਾਨੂੰ ਉੱਥੇ ਪੈਸੇ ਨਹੀਂ ਦੇਣ ਦੀ ਜ਼ਰੂਰਤ। ਤੁਸੀਂ ਇਹਨਾਂ ਮੈਸੇਜਿੰਗ ਐਪਸ ਦੇ ਜ਼ਰੀਏ ਜਿਵੇਂ WhatsApp ਹੋ ਗਿਆ, ਉਹਦੇ ਜ਼ਰੀਏ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਬਸ ਇਹ ਮੈਸੇਜਿੰਗ ਐਪ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋਣਾ ਚਾਹੀਦਾ। There are mobile devices that can use ਜਿਵੇਂ ਵਿੰਡੋ ਹੋ ਗਿਆ, Android, iOS operating system. Currently, apps are easy to download on smartphone and chat straight away. Next is social networking sites. Social networking ਦਾ ਮਤਲਬ ਹੈ ਤੁਸੀਂ ਆਪਣੇ social link ਬਣਾ ਰਹੇ ਹੋ, ਦੋਸਤ ਨਾਲ, ਰਿਸ਼ਤੇਦਾਰਾਂ ਨਾਲ, ਕੋਈ ਤੁਸੀਂ ਆਪਣੇ colleagues ਦੇ ਨਾਲ ਗੱਲਬਾਤ ਕਰਨੀ ਹੈ ਇਨਫੋਰਮਲ ਤਰੀਕੇ ਦੇ ਨਾਲ। ਉਹਨਾਂ ਦੇ ਲਾਈਫ 'ਚ ਕੀ ਹੋ ਰਿਹਾ, ਤੁਹਾਡੀ ਲਾਈਫ 'ਚ ਕੀ ਹੋ ਰਿਹਾ, ਤੁਸੀਂ ਉਸ ਚੀਜ਼ ਨੂੰ ਸ਼ੇਅਰ ਕਰਨਾ, ਉਹਨਾਂ ਦੀਆਂ ਪਿਕਚਰਸ ਨੂੰ ਲਾਈਕ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਉਹਨਾਂ ਨਾਲ ਕੋਈ ਪ੍ਰੋਫੈਸ਼ਨਲ ਲਿੰਕ ਵੀ ਬਣਾਉਣਾ ਹੈ ਜਿਵੇਂ ਲਿੰਕਡਇਨ ਹੈ। ਇਹਦੇ ਜ਼ਰੀਏ ਆਪਾਂ ਇੱਕ ਤਰੀਕੇ ਨਾਲ ਇੰਪਲੋਇਮੈਂਟ ਵਾਲਾ ਜਿਹੜਾ ਲਿੰਕ ਹੈ ਉਹ ਨੈਟਵਰਕ ਆਪਾਂ ਕ੍ਰੀਏਟ ਕਰ ਸਕਦੇ ਹਾਂ। ਸੋ ਅਲੱਗ-ਅਲੱਗ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਆਪਣੇ ਅਲੱਗ-ਅਲੱਗ ਫਾਇਦੇ ਨੇ। ਇਹ ਕੁਝ ਇੰਪੋਰਟੈਂਟ ਕਾਮਨ ਫੀਚਰ ਨੇ। ਬਾਕੀ ਇਹਨਾਂ ਦੇ ਪਾਰਟਿਕੂਲਰਲੀ ਕਿਹਦਾ ਕਿਹੜਾ ਇੰਪੋਰਟੈਂਟ ਫੀਚਰ ਹੈ, ਇੰਸਟਾਗ੍ਰਾਮ ਦੇ ਵਿੱਚ ਰੀਲਸ ਕਿੰਨੇ ਟਾਈਮ ਦੇ ਬਣਦੀਆਂ ਨੇ, ਵੀਡੀਓ ਤੁਸੀਂ ਬਣਾ ਸਕਦੇ ਹੋ ਜਾਂ ਨਹੀਂ ਬਣਾ ਸਕਦੇ, ਕਿਹੜਾ ਨਵਾਂ ਫੀਚਰ ਕਿਹੜੇ ਸਾਲ 'ਚ ਐਡ ਕੀਤਾ, ਇਹ ਸਾਰਾ ਕੁਝ ਤੁਹਾਨੂੰ ਨੋਟਸ ਵਿੱਚ ਮਿਲ ਜੂਗਾ ਪੂਰੀ ਡੀਟੇਲ ਵਿੱਚ। ਸੋ ਉਰੇ ਵੀ ਮੈਂ ਤੁਹਾਨੂੰ ਇੱਕ ਵਾਰੀ ਬੇਸਿਕ ਮੀਨਿੰਗ ਸਮਝਾ ਦਿੰਦੀ ਹਾਂ। Social networking refers to grouping of individual organization together by some medium ਜਿੱਥੇ ਉਹ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਨੇ, interest, activity. There are several web-based social network services ਜਿਹੜੇ web-based ਦਾ ਮਤਲਬ ਹੈ ਕਿ ਸਿਰਫ ਫੋਨ ਵਿੱਚ ਹੀ ਨਹੀਂ, ਤੁਸੀਂ ਇਹਨਾਂ ਨੂੰ ਆਪਣੇ ਲੈਪਟਾਪ PC ਵਿੱਚ ਵੀ ਦੇਖ ਸਕਦੇ ਹੋ, ਜਿਵੇਂ Facebook ਹੋ ਗਿਆ, Twitter, LinkedIn, Google+, which offer easy to use and interactive interface to connect with people within the country and overseas ਪੂਰੇ globally. Examples ਨੇ ਇਹ ਸਾਰੀਆਂ। ਉਸ ਤੋਂ ਬਾਅਦ ਇੱਕ ਵੈਸੇ ਐਡ ਆਨ ਉਰੇ ਮੈਂ ਟੌਪਿਕ ਐਡ ਕੀਤਾ ਹੈ। ਕਈ ਵਾਰੀ ਪੇਪਰ 'ਚ ਆ ਜਾਂਦਾ ਕਿ which of the following are e-learning apps, online platform. ਸੋ ਇਹ ਜਿਹੜੇ ਆਨਲਾਈਨ ਪਲੇਟਫਾਰਮ ਨੇ ਅਲੱਗ-ਅਲੱਗ ਲਰਨਿੰਗ ਐਜੂਕੇਸ਼ਨਲ ਮੋਟਿਵ ਵਾਲੇ ਪਲੇਟਫਾਰਮ ਨੇ, ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰਵਾਉਂਦੇ ਨੇ, ਅਲੱਗ-ਅਲੱਗ ਸ਼ਾਰਟ ਟਰਮ ਲੌਂਗ ਟਰਮ ਕੋਰਸਿਸ ਨੇ, ਸਰਟੀਫਿਕੇਟ ਮਿਲਦੇ ਨੇ ਤੁਹਾਨੂੰ। ਸੋ ਇਹ ਸਾਰੇ ਜਿਹੜੇ ਨਾਮ ਨੇ ਇਹ ਤੁਸੀਂ ਡੈਫੀਨੇਟਲੀ ਪੇਪਰ 'ਚ ਪੜ੍ਹ ਕੇ ਜਾਣੇ ਨੇ, ਜਿਵੇਂ Udemy ਹੋ ਗਿਆ, ਸਟੱਡੀ ਪੂਲ, ਕੋਰਸੇਰਾ, EDX, ਇਹ ਕਾਫੀ ਇੰਪੋਰਟੈਂਟ ਨੇ ਤੇ ਪੇਪਰ ਤੁਹਾਨੂੰ ਡਾਇਰੈਕਟਲੀ ਇਹਨਾਂ ਨਾਲ ਰਿਲੇਟਡ ਕੁਐਸਚਨ ਆ ਸਕਦਾ। ਪਿਛਲੇ ਸਾਲ ਸਬ ਇੰਸਪੈਕਟਰ ਪੇਪਰ ਵਿੱਚ ਵੀ ਇੱਕ ਸ਼ਿਫਟ ਵਿੱਚ ਕੁਐਸਚਨ ਆਇਆ ਸੀ, ਕੋਰਸੇਰਾ ਬਾਰੇ ਪੁੱਛਿਆ ਹੋਇਆ ਸੀ ਕਿ ਇਹ ਕੀ ਹੈ। ਸੋ ਤੁਸੀਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਰੀਡ ਕਰਕੇ ਜਾਣਾ ਸੋ ਦੈਟ ਉੱਥੇ ਤੁਸੀਂ ਕਨਫਿਊਜ਼ ਨਾ ਹੋਵੋ ਆਪਸ਼ਨਸ ਦੇ ਵਿੱਚ ਕਿ ਕਿਹੜੀ ਚੀਜ਼ ਸੋਸ਼ਲ ਨੈਟਵਰਕਿੰਗ ਸਾਈਟ ਹੈ, ਇਨਸਟੈਂਟ ਮੈਸੇਜਿੰਗ ਕਿਹੜਾ ਹੈ, ਕਿਹੜਾ ਈ-ਲਰਨਿੰਗ ਪਲੇਟਫਾਰਮ ਹੈ। ਸੋ ਹੁਣ ਜਿਹੜੇ ਨੈਕਸਟ ਦੋ ਟੌਪਿਕ ਨੇ, ਇਹ ਜਿਹੜੇ ਟੌਪਿਕ ਨੇ ਇਹ ਸਬ ਇੰਸਪੈਕਟਰ ਪੇਪਰ ਵਿੱਚ ਨਹੀਂ ਆ, ਬਾਕੀ ਦੋ ਪੇਪਰਾਂ ਦੇ ਵਿੱਚ ਨੇ। ਸੋ ਇਹਦੀ ਮੈਂ ਥੋੜੀ ਤੁਹਾਨੂੰ ਸ਼ਾਰਟ ਦੇ ਵਿੱਚ ਡੀਟੇਲ ਦੱਸ ਦਿੰਦੀ ਹਾਂ ਸੋ ਦੈਟ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਕਿ ਇਸ ਟੌਪਿਕ ਦੇ ਵਿੱਚ ਅਸੀਂ ਪੜ੍ਹਨਾ ਕੀ ਹੈ। ਹੁਣ ਜੇ ਤੁਸੀਂ ਧਿਆਨ ਨਾਲ ਸਿਲੇਬਸ ਦੇਖਿਆ ਹੋਵੇ ਹੈਡ ਕਾਂਸਟੇਬਲ ਵਗੈਰਾ ਦਾ, ਉੱਥੇ ਇੱਕ ਟੌਪਿਕ ਹੈ ਡਾਇਰੈਕਟਰੀ ਸਬ ਡਾਇਰੈਕਟਰੀ। ਇਹਦੇ ਵਿੱਚ ਤੁਸੀਂ ਫਾਈਲ ਮੈਨੇਜਮੈਂਟ ਦਾ ਜਿਹੜਾ ਪੂਰਾ ਕੰਸੈਪਟ ਹੈ ਉਹ ਪੜ੍ਹਨਾ। ਕੋਈ ਫਾਈਲ ਹੈ,
कोई इनफॉर्मेशन जिहदे च आपां स्टोर करके रखदे आ ਉਹਨੂੰ ਆਪਾਂ ਕਹਿੰਦੇ ਆ ਫਾਈਲ। ਇੱਕ ਇਹੋ ਜਿਹੀ ਕਲੈਕਸ਼ਨ ਜਿੱਥੇ ਸਾਰਾ ਡੇਟਾ ਇਨਫੋਰਮੇਸ਼ਨ ਇੱਕ ਜਗ੍ਹਾ ਦੇ ਉੱਤੇ ਆਪਾਂ ਇਕੱਠਾ ਕਰਕੇ ਰੱਖ ਦਿੰਦੇ ਆ। ਹੁਣ ਜਿਹੜੀ ਫਾਈਲ ਹੈ ਕਿਸੇ ਵੀ ਸੈਕੰਡਰੀ ਸਟੋਰੇਜ ਵਾਲੇ ਡਿਵਾਈਸ ਵਿੱਚ ਆਪਾਂ ਇਹਨੂੰ ਰਿਕਾਰਡ ਕਰਕੇ ਰੱਖ ਲੈਂਦੇ ਆ। ਕੋਈ ਮੈਗਨੇਟਿਕ ਡਿਸਕ ਹੋ ਗਈ, ਟੇਪ ਹੋ ਗਈ, ਆਪਟੀਕਲ ਡਿਸਕ ਹੋ ਗਈ। ਜਿਹੜੀ ਫਾਈਲ ਹੈ ਉਹਦਾ ਇੱਕ ਆਪਣਾ ਸਾਈਜ਼ ਹੁੰਦਾ ਹੈ, ਲਾਈਨਸ ਹੁੰਦੀਆਂ ਨੇ, ਰਿਕਾਰਡਸ ਹੁੰਦੀਆਂ ਨੇ, ਤੇ ਫਾਈਲ ਕਿਸ ਚੀਜ਼ ਲਈ ਹੈ ਉਹ ਡਿਸਾਈਡ ਕਰਦਾ ਯੂਜ਼ਰ ਜਾਂ ਜੋ ਫਾਈਲ ਨੂੰ ਤਿਆਰ ਕਰਦਾ, ਜਿਹਨੂੰ ਆਪਾਂ ਫਾਈਲ ਕ੍ਰੀਏਟਰ ਕਹਿ ਦਿੰਦੇ ਆ। ਫਾਈਲ ਦੇ ਅੰਦਰ ਹੁੰਦਾ ਕੀ ਹੈ? ਜਿਹੜੀ ਇੱਕ ਫਾਈਲ ਹੈ ਉਹਦਾ ਆਪਣਾ ਇੱਕ ਨਾਮ ਹੁੰਦਾ ਹੈ ਜੋ ਸਿਰਫ ਜੋ ਹਿਊਮਨ ਰੀਡੇਬਲ ਫਾਰਮ ਚ ਹੁੰਦਾ ਹੈ। ਮਤਲਬ ਜੋ ਆਪਾਂ ਨੂੰ ਜਿਵੇਂ ਆਪਣੇ ਕੰਪਿਊਟਰ ਦੇ ਵਿੱਚ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਨੇ, ਉਹਦਾ ਇੱਕ ਨਾਮ ਹੁੰਦਾ ਹੈ ਜੋ ਬਾਹਰ ਲਿਖਿਆ ਹੁੰਦਾ ਹੈ, ਉਹਨੂੰ ਆਪਾਂ ਕਹਿ ਦਿੰਦੇ ਆ ਨੇਮ ਆਫ ਦਾ ਫਾਈਲ, ਜਿਹਨੂੰ ਦੇਖ ਕੇ ਆਪਾਂ ਨੂੰ ਪਤਾ ਚੱਲਦਾ ਕਿ ਇਸ ਚੀਜ਼ ਵਿੱਚ ਕਿਹੜੀ ਜਾਣਕਾਰੀ ਪਈ ਹੈ, ਇਹਦੇ ਚ ਕਿਹੜਾ ਡੇਟਾ ਹੈ, ਕਿਹੜੀ ਇਨਫੋਰਮੇਸ਼ਨ ਹੈ। ਸੋ ਇਟ ਇਜ਼ the only information which is human readable form। ਜਿਹੜਾ ਇੱਕ ਇਨਸਾਨ ਫਾਈਲ ਦੀ ਜਾਣਕਾਰੀ ਪੜ੍ਹ ਸਕਦਾ ਹੈ ਉਹ ਹੁੰਦਾ ਫਾਈਲ ਦਾ ਨੇਮ। ਬਾਕੀ ਸਾਰੀਆਂ ਚੀਜ਼ਾਂ ਫਾਈਲ ਦੇ ਅੰਦਰ ਵਾਲੀਆਂ ਹੁੰਦੀਆਂ ਨੇ, ਸਿਸਟਮ ਦੀਆਂ ਚੀਜ਼ਾਂ ਹੁੰਦੀਆਂ ਨੇ। ਆਈਡੈਂਟੀਫਾਇਰ ਹੋ ਗਿਆ, ਇੱਕ ਯੂਨੀਕ ਨੰਬਰ ਹੁੰਦਾ ਹੈ ਜਿਹੜਾ ਫਾਈਲ ਸਿਸਟਮ ਦੇ ਅੰਦਰ ਹੁੰਦਾ ਹੈ, ਜਿਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਇਸ ਫਾਈਲ ਦਾ ਨੰਬਰ ਹੈ। ਟਾਈਪ ਫਾਈਲ ਅੱਡ-ਅੱਡ ਤਰ੍ਹਾਂ ਦੀਆਂ ਹੁੰਦੀਆਂ ਨੇ, PDF ਫਾਈਲ ਹੁੰਦੀ ਹੈ, ਵਰਡ ਫਾਈਲ ਹੁੰਦੀ ਹੈ, ਜਿਵੇਂ ਉਵੇਂ ਅਲੱਗ-ਅਲੱਗ ਤਰ੍ਹਾਂ ਦੀਆਂ ਫਾਈਲਸ ਹੁੰਦੀਆਂ ਨੇ। ਲੋਕੇਸ਼ਨ ਹੁੰਦੀ ਹੈ ਇੱਕ ਫਾਈਲ ਦੀ ਕਿ ਉਹ ਕਿੱਥੇ ਪਈ ਹੈ ਆਪਣੇ ਡਿਵਾਈਸ ਦੇ ਅੰਦਰ। ਸਾਈਜ਼ ਕੀ ਹੈ ਫਾਈਲ ਦਾ। ਉਸ ਤੋਂ ਬਾਅਦ ਕੋਈ ਫਾਈਲ ਕਿਵੇਂ ਪ੍ਰੋਟੈਕਟਡ ਹੈ। ਜਿਵੇਂ ਤੁਸੀਂ ਦੇਖਿਆ ਹੁੰਦਾ ਕਈ ਵਾਰੀ PDF ਫਾਈਲ ਕੋਈ ਪ੍ਰਿੰਟੇਬਲ ਫਾਰਮ 'ਚ ਨਹੀਂ ਹੁੰਦੀ, ਕੋਈ ਪ੍ਰਿੰਟ ਕਰਵਾ ਸਕਦੇ ਹਾਂ ਆਪਾਂ, ਕਿਸੇ ਦਾ ਮਟੀਰੀਅਲ ਕਾਪੀ ਕਰ ਸਕਦੇ ਹਾਂ, ਕਿਸੇ ਦਾ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਅਲੱਗ-ਅਲੱਗ ਪ੍ਰੋਟੈਕਸ਼ਨਸ ਲਗਾਈਆਂ ਹੁੰਦੀਆਂ ਨੇ ਫਾਈਲ ਨੂੰ। ਟਾਈਮ, ਡੇਟਾ, ਯੂਜ਼ਰ ਆਈਡੈਂਟੀਫਿਕੇਸ਼ਨ, ਇਹ ਸਾਰੀਆਂ ਚੀਜ਼ਾਂ ਆਪਾਂ ਇੱਕ ਫਾਈਲ ਦੇ ਨਾਲ ਜੋੜ ਸਕਦੇ ਹਾਂ ਤੇ ਇਹਨਾਂ ਨੂੰ ਕਹਿੰਦੇ ਆਪਾਂ ਐਟਰੀਬਿਊਟ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਡਾਇਰੈਕਟਰੀ ਦੀ, ਡਾਇਰੈਕਟਰੀ ਕੀ ਹੁੰਦੀ ਹੈ? ਸੋ ਡਾਇਰੈਕਟਰੀ ਇੱਕ ਡਿਵਾਈਸ ਦੀ ਇਹ ਜਿਹੀ ਚੀਜ਼ ਹੈ, ਇਹ ਜਿਹਾ ਕੰਟੇਨਰ ਹੈ, ਇਹ ਜਿਹਾ ਇੱਕ ਡੱਬਾ ਹੈ ਸਮਝ ਲਓ, ਜਿਹਦੇ ਅੰਦਰ ਬਹੁਤ ਸਾਰੇ ਫੋਲਡਰਸ ਨੇ। ਇੱਕ ਛੋਟੀ ਡੱਬੀ ਹੈ, ਉਸ ਛੋਟੀ ਡੱਬੀ ਦੇ ਅੰਦਰ ਜੋ ਸਮਾਨ ਪਿਆ ਉਹਨੂੰ ਆਪਾਂ ਕਹਿੰਦੇ ਆ ਫਾਈਲਾਂ। ਸੋ ਡਾਇਰੈਕਟਰੀ ਇੱਕ ਪੂਰਾ ਦਾ ਪੂਰਾ ਮੇਨ ਕੰਟੇਨਰ ਹੈ ਜਿਹਦੇ ਵਿੱਚ ਅਲੱਗ-ਅਲੱਗ ਫੋਲਡਰਸ ਨੇ ਤੇ ਉਹ ਫੋਲਡਰਸ ਦੇ ਅੰਦਰ ਫਾਈਲਾਂ ਨੇ। ਹੁਣ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦਿੰਦੀ ਹਾਂ ਜਿਹਦੇ ਨਾਲ ਤੁਹਾਡਾ ਸਾਰਾ ਕਨਸੈਪਟ ਕਲੀਅਰ ਹੋ ਜਾਊਗਾ। ਤੁਸੀਂ ਜਦੋਂ ਸਿੰਪਲ ਲੈਪਟਾਪ PC ਖੋਲਦੇ ਹੋ ਉੱਥੇ ਤੁਸੀਂ ਦੇਖਦੇ ਹੋ ਲੋਕਲ ਡਿਸਕ, CD, ਇਸ ਟਾਈਪ ਦੀਆਂ ਮੇਨ ਡਾਇਰੈਕਟਰੀਜ਼ ਹੁੰਦੀਆਂ ਨੇ। ਸੋ ਜਦੋਂ ਤੁਸੀਂ ਇਸ ਡਾਇਰੈਕਟਰੀ ਨੂੰ ਖੋਲਿਆ, ਮੇਨ ਆਪਾਂ ਨੇ ਆਪਣਾ ਜਿਹੜਾ ਕੰਪਿਊਟਰ ਦਾ ਇੱਕ ਸੈਟਅਪ ਹੈ, ਮਾਈ ਕੰਪਿਊਟਰ ਹੈ, ਉਹਨੂੰ ਖੋਲਿਆ ਤਾਂ ਉਸ ਮਾਈ ਕੰਪਿਊਟਰ ਦੇ ਅੰਦਰ ਜੋ ਡਾਇਰੈਕਟਰੀ ਹੈ ਮਾਈ ਕੰਪਿਊਟਰ, ਉਹਦੇ ਅੰਦਰ ਹੁਣ ਇਹ ਲੋਕਲ ਡਿਸਕ, CD ਅਲੱਗ-ਅਲੱਗ ਕੀ ਨੇ? ਇਹ ਨੇ ਫੋਲਡਰ। ਹੁਣ ਲੋਕਲ ਡਿਸਕ C 'ਚ ਕੀ ਪਿਆ? D ਦੇ ਵਿੱਚ ਤੁਹਾਡੀ ਕੋਈ ਫੋਟੋਜ਼ ਪਈਆਂ ਨੇ, ਉਹ ਫੋਟੋਜ਼ ਹੋ ਗਈਆਂ ਫਿਰ ਅੱਗੇ ਫਾਈਲਸ। ਮੈਂ ਰਿਪੀਟ ਕਰ ਰਹੀ ਹਾਂ, ਜੋ ਮੇਨ ਕੰਟੇਨਰ ਹੈ ਉਹਨੂੰ ਆਪਾਂ ਕਹਾਂਗੇ ਡਾਇਰੈਕਟਰੀ। ਉਸ ਡਾਇਰੈਕਟਰੀ ਦੇ ਅੰਦਰ ਜੋ ਅਲੱਗ-ਅਲੱਗ ਫੋਲਡਰਸ ਨੇ ਉਹ ਹੁੰਦੇ ਨੇ ਇਸ ਟਾਈਪ ਨਾਲ। ਜਿਵੇਂ ਤੁਸੀਂ ਮਾਈ ਕੰਪਿਊਟਰ ਖੋਲ ਲਿਆ, ਮੰਨ ਲਓ ਇਹ D1 ਮਾਈ ਕੰਪਿਊਟਰ ਹੈ, ਇਹ D11 ਹੋ ਗਈ ਲੋਕਲ ਡਿਸਕ C, D, E, F। ਹੁਣ ਇਹਦੇ ਅੰਦਰ ਅਲੱਗ-ਅਲੱਗ ਫਾਈਲਾਂ ਨੇ, ਇਹ ਸਾਰੀਆਂ ਅਲੱਗ-ਅਲੱਗ ਫਾਈਲਾਂ। ਸੋ ਉਸੇ ਤਰੀਕੇ ਨਾਲ ਜਿਵੇਂ ਇਹ ਤਾਂ ਹੋ ਗਈ ਮੇਨ ਡਾਇਰੈਕਟਰੀ, ਇੱਕ ਇਹਦੀ ਸਬ ਡਾਇਰੈਕਟਰੀ ਵੀ ਆਪਾਂ ਤਿਆਰ ਕਰ ਸਕਦੇ ਹਾਂ, ਇੱਕ ਛੋਟੀ ਡਾਇਰੈਕਟਰੀ। ਸੋ ਉਹਦੇ ਅੰਦਰ ਫਿਰ ਫਰਦਰ ਫੋਲਡਰ ਤੇ ਫਾਈਲਸ ਹੁੰਦੀਆਂ ਨੇ, ਸਬ ਫਾਈਲਸ ਹੁੰਦੀਆਂ ਨੇ। ਪਰ ਤੁਸੀਂ ਮੇਨਲੀ ਉਰੇ ਬਸ ਸਮਝੋ ਕਿ ਡਾਇਰੈਕਟਰੀ ਹੈ ਕੀ। ਡਾਇਰੈਕਟਰੀ ਕੁਛ ਨਹੀਂ ਹੈ, ਕੰਪਿਊਟਰ ਦੀ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਤੁਹਾਨੂੰ ਇੱਕ ਜਗ੍ਹਾ ਦੇ ਅੰਦਰ ਸਾਰੀਆਂ ਮੇਨ ਫਾਈਲਾਂ, ਫੋਲਡਰ ਮਿਲ ਜਾਣਗੇ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ, ਮੇਨਲੀ ਕੀ ਹੁੰਦਾ ਕੰਪਿਊਟਰ ਦੇ ਵਿੱਚ, ਜਿਹੜਾ ਮਾਈ ਕੰਪਿਊਟਰ ਹੁੰਦਾ ਉੱਥੇ ਹੀ ਤੁਹਾਨੂੰ ਸਾਰੀਆਂ ਫਾਈਲਾਂ, ਫੋਲਡਰ ਖੁੱਲਦੇ ਨੇ। ਸੋ ਉਹ ਹੋ ਗਈ ਡਾਇਰੈਕਟਰੀ। ਉਸ ਤੋਂ ਬਾਅਦ ਉੱਥੇ ਜਾ ਕੇ ਡਾਊਨਲੋਡਸ ਵਾਲੇ ਫਾਈਲਸ ਕਿਹੜੀਆਂ ਨੇ? ਤੁਸੀਂ ਡਾਊਨਲੋਡ ਫੋਲਡਰ ਨੂੰ ਖੋਲੋਗੇ, ਉਹਦੇ ਅੰਦਰ ਫਿਰ ਫਾਈਲਸ ਦੇ ਅਲੱਗ-ਅਲੱਗ ਨਾਮ ਹੋਣਗੇ। ਸੋ ਆਈ ਹੋਪ ਤੁਹਾਨੂੰ ਇਹ ਸਿੰਪਲ ਜਿਹਾ ਕਨਸੈਪਟ ਸਮਝ ਆ ਗਿਆ ਹੋਊਗਾ ਕਿ ਫਾਈਲ ਕੀ ਹੁੰਦੀ ਹੈ, ਡਾਇਰੈਕਟਰੀ ਕੀ ਹੁੰਦੀ ਹੈ। ਸੋ ਜੇ ਤੁਸੀਂ ਇਹਦੀ ਹਾਇਰਾਰਕੀ ਵਾਈਜ਼ ਦੇਖਣਾ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਮੇਨ ਚੀਜ਼ ਹੈ ਜਿਹੜੀ ਟੌਪ ਤੇ ਆਉਂਦੀ ਹੈ ਡਾਇਰੈਕਟਰੀ। ਡਾਇਰੈਕਟਰੀ ਤੋਂ ਨੀਚੇ ਫਿਰ ਆਪਾਂ ਤਿਆਰ ਕਰਦੇ ਹਾਂ ਫੋਲਡਰਸ। ਫੋਲਡਰਸ ਦੇ ਵਿੱਚ ਅਲੱਗ-ਅਲੱਗ ਹੁੰਦੀਆਂ ਨੇ ਫਾਈਲਸ ਤੇ ਉਹ ਅਲੱਗ-ਅਲੱਗ ਫਾਰਮੈਟ ਦੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਕਨਸੈਪਟ ਹੈ ਇਮੇਜ ਸ਼ੇਅਰਿੰਗ, ਫੋਟੋ ਸ਼ੇਅਰਿੰਗ। ਹੁਣ ਜਿਹੜੇ ਇਹ ਦੋ ਟੌਪਿਕ ਨੇ, ਇਮੇਜ ਸ਼ੇਅਰਿੰਗ, ਫੋਟੋ ਸ਼ੇਅਰਿੰਗ,
ਜਾਂ ਇੱਕ ਵੀਡੀਓ ਸ਼ੇਅਰਿੰਗ ਵੀ ਲਿਖਿਆ ਹੁੰਦਾ ਹੈ। ਸੋ ਇਹਦੇ ਵਿੱਚ ਕੁਝ ਨਹੀਂ ਹੈ, ਸਿੰਪਲ ਇਹ ਜਿਹੇ ਪਲੇਟਫਾਰਮਸ ਦੀ ਗੱਲ ਹੁੰਦੀ ਹੈ, ਡਿਜੀਟਲ ਪਲੇਟਫਾਰਮਸ ਦੀ, ਜਿੱਥੇ ਤੁਸੀਂ ਫੋਟੋਜ਼ ਨੂੰ ਅਪਲੋਡ ਕਰ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ, ਅੱਗੇ ਸ਼ੇਅਰ ਕਰ ਸਕਦੇ ਹੋ। ਤੁਹਾਡੀ ਮਰਜ਼ੀ ਹੈ ਤੁਸੀਂ ਉਹਨਾਂ ਦੀ ਸਰਵਿਸ ਕਿਵੇਂ ਦੀ ਰੱਖਣੀ ਹੈ, ਪਬਲਿਕ ਕਰਨਾ ਉਹਨਾਂ ਨੂੰ ਜਾਂ ਪ੍ਰਾਈਵੇਟ ਕਰਨਾ ਹੈ। ਸੋ ਇਮੇਜ ਸ਼ੇਅਰਿੰਗ, ਫੋਟੋ ਸ਼ੇਅਰਿੰਗ ਇਜ਼ ਦ ਪਬਲਿਸ਼ਿੰਗ ਔਰ ਟ੍ਰਾਂਸਫਰ ਆਫ ਡਿਜੀਟਲ ਫੋਟੋਜ਼ ਆਨਲਾਈਨ। ਸੋ ਇੱਕ ਤਾਂ ਇਹ ਕੰਸੈਪਟ ਹੈ, ਜਾਂ ਇਹਦਾ ਇੱਕ ਹੋਰ ਇੰਪੋਰਟੈਂਟ ਕੰਸੈਪਟ ਹੈ ਕਿ ਕਿਹੜੇ ਤਰੀਕੇ ਨਾਲ ਆਪਾਂ ਇਹ ਕਰ ਸਕਦੇ ਹਾਂ। ਸੋ ਜਿਹੜੀਆਂ ਫੋਟੋਜ਼ ਨੇ, ਇੱਕ ਤਾਂ ਹੋ ਗਿਆ ਆਨਲਾਈਨ, ਇਹਦੇ ਵਿੱਚ ਆਪਾਂ ਇੰਟਰਨੈਟ, ਵਾਈਫਾਈ ਸਰਵਿਸਿਜ਼, ਇਹ ਚੀਜ਼ਾਂ ਦੀ ਆਪਾਂ ਹੈਲਪ ਲੈਂਦੇ ਹਾਂ। ਇੱਕ ਹੁੰਦਾ ਬਲੂਟੂਥ ਦੇ ਨਾਲ, ਸੋ ਜਿੱਥੇ ਆਪਾਂ ਵਾਇਰਲੈਸ ਸਰਵਿਸ ਵਰਤ ਰਹੇ ਹਾਂ, ਉਹ ਹੋ ਗਿਆ ਬਲੂਟੂਥ ਦੇ ਨਾਲ ਫੋਟੋ ਜਾਂ ਵੀਡੀਓ ਸ਼ੇਅਰਿੰਗ। ਸੋ ਇਹ ਜਿਹੜੇ ਕੰਸੈਪਟ ਨੇ ਅਲੱਗ-ਅਲੱਗ ਪਲੇਟਫਾਰਮਸ ਨੇ, ਜਿਵੇਂ ਵੀਡੀਓ ਸ਼ੇਅਰਿੰਗ ਦੇ ਵੀ YouTube ਹੋ ਗਿਆ, ਜਾਂ Pinterest ਤੇ ਜਿਵੇਂ ਆਪਾਂ ਫੋਟੋ ਸ਼ੇਅਰ ਕਰਦੇ ਆ, ਇਹ ਜਿਹੜੇ ਕੰਸੈਪਟ ਨੇ, ਐਪਲੀਕੇਸ਼ਨਸ ਨੇ, ਇਹ ਆਲਰੇਡੀ ਆਪਾਂ ਪਿੱਛੇ ਵਾਲੇ ਲੈਕਚਰਸ ਦੇ ਵਿੱਚ ਦੇਖ ਚੁੱਕੇ ਆ। ਉਰੇ ਬਸ ਮੈਂ ਤੁਹਾਨੂੰ ਇੱਕ ਮੀਨਿੰਗ ਸਮਝਾਉਣਾ ਸੀ, ਇਸ ਲਈ ਅਲੱਗ ਤੋਂ ਸਲਾਈਡ ਐਡ ਕਰਤੀ, ਸੋ ਦੈਟ ਤੁਹਾਨੂੰ ਪਤਾ ਚੱਲ ਜਾਏ ਕਿ ਇਹਦੇ ਅੰਦਰ ਅਸੀਂ ਕੰਸੈਪਟ ਕੀ ਦੇਖਣਾ। ਸੋ ਨੈਕਸਟ ਮੈਂ ਤੁਹਾਡੇ ਨਾਲ ਇੱਕ ਇਹੋ ਜਿਹਾ ਟੌਪਿਕ ਸ਼ੇਅਰ ਕਰਨ ਜਾ ਰਹੀ ਹਾਂ ਜਿਹਦੇ ਵਿੱਚੋਂ ਤੁਸੀਂ ਮੇਨਲੀ ਸਿਰਫ ਔਰ ਸਿਰਫ ਇੱਕ ਚੀਜ਼ ਤੇ ਫੋਕਸ ਕਰਨਾ ਹੈ, ਉਹ ਹੈ ਸ਼ਾਰਟਕਟ ਕੀਜ਼। ਤੇ ਇਹ ਵੀ ਜਿਹੜੀਆਂ ਲੇਟੈਸਟ ਵਾਲੀਆਂ ਨੇ। ਅੱਜ ਮੈਂ ਇਸ ਲੈਕਚਰ ਦੇ ਵਿੱਚ ਤੁਹਾਡੇ ਨਾਲ 50 MS Excel ਦੀਆਂ, 50 PowerPoint, 50 Word ਦੀਆਂ ਜੋ ਮੋਸਟ ਇੰਪੋਰਟੈਂਟ ਤੇ ਰੈਪੀਟੇਟਿਵ ਸ਼ਾਰਟਕਟ ਕੀਜ਼ ਨੇ ਉਹ ਡਿਸਕਸ ਕਰ ਰਹੀ ਹਾਂ। ਬਾਕੀ ਨੋਟਸ ਵਿੱਚ ਸਭ ਕੁਝ ਆਲਰੇਡੀ ਅਵੇਲੇਬਲ ਹੈ। 2019 ਵਾਲੀਆਂ ਅਲੱਗ ਤੋਂ ਜੋ ਮੇਨ ਐਡੀਸ਼ਨਲ ਐਡ ਆਨ ਹੋਈਆਂ ਨੇ, ਮੈਕ ਲਈ ਕਿਹੜੀਆਂ ਨੇ, ਸੋ ਉਹ ਵੀ ਮੈਂ ਅਲੱਗ ਤੋਂ ਐਡ ਕੀਤੀਆਂ ਹੋਈਆਂ ਨੇ। ਦੈਨ ਸਿੰਪਲ ਵਿੰਡੋ ਲਈ ਕਿਹੜੀਆਂ ਯੂਜ਼ ਕਰਦੇ ਆਪਾਂ। ਬਾਕੀ ਇੱਕ ਹੋਰ ਇੰਪੋਰਟੈਂਟ ਚੀਜ਼ ਹੈ 2021 ਵਾਲੀਆਂ। 2021 ਦੇ ਵਿੱਚ ਕੋਈ ਜ਼ਿਆਦਾ ਸ਼ਾਰਟਕਟ ਕੀਜ਼ ਐਡ ਨਹੀਂ ਹੋਈਆਂ, ਕੋਈ ਅਲੱਗ ਫੀਚਰਸ ਨਹੀਂ ਆਏ, ਬਸ ਇੰਪੋਰਟੈਂਟ 15-16 ਨਵੀਆਂ ਫੰਕਸ਼ਨਸ, ਨਵੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਨੇ। ਉਹ ਵੀ ਤੁਸੀਂ ਅਲੱਗ ਤੋਂ ਜ਼ਰੂਰ ਇੱਕ ਵਾਰੀ ਪੇਪਰ ਲਈ ਦੇਖ ਕੇ ਜਾਣੀਆਂ ਨੇ। ਸੋ ਹੁਣ ਆਪਾਂ ਦੇਖਦੇ ਹਾਂ ਪਹਿਲਾਂ MS Excel ਦੀਆਂ 50 ਇੰਪੋਰਟੈਂਟ ਸ਼ਾਰਟਕਟ ਕੀਜ਼। ਨਵੀਂ ਵਰਕਬੁੱਕ ਦੇ ਲਈ Ctrl+N, ਐਗਜ਼ਿਸਟਿੰਗ ਵਰਕਬੁੱਕ ਨੂੰ ਓਪਨ ਕਰਨ ਦੇ ਲਈ Ctrl+O, ਸੇਵ ਕਰਨ ਦੇ ਲਈ Ctrl+S, ਬੰਦ ਕਰਨ ਦੇ ਲਈ Ctrl+W, ਕਲੋਜ਼ ਕਰਨ ਦੇ ਲਈ ਐਕਸਲ ਨੂੰ Ctrl+F4, ਅਗਲੀ ਜੇ ਸ਼ੀਟ ਤੇ ਜਾਣਾ Ctrl+ਪੇਜ ਡਾਊਨ, ਪਿਛਲੀ ਤੇ ਪੇਜ ਅਪ, ਡੇਟਾ ਟੈਬ ਖੋਲਣਾ Alt+A, ਵਿਊ ਟੈਬ Alt+W, ਫਾਰਮੂਲਾ Alt+M। ਕਿਸੇ ਸੈੱਲ ਦੇ ਵਿੱਚ ਕੋਈ ਪ੍ਰੋਬਲਮ ਹੈ, ਕੋਈ ਗਲਤੀ ਹੈ, ਕੋਈ ਗਲਤ ਡੇਟਾ ਐਡ ਕਰਤਾ, ਉਹਨੂੰ ਤੁਸੀਂ ਐਡਿਟ ਕਰਨਾ ਤਾਂ F2, ਕਾਪੀ ਪੇਸਟ ਕਰਨੇ ਨੇ ਸੈੱਲ Ctrl+C, Ctrl+V, ਆਈਟਲਿਸਾਈਜ਼ ਤੇ ਫੌਂਟ ਬੋਲਡ, ਸੋ ਇਟੈਲਿਕ ਕਰਨਾ ਹੈ ਤੁਸੀਂ ਆਪਣਾ, ਜਾਂ ਫਿਰ ਬੋਲਡ ਕਰਨਾ ਹੈ। ਸੋ ਇਟੈਲਿਕ ਜਾਂ ਬੋਲਡ ਦੇ ਲਈ Ctrl+I, Ctrl+V। ਟੂ ਸੈਂਟਰ ਅਲਾਈਨ ਕੰਟੈਂਟ Ctrl+H+A+C, ਕਲਰ ਫਿਲ ਕਰਨਾ ਹੈ Alt+H+L, ਬਾਰਡਰ ਐਡ ਕਰਨਾ ਹੈ Alt+H+B, ਬਾਰਡਰ ਨੂੰ ਹਟਾਉਣਾ ਹੈ। ਇਹ ਰੀਸੈਂਟਲੀ ਪੇਪਰ ਚ ਆਇਆ ਸੀ, ਇਹ ਇੰਪੋਰਟੈਂਟ ਤੁਸੀਂ ਯਾਦ ਰੱਖਣਾ ਹੈ। Ctrl+Shift+A, ਨੀਚੇ ਵਾਲਾ ਜਦ ਆਪਾਂ ਅੰਡਰਸਕੋਰ ਵਾਲਾ ਪਾਉਣੇ ਹੁੰਦੇ ਆ ਉਹ ਪਾਉਣਾ ਤੁਸੀਂ। ਉਸ ਤੋਂ ਬਾਅਦ ਹੈ to add an outline to the select cell, Ctrl+Shift+Tab, to move to the next cell, Tab। ਸੋ ਉੱਪਰ ਸੀਗਾ Ctrl+Shift ਤੇ and ਤੇ Tab ਹੈ ਜੇ ਤੁਸੀਂ ਅਗਲੇ ਸੈੱਲ ਉੱਤੇ ਜਾਣਾ ਹੈ, ਪ੍ਰੀਵੀਅਸ ਪਿਛਲੇ ਸੈੱਲ ਤੇ ਜਾਣਾ Shift+Tab। ਰਾਈਟ ਸਾਈਡ ਨੂੰ ਸਾਰੇ ਸੈੱਲ ਸਿਲੈਕਟ ਕਰਨੇ ਨੇ Ctrl+Shift ਰਾਈਟ ਐਰੋ, ਲੈਫਟ ਨੂੰ Ctrl+Shift ਲੈਫਟ ਐਰੋ, ਸਿਲੈਕਟ ਕਰਨੀ ਹੈ ਕਾਲਮ ਸਿਲੈਕਟਡ ਸੈੱਲ ਤੋਂ ਟੇਬਲ ਦੇ ਐਂਡ ਤੇ Ctrl+Shift ਡਾਊਨ ਐਰੋ। ਹੁਣ ਜੇ ਤੁਸੀਂ ਉੱਪਰ ਨੂੰ ਸੈੱਲ ਕਰਨੇ ਨੇ ਤਾਂ Ctrl+Shift ਅਪ, ਜੇ ਨੀਚੇ ਨੂੰ ਤਾਂ Ctrl+Shift ਡਾਊਨ ਐਰੋ। ਕਮੈਂਟ ਐਡ ਕਰਨਾ ਹੈ ਕਿਸੇ ਸੈੱਲ ਦੇ ਅੰਦਰ Shift+F2, ਡਿਲੀਟ ਕਰਨਾ ਹੈ ਸੈੱਲ ਦਾ ਕਮੈਂਟ Shift+F10D, find and replace Ctrl+H, to activate the filter Ctrl+Shift+L, Alt+down arrow, insert ਕਰਨੀ ਹੈ current date, current time। ਇਹ ਪੇਪਰ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਕਰੰਟ ਡੇਟ ਦੇ ਲਈ ਇਹ ਵਾਲਾ ਯੂਜ਼ ਕਰਨਾ ਹੈ ਕਾਲਨ, ਕਰੰਟ ਟਾਈਮ ਦੇ ਲਈ ਨਾਲ ਸ਼ਿਫਟ ਐਡ ਕਰਕੇ ਕਾਲਨ। ਹਾਈਪਰਲਿੰਕ ਐਡ ਕਰਨਾ ਹੈ Ctrl+K, ਕਰੰਸੀ ਫਾਰਮੈਟ ਇਸ ਟਾਈਪ ਦਾ ਡਾਲਰ ਵਾਲਾ ਸਾਈਨ Ctrl+Shift ਨਾਲ, ਪਰਸੈਂਟ ਦੇ ਲਈ %, tell me what you want to do ਬਾਕਸ ਇਹ ਖੋਲਣਾ ਹੈ Alt+Q।
सारी दी सारी पूरी रो सिलेक्ट करनी है, शिफ्ट प्लस स्पेस, एंटायर कॉलम कंट्रोल प्लस स्पेस, डिलीट करना है कॉलम ऑल्ट प्लस एच प्लस डी प्लस सी, डिलीट करनी है रो शिफ्ट प्लस स्पेस कंट्रोल प्लस माइनस, हाइड करनी है लुकानी है कोई सिलेक्टेड रो कंट्रोल प्लस 9, अनहाइड कंट्रोल शिफ्ट 9, हाइड अ सिलेक्टेड कॉलम कंट्रोल प्लस 0, अनहाइड नाल शिफ्ट, जे ग्रुप करने ने रो ते कॉलम ਨੂੰ ਤਾਂ alt shift right arrow, ग्रुप करने पाइवेट टेबल आइटम ਤਾਂ alt shift right arrow, अनग्रुप करने लेफ्ट, हाइड करने ने पाइवेट टेबल ਦੇ ਆਈਟਮਸ ਤਾਂ ਨਾਲ ਸਿੰਪਲ ਵਾਲਾ ਤੁਸੀਂ ਹਾਈਫਨ ਯੂਜ਼ ਕਰ ਦੇਣਾ ਹੈ, ਕ੍ਰੀਏਟ ਅ ਪਾਈਵੇਟ ਚਾਰਟ ਔਨ ਦ ਸੇਮ ਸ਼ੀਟ alt plus F1, ਨਵੀਂ ਸ਼ੀਟ ਤੇ F11, ਇਹ ਜਿਹੜੇ ਲਾਸਟ ਵਾਲੇ ਪੰਜ ਨੇ ਇਹ ਪੇਪਰ ਲਈ ਕਾਫੀ ਇੰਪੋਰਟੈਂਟ ਨੇ। ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਐਕਸਲ ਦੇ ਅੰਦਰ ਕੁਝ ਸਪੈਸੀਫਿਕ ਫੰਕਸ਼ਨਸ ਦੇ ਲਈ ਇੰਪੋਰਟੈਂਟ ਫਾਰਮੂਲਾਜ਼ ਯੂਜ਼ ਕੀਤੇ ਜਾਂਦੇ ਨੇ, ਉਹਨਾਂ ਨੂੰ ਆਪਾਂ ਸਿੱਧਾ ਸਿੱਧਾ ਫੰਕਸ਼ਨ ਕੀਜ਼ ਕਹਿ ਦਿੰਦੇ ਆ। ਸੋ ਉਹ ਮੈਂ ਤੁਹਾਨੂੰ ਵੈਸੇ ਹੁਣ ਇੰਨੀ ਡੀਟੇਲ ਵਿੱਚ ਨੇ, ਘੱਟੋ ਘੱਟ ਇੱਕ ਇੱਕ ਫੰਕਸ਼ਨ ਦੀਆਂ 50 60 100 ਇੰਨੀਆਂ ਅਲੱਗ-ਅਲੱਗ ਫੰਕਸ਼ਨ ਕੀਜ਼ ਨੇ, ਉਹ ਮੈਂ ਤੁਹਾਨੂੰ ਉਰੇ ਲੈਕਚਰ ਵਿੱਚ ਕਵਰ ਨਹੀਂ ਕਰਵਾ ਸਕਦੀ, ਉਹ ਸਭ ਕੁਝ ਮੈਂ ਨੋਟਸ ਵਿੱਚ ਆਲਰੇਡੀ ਕਵਰ ਕੀਤਾ ਹੋਇਆ, ਪਰ ਮੈਂ ਤੁਹਾਨੂੰ ਉਰੇ ਪੇਪਰ ਦੇ ਪੁਆਇੰਟ ਤੋਂ ਸਮਝਾ ਦਿੰਦੀ ਆ ਕਿ ਤੁਸੀਂ ਕਿਹੜੀਆਂ-ਕਿਹੜੀਆਂ ਯਾਦ ਕਰਕੇ ਜਾਣੀਆਂ ਨੇ, ਕਿਉਂਕਿ ਪਿਛਲੇ ਸਾਲ ਦਾ ਜੇ ਤੁਸੀਂ ਸਬ ਇੰਸਪੈਕਟਰ ਦਾ ਕੁਐਸਚਨ ਪੇਪਰ ਚੱਕ ਕੇ ਦੇਖੋਗੇ ਡਾਇਰੈਕਟਲੀ ਉੱਤੇ ਇੰਜੀਨੀਅਰਿੰਗ ਫਾਈਨੈਂਸ਼ੀਅਲ ਕੀ ਚੋਂ ਕੁਐਸਚਨ ਆਏ ਸੀ। ਸੋ ਇਨਫੋਰਮੇਸ਼ਨ ਵਾਸਤੇ ਫੰਕਸ਼ਨ ਕੀ ਹੁੰਦੀ ਹੈ, ਜਿਵੇਂ ਸੈੱਲ ਹੋ ਗਿਆ, ਇਨਫੋ, ਐਰਰ ਡਾਟ ਟਾਈਪ, ਸੋ ਇਹ ਸਾਰੀਆਂ financially odd file yield, NPER, coup days, engineering octa 2 hex bit XOR delta, statistically binom dot dist count, math trigonometrically function ਦੇ ਲਈ ਜਿਵੇਂ abacus ਦੇ ਲਈ ABS ਹੋ ਗਿਆ, ASIN ਹੋ ਗਿਆ, decimal, lookup ਤੇ reference ਦੇ ਲਈ address, HLOOKUP, RTD, logical ਦੇ ਲਈ not or compatibility ਦੇ ਲਈ ਚਾਈਡਿਸ ਤੇ ਫਲੋਰ। ਸੋ ਇਹ ਸਾਰੀਆਂ ਐਕਸਲ ਦੀਆਂ ਸਪੈਸੀਫਿਕ ਫੰਕਸ਼ਨ ਪਰਫਾਰਮ ਕਰਨ ਦੇ ਲਈ, ਹੁਣ ਜਿਵੇਂ ਕੋਈ ਐਕਸਲ ਸ਼ੀਟ ਦੀ ਵਰਤੋਂ ਕਰ ਰਿਹਾ ਹੈ, ਕੋਈ ਵੀ ਪਰਸਨ ਹੈ, ਉਹ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਹੈ, ਉਹ ਫਾਈਨੈਂਸ਼ੀਅਲ ਡਿਪਾਰਟਮੈਂਟ ਦੇ ਵਿੱਚ ਹੈ, ਤਾਂ ਇਸ ਟਾਈਪ ਦੇ ਫੰਕਸ਼ਨਸ ਨੂੰ ਉੱਥੇ ਯੂਜ਼ ਕਰਦਾ ਹੈ। ਸੋ ਇਹ ਚੀਜ਼ਾਂ ਤੁਸੀਂ ਪੇਪਰ ਲਈ ਡੈਫੀਨੇਟਲੀ 100% ਯਾਦ ਕਰਕੇ ਜਾਣੀਆਂ ਨੇ, ਕਿਉਂਕਿ ਪਿਛਲੇ ਸਾਲ ਪੇਪਰ 'ਚ ਆਈਆਂ ਨੇ। ਹੁਣ ਆਪਾਂ ਗੱਲ ਕਰਾਂਗੇ MS ਵਰਡ। ਕੰਟਰੋਲ ਪਲਸ S ਸੇਵ ਕਰਨ ਦੇ ਲਈ ਜੇ ਸ਼ਾਰਟਕਟ ਆਪਾਂ ਨੇ ਸੇਵ ਕਰਨਾ ਹੈ ਤਾਂ F12 PC ਕਮਾਂਡ ਸ਼ਿਫਟ S ਮੈਕ ਲਈ, ਸੋ ਇਹ ਅਲੱਗ-ਅਲੱਗ ਵੀ ਤੁਸੀਂ ਯਾਦ ਰੱਖਣਾ ਹੈ। ਕੰਟਰੋਲ ਪਲਸ O ਡਾਇਲੌਗ ਬਾਕਸ ਨੂੰ ਓਪਨ ਕਰਨ ਦੇ ਲਈ ਟੂ ਓਪਨ ਐਨ ਐਗਜ਼ਿਸਟਿੰਗ ਡਾਕੂਮੈਂਟ, N ਨਵਾਂ ਡਾਕੂਮੈਂਟ, W ਕੰਟਰੋਲ ਕਲੋਜ਼ ਦ ਡਾਕੂਮੈਂਟ, P ਪ੍ਰਿੰਟ ਕਰਨੀ ਹੈ ਜੇ ਤੁਸੀਂ ਓਪਨ ਵਿੰਡੋ ਡਾਕੂਮੈਂਟ, F ਫਾਈਂਡ ਬਾਕਸ ਖੋਲਣਾ ਹੈ, Z ਮੋਸਟ ਰੀਸੈਂਟ ਐਕਸ਼ਨ ਨੂੰ ਅਨਡੂ ਕਰਨਾ ਹੈ, ਜੋ ਤੁਸੀਂ ਰੀਸੈਂਟਲੀ ਕਰਕੇ ਹਟੇ ਹੋ ਉਹਨੂੰ ਤੁਸੀਂ ਅਨਡੂ ਕਰਨਾ ਹੈ, Y ਜੋ ਨੂੰ ਦੁਬਾਰਾ ਤੋਂ ਕਰਨਾ ਹੈ ਰੀਡੂ। ਅਨਡੂ ਰੀਡੂ ਵਾਲੇ ਪੇਪਰ 'ਚ ਕਾਫੀ ਵਾਰੀ ਆਉਂਦੇ ਨੇ। ਕੰਟਰੋਲ ਦੇ ਨਾਲ ਲੈਫਟ ਐਰੋ ਜੇ ਕੀਤਾ ਹੈ ਤਾਂ ਜਿਹੜਾ ਕਰਸਰ ਹੈ ਉਹ ਇੱਕ ਵਰਡ ਲੈਫਟ ਚਲਾ ਜਾਊ, ਰਾਈਟ ਦੇ ਨਾਲ ਰਾਈਟ ਚਲਾ ਜਾਊ, ਅਪ ਐਰੋ ਦੇ ਨਾਲ ਬਿਗਨਿੰਗ ਤੇ ਚਲਾ ਜਾਊ ਪੈਰਾਗ੍ਰਾਫ ਤੇ, ਡਾਊਨ ਦੇ ਨਾਲ ਉਹ ਐਂਡ ਤੇ ਚਲਾ ਜਾਊਗਾ। ਕੰਟਰੋਲ ਐਂਡ move the cursor to end of the document, find plus right arrow Mac ਦੇ ਲਈ, control plus home ਜੇ beginning ਤੇ, find ਤੇ left arrow Mac ਦੇ ਵਿੱਚ use ਹੁੰਦਾ ਹੈ beginning ਤੇ ਜਾਣ ਲਈ। control plus A ਦੇ ਨਾਲ ਸਾਰੇ document ਦੇ content select ਹੋ ਜਾਂਦੇ ਨੇ। control plus delete PC ਦੇ ਅੰਦਰ delete plus find Mac, select and delete the word directly to the right of the cursor। control ਦੇ ਨਾਲ backspace ਇਹ ਆਪਾਂ PC 'ਚ delete Mac ਦੇ ਵਿੱਚ ਆਪਾਂ use ਕਰਦੇ ਹਾਂ ਜੇ ਆਪਾਂ ਨੇ word ਜਿਹੜਾ directly left ਤੇ ਆ cursor ਦੇ ਉਹਨੂੰ delete ਕਰਨਾ ਹੈ, ਇਹ ਵੀ important ਦੋ ਯਾਦ ਰੱਖਣੇ ਆ। ਕੰਟਰੋਲ ਦੇ ਨਾਲ B ਜੇ ਜਿਹੜਾ selected text ਹੈ ਉਹਨੂੰ bold ਕਰਨਾ ਹੈ, italic ਕਰਨਾ ਹੈ I, K ਜੇ ਆਪਾਂ ਨੇ hyperlink insert ਕਰਨਾ ਹੈ, underline ਕਰਨਾ ਹੈ U, shift ਦੇ ਨਾਲ ਆਪਾਂ ਨੇ ਜੇ ਇਸ type ਦਾ left ਨੂੰ ਜਿੱਦਾਂ open ਹੈ ਉਹ ਕਰਨਾ ਹੈ ਤਾਂ ਇਹਦੇ ਨਾਲ font size up ਚਲਾ ਜਾਂਦਾ ਹੈ, ਇਹਦੇ ਨਾਲ font size down ਚਲਾ ਜਾਂਦਾ ਹੈ, equal to ਦੇ ਨਾਲ subscript plus sign ਦੇ ਨਾਲ superscript, ਇਹ ਦੋ ਬਹੁਤ important ਹੈ। strike through shortcut command shift X, copy selected text to the clipboard, control plus C, X ਦੇ ਨਾਲ cut ਹੋ ਜਾਂਦਾ selected text, it will be removed from the document, V ਦੇ ਨਾਲ paste ਹੋ ਜਾਂਦਾ ਹੈ 1,
ਸਿੰਗਲ ਸਪੇਸ ਚ ਆਪਾਂ ਨੇ ਕਰਨੀ ਹੈ ਡਾਕੂਮੈਂਟ ਦੀ 2 ਡਬਲ ਸਪੇਸ 5 1.5 ਸਪੇਸ ਕੰਟਰੋਲ ਪਲੱਸ 5 ਦੇ ਨਾਲ 1.5 ਸਪੇਸਿੰਗ ਹੁੰਦੀ ਹੈ ਇਹ ਇੰਪੋਰਟੈਂਟ ਯਾਦ ਰੱਖਣਾ ਹੈ ਜੇ ਦੇ ਨਾਲ ਜਸਟੀਫਾਈ ਹੋ ਜਾਂਦਾ ਇਕੁਅਲੀ ਟੈਕਸਟ ਸਾਰੀ ਸਕਰੀਨ ਉਤੇ ਡਿਸਟ੍ਰੀਬਿਊਟ ਵੰਡਿਆ ਜਾਂਦਾ ਹੈ L ਦੇ ਨਾਲ ਟੈਕਸਟ ਲੈਫਟ ਨੂੰ ਚਲਾ ਜਾਂਦਾ ਹੈ R ਨਾਲ ਰਾਈਟ ਨੂੰ E ਦੇ ਨਾਲ ਉਹ ਸੈਂਟਰ ਚ ਆ ਜਾਂਦਾ ਹੈ Alt Shift Left Arrow PC ਦੇ ਵਿੱਚ ਇਹਦੇ ਨਾਲ ਪੈਰਾਗ੍ਰਾਫ ਪ੍ਰਮੋਟ ਹੋ ਜਾਂਦਾ ਹੈ Mac ਦੇ ਵਿੱਚ ਇਹ ਫੀਚਰ ਯੂਜ਼ ਕਰਦੇ ਆਪਾਂ ਕੀ Control Shift Left Arrow ਕੀ ਸੇਮ ਡਿਮੋਟ ਕਰਨ ਦੇ ਲਈ Right Arrow Control Shift and demote paragraph to body text Move select paragraph up Alt Shift Up Arrow down ਦੇ ਨਾਲ down Tab ਕੀ ਦੇ ਨਾਲ next cell row ਦੇ ਵਿੱਚ ਆਪਾਂ ਚਲੇ ਜਾਂਦੇ ਹਾਂ Shift plus tab ਦੇ ਨਾਲ move to previous cell in row and select its content. Shift plus arrow key. Extend selection to adjacent cell. Alt plus home move to first cell. ਜੇ ਆਪਾਂ ਨੇ ਆਪਣੇ word file ਦੇ ਵਿੱਚ ਕੋਈ ਵੀ table ਵਗੈਰਾ ਐਡ ਕੀਤਾ ਹੈ Alt plus end ਦੇ ਨਾਲ last ਤੇ ਚਲੇ ਜਾਵਾਂਗੇ cell ਦੇ page up ਦੇ ਨਾਲ ਆਪਾਂ ਪਹਿਲੇ column 'ਚ page down ਦੇ ਨਾਲ ਆਪਾਂ last cell 'ਚ ਚਲੇ ਜਾਵਾਂਗੇ column ਦੇ Control plus N ਦੇ ਨਾਲ ਹੁਣ ਆਪਾਂ PowerPoint ਦੀਆਂ important 50 shortcut keys ਦੇਖਾਂਗੇ ਨਵੀਂ presentation document open ਹੋ ਜੂ ਉਹਦੇ ਨਾਲ open existing presentation document S ਦੇ ਨਾਲ save F2 Alt ਜਾਂ F12 open ਹੋ ਜੂ save as ਵਾਲਾ dialog box Control plus W ਜਾਂ Control plus F4 ਦੇ ਨਾਲ presentation ਬੰਦ ਹੋ ਜੂ Q ਦੇ ਨਾਲ save and close presentation Z undo Y redo F2 ਦੇ ਨਾਲ print preview ਪ੍ਰਿੰਟ ਹੋ ਕੇ ਆਪਾਂ ਨੂੰ ਕਿਵੇਂ ਦੀ ਚੀਜ਼ ਦਿਖੂਗੀ ਉਹ ਪ੍ਰਿੰਟ ਪ੍ਰੀਵਿਊ ਹੁੰਦਾ ਹੈ F1 ਦੇ ਨਾਲ ਹੈਲਪ ਪੇਨ ਖੁੱਲ ਜੂਗਾ Q ਦੇ ਨਾਲ ਡਾਇਰੈਕਟ ਟੂ ਦ ਟੈਲ ਮੀ ਵਾਟ ਯੂ ਵਾਂਟ ਟੂ ਡੂ ਬਾਕਸ F7 ਦੇ ਨਾਲ ਸਪੈਲਿੰਗ ਚੈੱਕ ਹੋ ਜਾਣਗੇ ਇਹ ਵੀ ਰੀਸੈਂਟਲੀ ਪੇਪਰ ਚ ਆਇਆ ਸੀ Alt ਔਰ F10 ਟਰਨ ਦ ਕੀ ਟਿਪਸ ਟੂ ਔਨ ਔਰ ਆਫ F1 ਦੇ ਨਾਲ ਰਿਬਨ ਜਾਂ ਤਾਂ ਦਿਖੂ ਜਾਂ ਬੰਦ ਹੋਣ ਲੱਗ ਜੂ ਸਰਚ ਇਨ ਅ ਪ੍ਰੈਜੈਂਟੇਸ਼ਨ ਯੂਜ਼ ਫਾਈਂਡ ਐਂਡ ਰੀਪਲੇਸ Alt plus F file tab menu H go to home menu then N ਦੇ ਨਾਲ open the insert tab G Alt ਦੇ ਨਾਲ open the design tab Alt plus K transition A ਦੇ ਨਾਲ animation ਇਹ ਸਾਰੇ ਤੁਸੀਂ ਯਾਦ ਰੱਖਣੇ ਹੈ important ਹੈ S ਦੇ ਨਾਲ slide show R ਦੇ ਨਾਲ review W go to view tab X add ins tab Y help tab control plus tab switch between open presentation Control plus A select all the objects on an active slide. Next object ਤੇ ਜਾਣਾ slide ਦੇ tab shift ਦੇ ਨਾਲ ਆਪਾਂ move ਕਰਾਂਗੇ previous object home ਦੇ ਨਾਲ beginning ਜਿਹੜੀ starting ਵਾਲੀ ਹੈ end ਦੇ ਨਾਲ last slide ਤੇ page down ਦੇ ਨਾਲ ਅਗਲੀ slide page up ਦੇ ਨਾਲ previous slide down arrow up arrow control slide ਉੱਪਰ ਨੀਚੇ ਹੋ ਜਾਊਗੀ You need to click on a slide thumbnail before performing ਜੋ left side ਤੇ ਖੱਬੇ ਹੱਥ ਆਪਾਂ ਨੂੰ ਛੋਟੇ ਛੋਟੇ thumbnail ਹੁੰਦੇ ਨੇ ਉਹਦੇ ਉੱਤੇ ਪਹਿਲਾਂ ਜਾਣਾ ਪਊਗਾ ਫਿਰ ਆਪਾਂ ਉੱਪਰ ਨੀਚੇ ਜਾ ਕੇ ਅਗਲੀ ਪਿਛਲੀ ਸਲਾਈਡ ਵੱਲ ਜਾ ਸਕਾਂਗੇ Control plus Shift plus up down arrow move a slide to the beginning or end of your presentation click on the slide thumbnail first X ਦੇ ਨਾਲ cut the selected text object slide Control plus C ਦੇ ਨਾਲ copy ਹੋ ਜੂ V ਦੇ ਨਾਲ paste Alt plus V control ਦੇ ਨਾਲ paste special dialog box delete ਦੇ ਨਾਲ delete ਹੋ ਜੂਗੀ selected text object slide B ਦੇ ਨਾਲ bold I italic U ਦੇ ਨਾਲ underline E ਦੇ ਨਾਲ center J justify control plus L left R right T ਦੇ ਨਾਲ display ਹੋ ਜੂਗਾ ਆਪਾਂ ਨੂੰ ਦਿਖਣ ਲੱਗ ਜੂਗਾ dialog box K ਦੇ ਨਾਲ hyperlink add ਹੋ ਜੂ M ਦੇ ਨਾਲ ਨਵੀਂ slide ਆ ਜੂ D ਦੇ ਨਾਲ duplicate the selected object or slide F5 play the presentation from start ਆਪਾਂ ਨੇ ਕਿਤੇ presentation show ਕਰਨੀ ਹੈ ਹੁਣ ਉਹ ਤਿਆਰ ਹੋ ਚੁੱਕੀ ਉਹਨੂੰ ਆਪਾਂ ਚਲਾ ਕੇ ਦਿਖਾਉਣਾ ਚਾਹੁੰਦੇ ਆ ਤਾਂ play ਹੋ ਜੂਗੀ Shift plus F5 play the presentation from front slide Control plus P annotate using a pen tool while playing the slideshow and page down next slide ਤੇ page up previous ਤੇ B ਦੇ ਨਾਲ ਜਿਹੜੀ screen ਹੈ ਉਹ black ਹੋ ਜੂਗੀ during slideshow escape ਦੇ ਨਾਲ slideshow end ਹੋ ਜੂ ਖਤਮ ਹੋ ਜੂ ਸੋ ਲਾਸਟ ਵਿੱਚ ਮੈਂ ਤੁਹਾਨੂੰ ਥੋੜੇ ਜਿਹੇ ਕੁਝ ਦੋ ਤਿੰਨ ਇੰਪੋਰਟੈਂਟ ਫੀਚਰ ਆਫਿਸ 2021 ਦੇ ਵੀ ਦੱਸ ਦਿੰਨੀ ਆ ਬਾਕੀ ਆਮ ਰਿਪੀਟਿੰਗ ਜੇ ਤੁਸੀਂ ਪ੍ਰੋਪਰ ਨੋਟਸ ਲੈਣੇ ਨੇ ਆਪਣੀ ਐਗਜ਼ਾਮ ਦੀ ਤਿਆਰੀ ਨੂੰ ਹੋਰ ਪੱਕਾ ਕਰਨਾ ਹੈ ਤੁਸੀਂ ਚਾਹੁੰਦੇ ਹੋ ਤੁਹਾਡੀ ਕੋਈ ਵੀ ਸਿੰਗਲ ਚੀਜ਼ ਮਿਸ ਨਾ ਹੋਵੇ ਤਾਂ ਤੁਸੀਂ ਨੋਟਸ ਲੈ ਸਕਦੇ ਹੋ
So to buy notes, you have to send me email on legalvictor02896@gmail.com। ਜਿਹੜੇ ਕੰਪਿਊਟਰ ਦੇ ਨੋਟਸ ਨੇ ਉਹ ਪੂਰੇ ਕੰਪਲੀਟ ਨੋਟਸ ਨੇ A to Z। ਥਿਊਰੀ ਹੈ ਨਾਲ 250 ਤੋਂ ਜ਼ਿਆਦਾ MCQs ਨੇ ਪ੍ਰੈਕਟਿਸ ਦੇ ਲਈ। ਸੋ ਪ੍ਰਾਈਸ ਹੈ ₹400। ਬਾਕੀ ਜੇ ਕੋਈ ਸਟੂਡੈਂਟ ਨਾਲ MCQ ਵਾਲੀਆਂ ਜਿਹੜੀਆਂ ਪੇਡ ਕੋਰਸ ਦੀਆਂ ਵੀਡੀਓਜ਼ ਨੇ 12 ਲੈਕਚਰ ਵੀਡੀਓਜ਼ ਨੇ ਉਹ ਵੀ ਲੈਣਾ ਚਾਹੁੰਦਾ, then notes plus video lecture ਦਾ ਕੰਪਿਊਟਰ ਕੋਰਸ ਦਾ ਪ੍ਰਾਈਸ ਹੈ ₹650। ਸੋ ਕਮਿੰਗ ਬੈਕ ਟੂ ਆਰ ਟੌਪਿਕ ਆਫਿਸ 2021। ਆਫਿਸ ਜਿਹੜਾ 2021 ਹੈ ਇਹਦੇ ਵਿੱਚ ਇੱਕ ਨਵਾਂ ਫੀਚਰ ਆਇਆ ਕੋ-ਆਥਰ ਦਾ। ਸੋ ਹੁਣ ਕੋ-ਆਥਰਿੰਗ ਪੋਸੀਬਲ ਹੈ ਡਾਕੂਮੈਂਟਸ ਦੀ। ਵਿਜ਼ੂਅਲ ਰਿਫਰੈਸ਼ ਕਰ ਸਕਦੇ ਹੋ। ਲੁੱਕ ਲੈਫਟ ਲੁੱਕ ਰਾਈਟ ਇਹ ਐਕਸ ਲੁੱਕਅਪ ਇਹ ਇੱਕ ਨਵੀਂ ਚੀਜ਼ ਆਈ ਹੈ। ਡਾਇਨਾਮਿਕ ਐਰੇਜ਼ ਆਏ ਨੇ। 6 ਨਵੇਂ ਫੰਕਸ਼ਨਸ ਆਏ ਨੇ। ਫੰਕਸ਼ਨਸ ਦੇ ਨਾਮ ਤੁਸੀਂ ਨੋਟ ਕਰ ਲਓ ਕਿਹੜੇ ਕਿਹੜੇ ਨਵੇਂ ਫੰਕਸ਼ਨ ਆਏ ਨੇ। ਫਿਲਟਰ, ਸੌਰਟ, ਸੌਰਟ ਬਾय, यूनिक, सीक्वेंस, रैंड एरे। सो ये 6 नਵੇਂ फीचर्स आए ने कैलकुलेशंस करने दे लिए, इनसाइट्स दे लिए। सो ये 6 ਦੇ 6 ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। let फंक्शन आया, then x match आया, sheet view आई एक नवा फीचर एक्सेल ਦੇ ਵਿੱਚ। नवा ते improved record slide show, ink replay slide animation ink object ਦੇ ਲਈ। then translator ਤੇ ink ਆਇਆ outlook ਦੇ ਵਿੱਚ। more than 70 languages ਦੇ ਵਿੱਚ ਤੁਸੀਂ translate ਕਰ ਸਕਦੇ ਹੋ। eye strain ਨੂੰ ਘਟਾਉਣ ਦੇ ਲਈ ਤੁਹਾਡੀ ਅੱਖਾਂ ਤੇ ਅਸਰ ਘੱਟ ਪਵੇ ਜਿਹੜਾ word ਹੈ ਉਹ dark mode ਇਹ ਨਵਾਂ ਫੀਚਰ ਆਇਆ ਤੁਸੀਂ dark mode ਦੇ ਵਿੱਚ ਦੇਖ ਸਕਦੇ ਹੋ। ਬਾਕੀ ਕੁਝ ਨਵੇਂ azure stencil ਇਹ ਐਡ ਕੀਤੇ ਗਏ ਨੇ। shapes ਵਿਜ਼ੂਓ ਦੇ ਵਿੱਚ। ਸੋ ਵਿਜ਼ੂਓ ਨਾਮ ਵੀ ਤੁਸੀਂ ਯਾਦ ਰੱਖਣਾ ਹੈ। MS ਆਫਿਸ ਦੇ ਵਿੱਚ ਜਿਹੜੇ ਨਵੇਂ MS ਆਫਿਸ ਦੇ ਵਿੱਚ ਸਾਰੇ ਐਪਸ ਨੇ ਉਹ ਕਿਹੜੇ ਕਿਹੜੇ ਐਪਸ ਨੇ ਕਿਉਂਕਿ ਪੇਪਰ ਤੁਹਾਨੂੰ ਆ ਸਕਦਾ ਹੈ ਕਿ ਵਿਜ਼ੂਓ ਕੀ ਹੈ, ਇਹ ਕਿਹਦਾ ਪਾਰਟ ਹੈ, ਕਿਹੜੇ ਸੌਫਟਵੇਅਰ ਦਾ, ਪਬਲਿਸ਼ਰ, ਪ੍ਰੋਜੈਕਟ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ MS ਆਫਿਸ ਵਿੱਚ ਕਿਹੜੇ ਕਿਹੜੀਆਂ ਫੰਕਸ਼ਨਸ ਨੇ, ਕਿਹੜੇ ਕਿਹੜੇ ਐਪ ਨੇ ਜਿਹੜੇ ਤੁਸੀਂ ਵਰਤ ਸਕਦੇ ਹੋ। ਸੋ ਯਾਦ ਰੱਖਣਾ ਤੁਸੀਂ ਟੋਟਲ 9 ऐप ने 9। नंबर 1 एक्सेस, नंबर 2 एक्सेल, then OneNote, आउटलुक, पावरपॉइंट, प्रोजेक्ट, पब्लिशर, विजियो, वर्ड। सो ये 9 नाम ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। with this we are ending with our today's important session ਤੇ ਮੈਂ ਰਿਪੀਟ ਕਰ ਰਹੀ ਹਾਂ ਕਿ ਇਹ ਜਿਹੜਾ ਸੈਸ਼ਨ ਹੈ ਇਹ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਸੋ ਦੈਟ ਕਿਸੇ ਦਾ ਵੀ ਪੇਪਰ ਤੋਂ ਪਹਿਲਾਂ ਇਹ ਲੈਕਚਰ ਮਿਸ ਨਾ ਹੋਵੇ ਕਿਉਂਕਿ ਇਹਦੇ ਵਿੱਚ ਮੈਂ ਟਰਾਈ ਕੀਤਾ ਹੈ ਕਿ ਤੁਹਾਨੂੰ ਪੂਰਾ ਦਾ ਪੂਰਾ ਇੱਕ ਇੰਪੋਰਟੈਂਟ ਓਵਰਵਿਊ ਦੇ ਸਕਾਂ ਕੰਪਿਊਟਰ ਅਵੇਅਰਨੈਸ ਵਾਲੇ ਟੌਪਿਕ ਦਾ। ਸੋ ਦੈਟਸ ਆਲ ਫॉर ਟੁਡੇ। ਗੁੱਡ ਲੱਕ ਫॉर एग्जाम। ਥੈਂਕ ਯੂ।